ਸਰ ਆਰਥਰ ਕਾਨਨ ਡਾਇਲ ਦੁਆਰਾ ਲਿਖਿਆ ਤੇ ਮਹਿੰਦਰ ਬੇਦੀ ਜੈਤੋਂ ਦੁਆਰਾ ਅਨੁਵਾਦ ਕੀਤਾ ਨੋਵਲ ਹੈ ਪਿਸ਼ਾਚ ਕੁੱਤਾ। ਉਹਦਾ ਅਗਲਾ ਭਾਗ ਹੈ ਡਾਕਟਰ ਵਾਟਸਨ ਦੀ ਪਹਿਲੀ ਰਿਪੋਰਟ। ਹੁਣ ਮੈਂ ਇਸ ਤੋਂ ਅਗਲੀ ਘਟਨਾ ਚੱਕਰ ਨੂੰ ਸ਼ਰਲੌਕ ਹੋਮਸ ਨੂੰ ਲਿਖੇ ਆਪਣੇ ਖਤਾਂ ਰਾਹੀਂ ਪੇਸ਼ ਕਰਾਂਗਾ, ਜਿਹੜੇ ਮੇਰੇ ਸਾਹਮਣੇ ਮੇਜ਼ ਉੱਤੇ ਪਏ ਹੋਏ ਨੇ। ਇਹਨਾਂ ਵਿੱਚੋਂ ਇੱਕ ਪੰਨਾ ਕਿਤੇ ਗਵਾਚ ਗਿਆ ਹੈ, ਭਾਵੇਂ ਇਹ ਸਭ ਬਿਲਕੁਲ ਇਸ ਢੰਗ ਨਾਲ ਲਿਖਿਆ ਗਿਆ ਕਿ ਉਸ ਸਮੇਂ ਦੀਆਂ ਮੇਰੀਆਂ ਭਾਵਨਾਵਾਂ ਤੇ ਸ਼ੰਕੇ ਪੂਰੀ ਤਰ੍ਹਾਂ ਸਪਸ਼ਟ ਉਘੜ ਆਉਣ, ਤਾਂ ਕਿ ਉਹਨਾਂ ਦੁਖਦਾਈ ਘਟਨਾਵਾਂ ਦਾ ਸਹੀ ਵੇਰਵਾ ਦਿੱਤਾ ਜਾ ਸਕੇ। ਇਹ ਕੰਮ ਮੇਰੀ ਯਾਦਦਾਸ਼ਤ ਨਹੀਂ ਕਰ ਸਕਦੀ ਸੀ। ਬਾਸਕਰਵਿਲੇ ਹਾਲ, 13 ਅਕਤੂਬਰ। ਮਾਈ ਡੀਅਰ ਹੋਮਸ, ਮੇਰੇ ਪਿਛਲੇ ਟੈਲੀਗ੍ਰਾਮ ਤੇ ਖਤਾਂ ਰਾਹੀਂ ਤੁਹਾਨੂੰ ਹੁਣ ਤੱਕ ਦੀਆਂ ਉਹਨਾਂ ਸਾਰੀਆਂ ਘਟਨਾਵਾਂ ਦੀ ਜਾਣਕਾਰੀ ਹੋ ਚੁੱਕੀ ਹੋਏਗੀ ਜਿਹੜੀਆਂ ਸੰਸਾਰ ਦੀ ਇਸ ਸਭ ਤੋਂ ਭਿਆਨਕ ਜਗ੍ਹਾ ਵਾਪਰੀਆਂ। ਜਿੰਨੀ ਵੱਧ ਦੇਰ ਆਦਮੀ ਇੱਥੇ ਠਹਿਰਦਾ, ਉਨੀ ਵੱਧ ਜੰਗਲ ਦੀ ਰੂਹ ਉਹਦੀ ਆਤਮਾ 'ਚ ਸਮਾਉਂਦੀ ਜਾਂਦੀ ਹੈ। ਇਹਦਾ ਅਸੀਮ ਵਿਸਥਾਰ ਤੇ ਖਤਰਨਾਕ ਕਿਸਮ ਦੀ ਕਰੂਰ ਸੁੰਦਰਤਾ ਆਦਮੀ ਨੂੰ ਅਜੀਬ ਢੰਗ ਨਾਲ ਪ੍ਰਭਾਵਿਤ ਕਰ ਲੈਂਦੀ ਹੈ। ਜਦੋਂ ਤੁਸੀਂ ਇੱਕ ਵਾਰੀ ਇਸ ਧਰਤੀ ਉੱਤੇ ਪੈਰ ਰੱਖ ਦਿੰਦੇ ਹੋ ਤਾਂ ਆਧੁਨਿਕ ਇੰਗਲੈਂਡ ਦੇ ਸਾਰੇ ਪਰਛਾਵੇਂ ਪਿੱਛੇ ਰਹਿ ਜਾਂਦੇ ਨੇ ਤੇ ਉਹਦੇ ਉਲਟ ਤੁਹਾਨੂੰ ਪ੍ਰਾ ਇਤਿਹਾਸਕ ਕਾਲ ਦੇ ਮਾਨਵ ਦੇ ਘਰ ਤੇ ਉਹਦੀਆਂ ਗਤੀਵਿਧੀਆਂ ਦੇ ਖੰਡਰਾਤ ਆਪਣੇ ਚਾਰੇ ਪਾਸੇ ਨਜ਼ਰ ਆਉਣ ਲੱਗਦੇ ਨੇ। ਇੱਥੇ ਘੁੰਮਦਿਆਂ ਹੋਇਆਂ ਤੁਹਾਨੂੰ ਭੁੱਲੇ ਵਿਸਰੇ ਲੋਕਾਂ ਦੇ ਘਰ ਤੇ ਕਬਰਾਂ ਦੇ ਇਲਾਵਾ ਵਿਸ਼ਾਲ ਠੋਸ ਪੱਥਰਾਂ ਦੇ ਬਣੇ ਖੰਭਿਆਂ ਦੇ ਭਰੇ ਟੁੱਟੇ ਆਸਾਰ ਮਿਲਣਗੇ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼ਾਇਦ ਉਹਨਾਂ ਲੋਕਾਂ ਦੇ ਮੰਦਰਾਂ ਦੀਆਂ ਨਿਸ਼ਾਨੀਆਂ ਨੇ। ਜਦੋਂ ਤੁਸੀਂ ਪਹਾੜੀ ਦੀਆਂ ਢਲਵਾਨਾਂ ਉੱਤੇ ਉਹਨਾਂ ਦੀਆਂ ਸਲੇਟੀ ਪੱਥਰਾਂ ਵਾਲੀਆਂ ਠਾਰਾਂ ਨੂੰ ਦੇਖੋਗੇ ਤਾਂ ਤੁਹਾਡਾ ਆਪਣਾ ਯੁੱਗ ਕਿਧਰੇ ਬਹੁਤ ਪਿੱਛੇ ਰਹਿ ਜਾਏਗਾ। ਜੇ ਤੁਹਾਨੂੰ ਕੋਈ ਵਾਲਾਂ ਵਾਲਾ ਚਮੜੇ ਦੀ ਪੁਸ਼ਾਕਧਾਰੀ ਮਨੁੱਖ ਪੱਥਰ ਦੀ ਨੋਕ ਵਾਲੇ ਤੀਰ ਨੂੰ ਕਮਾਨ ਉੱਤੇ ਰੱਖੀ ਕਿਸੇ ਛੋਟੇ ਜਿਹੇ ਦਰਵਾਜ਼ੇ 'ਚੋਂ ਨਿਕਲਦਾ ਦਿਸ ਪਏ ਤਾਂ ਤੁਹਾਨੂੰ ਉਹਦੀ ਮੌਜੂਦਗੀ ਉੱਥੇ ਆਪਣੇ ਨਾਲੋਂ ਵੱਧ ਸੁਭਾਵਿਕ ਤੇ ਸਜੀਵ ਮਹਿਸੂਸ ਹੋਏਗੀ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਹ ਇੱਕ ਅਜਿਹੀ ਜਗ੍ਹਾ ਉੱਪਰ ਇੰਨੀ ਤਾਦਾਦ 'ਚ ਰਹਿੰਦੇ ਸਨ ਜਿਹੜੀ ਸ਼ੁਰੂ ਤੋਂ ਹੀ ਅਣਉਪਜਾਊ ਤੇ ਉਜਾੜ ਬੰਜਰ ਜਿਹੀ ਹੈ। ਮੈਂ ਕੋਈ ਪੁਰਾਤਤਵੇਤਾ ਨਹੀਂ ਹਾਂ, ਪਰ ਇਸ ਦਾ ਬਾਖੂਬੀ ਅੰਦਾਜ਼ਾ ਲਗਾ ਸਕਦਾ ਕਿ ਉਹ ਯੁੱਧਾਂ ਤੋਂ ਦੂਰ ਰਹਿਣ ਵਾਲੀ ਕੋਈ ਅਜਿਹੀ ਅਮਨਪਸੰਦ ਜਾਤੀ ਸੀ ਜਿਹਨੇ ਉਹ ਸਭ ਸਵੀਕਾਰ ਕਰ ਲਿਆ ਜਿਹਨੂੰ ਕੋਈ ਦੂਜਾ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ। ਵੈਸੇ ਜੋ ਕੁਝ ਵੀ ਮੈਂ ਲਿਖਿਆ ਇਹਦਾ ਉਸ ਮੁਹਿੰਮ ਨਾਲ ਕੋਈ ਸੰਬੰਧ ਨਹੀਂ ਹੈ ਜਿਸ ਉੱਤੇ ਤੁਸੀਂ ਮੈਨੂੰ ਭੇਜਿਆ ਹੈ, ਤੇ ਸ਼ਾਇਦ ਤੁਹਾਡੇ ਵਿਹਾਰੀ ਤੇ ਤਰਕਸ਼ੀਲ ਦਿਮਾਗ ਨੂੰ ਕੋਝਾ ਵੀ ਲੱਗੇ, ਕਿਉਂਕਿ ਮੈਨੂੰ ਅਜੇ ਤੱਕ ਉਹ ਗੱਲ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਤੁਹਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ ਜਾਂ ਸੂਰਜ ਧਰਤੀ ਦੇ ਦੁਆਲੇ। ਇਸ ਲਈ ਮੈਂ ਸਰ ਹੈਨਰੀ ਬਾਸਕਰਵਿਲੇ ਨਾਲ ਸੰਬੰਧਿਤ ਤੱਥਾਂ ਵੱਲ ਵਾਪਸ ਪਰਤ ਆਉਂਦਾ। ਪਿਛਲੇ ਕੁਝ ਦਿਨਾਂ ਤੋਂ ਜੇ ਤੁਹਾਡੇ ਕੋਲ ਕੋਈ ਰਿਪੋਰਟ ਨਹੀਂ ਪਹੁੰਚੀ ਤਾਂ ਇਹਦਾ ਮੁੱਖ ਕਾਰਨ ਇਹੀ ਸੀ ਕਿ ਹੁਣ ਤੱਕ ਲਿਖ ਕੇ ਭੇਜਣ ਲਾਇਕ ਕੋਈ ਮਹੱਤਵਪੂਰਨ ਘਟਨਾ ਨਹੀਂ ਸੀ ਵਾਪਰੀ। ਫਿਰ ਅਚਾਨਕ ਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਜਿਸ ਬਾਰੇ ਮੈਂ ਅੱਗੇ ਲਿਖਾਂਗਾ, ਕਿਉਂਕਿ ਹੁਣ ਤਾਂ ਪਹਿਲਾਂ ਤੁਹਾਨੂੰ ਇਸ ਸਥਿਤੀ ਨਾਲ ਸੰਬੰਧਿਤ ਕੁਝ ਹੋਰ ਤੱਥਾਂ ਤੋਂ ਜਾਣੂ ਕਰਵਾਉਣਾ ਬੜਾ ਜ਼ਰੂਰੀ ਹੈ। ਉਹਨਾਂ ਵਿੱਚੋਂ ਇੱਕ ਤਾਂ ਉਹੀ ਹੈ ਜਿਸ ਬਾਰੇ ਮੈਂ ਮਾਮੂਲੀ ਜਿਹਾ ਜ਼ਿਕਰ ਕੀਤਾ ਸੀ, ਯਾਨੀ ਕਿ ਜੰਗਲ ਦਾ ਉਹ ਫਰਾਰ ਕੈਦੀ। ਇਸ ਗੱਲ ਤੇ ਯਕੀਨ ਕਰਨ ਤੇ ਠੋਸ ਕਾਰਨ ਹਨ ਕਿ ਉਹ ਇੱਥੋਂ ਕਿਧਰੇ ਬੜੀ ਦੂਰ ਭੱਜ ਗਿਆ, ਜਿਸ ਕਰਕੇ ਪੂਰੇ ਜ਼ਿਲ੍ਹੇ ਦੇ ਇਕਾਂਤ ਘਰਾਂ 'ਚ ਰਹਿਣ ਵਾਲੇ ਲੋਕਾਂ ਨੇ ਕਾਫੀ ਸੁੱਖ ਦਾ ਸਾਹ ਲਿਆ। ਉਹਨੂੰ ਜੇਲ੍ਹ 'ਚੋਂ ਭੱਜਿਆਂ 15 ਦਿਨ ਹੋ ਚੁੱਕੇ ਨੇ ਤੇ ਇਸ ਦੌਰਾਨ ਨਾ ਤਾਂ ਉਹ ਕਿਸੇ ਨੂੰ ਕਿਤੇ ਦਿਖਾਈ ਦਿੱਤਾ, ਨਾ ਉਸ ਬਾਰੇ ਕਿਸੇ ਨੇ ਕੁਝ ਸੁਣਿਆ ਹੈ। ਇਹ ਸੋਚਣਾ ਤਾਂ ਬੜਾ ਹੀ ਮੁਸ਼ਕਿਲ ਹੈ ਕਿ ਇੰਨੇ ਲੰਮੇ ਸਮੇਂ ਤੱਕ ਉਹ ਜੰਗਲ 'ਚ ਹੀ ਕਿਤੇ ਲੁਕਿਆ ਹੋਇਆ ਹੋਏਗਾ। ਵੈਸੇ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਜੰਗਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲੁਕਣ ਲਈ ਜਗ੍ਹਾ ਦੀ ਕੋਈ ਕਮੀ ਨਹੀਂ। ਪ੍ਰਾਗੈਤਿਹਾਸਿਕ ਮਨੁੱਖ ਦੇ ਪਥਰੀਲੇ ਘਰਾਂ 'ਚ ਉਹ ਕਿਸੇ ਵਿੱਚ ਕਿਤੇ ਵੀ ਲੁਕ ਸਕਦਾ ਹੈ, ਜਿਹੜੇ ਕਿ ਇੱਥੇ ਚਾਰੇ ਪਾਸੇ ਫੈਲੇ ਹੋਏ ਨੇ। ਪਰ ਖਾਣੇ ਦੀ ਦਿੱਕਤ ਹੋਏਗੀ ਉਹਨੂੰ, ਕਿਉਂਕਿ ਉੱਥੇ ਖਾਣ ਲਈ ਕੁਝ ਨਹੀਂ ਹੈ। ਖਾਣੇ ਦਾ ਬੰਦੋਬਸਤ ਕਰਨ ਲਈ ਉਹਨੂੰ ਜੰਗਲੀ ਬੱਕਰੀ ਨੂੰ ਫੜ ਕੇ ਮਾਰਨਾ ਪਏਗਾ। ਇਸ ਲਈ ਇੱਥੇ ਸਾਰੇ ਲੋਕੀ ਇਹੋ ਸੋਚ ਰਹੇ ਹਨ ਕਿ ਉਹ ਇੱਥੋਂ ਕਿਧਰੇ ਬੜੀ ਦੂਰ ਨਿਕਲ ਗਿਆ, ਜਿਸ ਕਰਕੇ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਕਿਸਾਨ ਹੁਣ ਸੁੱਖ ਦੀ ਨੀਂਦ ਸੌਂਦੇ ਹਨ। ਹਵੇਲੀ 'ਚ ਤਾਂ ਖੈਰ ਅਸੀਂ ਹੱਟੇ ਕੱਟੇ 4 ਆਦਮੀ ਹਾਂ ਜੋ ਕਿਸੇ ਵੀ ਪ੍ਰਸਥਿਤੀ ਦਾ ਬੜੇ ਆਰਾਮ ਨਾਲ ਮੁਕਾਬਲਾ ਕਰ ਸਕਦੇ ਹਾਂ। ਪਰ ਮੈਂ ਉਹਨਾਂ ਸਟੇਪਲਟਨ ਭਰਾ ਭੈਣ ਬਾਰੇ ਸੋਚ ਕੇ ਜ਼ਰੂਰ ਥੋੜਾ ਬਹੁਤ ਚਿੰਤਤ ਹੋ ਜਾਣਾ, ਕਿਉਂਕਿ ਉਹ ਕਿਸੇ ਵੀ ਕਿਸਮ ਦੀ ਮਦਦ ਤੋਂ ਮੀਲਾਂ ਦੂਰ ਰਹਿੰਦੇ ਹਨ। ਉੱਥੇ ਇੱਕ ਨੌਕਰਾਣੀ, ਇੱਕ ਬੁੱਢਾ ਨੌਕਰ ਤੇ ਉਹ ਭੈਣ ਭਰਾ ਹੀ ਰਹਿੰਦੇ ਹਨ।
ਭਰਾ ਵੀ ਕੋਈ ਬਹੁਤਾ ਤਕੜਾ ਆਦਮੀ ਨਹੀਂ ਹੈ। ਅਜਿਹੀ ਹਾਲਤ ਵਿੱਚ ਜੇ ਉਹ ਨਾਟਿੰਗਮ ਹਿੱਲ ਦਾ ਖਤਰਨਾਕ ਹਥਿਆਰਾ ਕਦੀ ਉਹਨਾਂ ਦੇ ਘਰ ਵੜ ਗਿਆ ਤਾਂ ਉਹ ਲੋਕ ਤਾਂ ਬਿਲਕੁਲ ਮਜਬੂਰ ਹੋ ਜਾਣਗੇ। ਮੈਂ ਤੇ ਸਰ ਹੈਨਰੀ ਦੋਵੇਂ ਉਹਨਾਂ ਦੀ ਸੁਰੱਖਿਆ ਦੇ ਪ੍ਰਤੀ ਚਿੰਤਤ ਹਾਂ। ਇਸ ਲਈ ਇਹ ਸੋਚਿਆ ਗਿਆ ਕਿ ਹਵੇਲੀ ਸਾਈ ਸਪ੍ਰਿੰਗਸ ਨੂੰ ਉੱਥੇ ਜਾ ਕੇ ਸੌਣਾ ਚਾਹੀਦਾ, ਪਰ ਸਟੇਪਲਟਨ ਇਸ ਲਈ ਕਿਸੇ ਵੀ ਹਾਲਤ ਵਿੱਚ ਤਿਆਰ ਨਹੀਂ ਹੋਇਆ। ਸੱਚ ਤਾਂ ਇਹ ਹੈ ਕਿ ਸਾਡਾ ਨੌਜਵਾਨ ਜਾਗੀਰਦਾਰ ਦੋਸਤ ਉਸ ਖੂਬਸੂਰਤ ਗੁਆਂਢਣ ਵਿੱਚ ਕੁਝ ਵਧੇਰੇ ਦਿਲਚਸਪੀ ਲੈਣ ਲੱਗਿਆ ਤੇ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ ਉਸ ਉਜਾੜ ਇਲਾਕੇ 'ਚ ਉਸ ਵਰਗੇ ਕਿਰਿਆਸ਼ੀਲ ਆਦਮੀ ਦਾ ਸਮਾਂ ਨਹੀਂ ਬੀਤਦਾ ਤੇ ਉਹਦੀ ਗੁਆਂਢਣ ਵਾਕਈ ਇੱਕ ਬੜੀ ਖੂਬਸੂਰਤ ਤੇ ਦਿਲਕਸ਼ ਮੁਟਿਆਰ ਹੈ। ਉਸ ਵਿੱਚ ਕੁਝ ਅਜਿਹੀ ਵਿਲੱਖਣ ਖਿੱਚ ਤੇ ਜੋਸ਼ ਹੈ ਜਿਹੜਾ ਉਹਨੂੰ ਉਹਦੇ ਠੰਡੇ ਤੇ ਭਾਵਹੀਣ ਭਰਾ ਦੇ ਬਿਲਕੁਲ ਉਲਟ ਦਰਸਾਉਂਦਾ ਹੈ। ਇਹਦੇ ਬਾਵਜੂਦ ਇੰਜ ਵੀ ਲੱਗਦਾ ਹੈ ਜਿਵੇਂ ਉਸ ਆਦਮੀ ਅੰਦਰ ਕੋਈ ਜ਼ਬਰਦਸਤ ਅੱਗ ਲੁਕੀ ਹੋਈ ਹੈ। ਸੱਚ ਹੈ ਕਿ ਆਪਣੀ ਭੈਣ ਉੱਤੇ ਉਹਦਾ ਜ਼ਬਰਦਸਤ ਰੋਹਬ ਹੈ, ਕਿਉਂਕਿ ਮੈਂ ਦੇਖਿਆ ਕਿ ਗੱਲ ਕਰਦੀ ਹੋਈ ਵਾਰੀ-ਵਾਰੀ ਉਸ ਵੱਲ ਇਸ ਤਰ੍ਹਾਂ ਵੇਖਦੀ ਰਹੀ ਸੀ ਜਿਵੇਂ ਜੋ ਕੁਝ ਉਹਨੇ ਕਿਹਾ ਉਹ ਉਸ ਬਾਰੇ ਉਹਦੀ ਸਹਿਮਤੀ ਚਾਹੁੰਦੀ ਹੋਵੇ। ਮੈਨੂੰ ਯਕੀਨ ਹੈ ਕਿ ਉਹ ਆਦਮੀ ਉਹਦੇ ਪ੍ਰਤੀ ਕਾਫੀ ਨਰਮ ਵੀ ਹੈ। ਉਹਦੀਆਂ ਅੱਖਾਂ 'ਚ ਇੱਕ ਅਜੀਬ ਕਿਸਮ ਦੀ ਸੁੱਕੀ ਜਿਹੀ ਚਮਕ ਹੈ ਤੇ ਉਹਦੇ ਭਿੱਜੇ ਹੋਏ ਪਤਲੇ ਬੁੱਲਾਂ ਨੂੰ ਵੇਖ ਕੇ ਇੰਜ ਲੱਗਦਾ ਕਿ ਉਹ ਜੇ ਪੂਰੀ ਤਰ੍ਹਾਂ ਨਹੀਂ ਤਾਂ ਕਾਫੀ ਹੱਦ ਤੱਕ ਕਠੋਰ ਸੁਭਾਅ ਦਾ ਆਦਮੀ ਹੈ। ਮੇਰੇ ਵਿਚਾਰ 'ਚ ਉਹ ਤੁਹਾਡੇ ਅਧਿਐਨ ਲਈ ਇੱਕ ਬੇਹੱਦ ਦਿਲਚਸਪ ਨਮੂਨਾ ਹੈ। ਪਹਿਲੇ ਦਿਨ ਹੀ ਉਹ ਹੈਨਰੀ ਬਾਸਕਰਵਿਲੇ ਨੂੰ ਮਿਲਣ ਲਈ ਪਹੁੰਚ ਗਿਆ ਸੀ ਤੇ ਅਗਲੀ ਸਵੇਰ ਉਹ ਸਾਨੂੰ ਉਹ ਜਗ੍ਹਾ ਦਿਖਾਉਣ ਲਈ ਲੈ ਗਿਆ ਜਿੱਥੇ ਉਸ ਦੁਸ਼ਟ ਹਿਊਗੋ ਨਾਲ ਸੰਬੰਧਿਤ ਪਿਸ਼ਾਚ ਕੁੱਤੇ ਦੀ ਵਿਚਿੱਤਰ ਕਹਾਣੀ ਦੀ ਸ਼ੁਰੂਆਤ ਸਮਝੀ ਜਾਂਦੀ ਹੈ। ਉਹ ਜਗ੍ਹਾ ਜੰਗਲ ਦੇ ਵਿਚਕਾਰ ਕਈ ਮੀਲ ਦੀ ਦੂਰੀ ਉੱਤੇ ਅਜਿਹੀ ਉਜਾੜ ਤੇ ਡਰਾਵਨੀ ਜਿਹੀ ਥਾਂ ਸਥਿਤ ਹੈ ਕਿ ਉਹ ਕਹਾਣੀ ਉੱਥੇ ਆਪਣੇ ਆਪ ਵੀ ਉਪਜ ਸਕਦੀ ਹੈ। ਉਸ ਜਗ੍ਹਾ ਸਾਨੂੰ ਖੁਰਦਰੀਆਂ ਚਟਾਨਾਂ ਤੇ ਝਾੜੀਆਂ ਦੇ ਵਿਚਕਾਰ ਇੱਕ ਘਾਟੀ ਜਿਹੀ ਦਿਖਾਈ ਦਿੱਤੀ ਜਿਹੜੀ ਸਾਨੂੰ ਇੱਕ ਘਾਹ ਭਰੇ ਮੈਦਾਨ ਤੱਕ ਲੈ ਗਈ, ਜਿਹਦੇ ਐਨ ਵਿਚਕਾਰ ਜੰਗਲੀ ਘਾਹ ਦੇ ਸਫੈਦ ਧੱਬੇ ਜਿਹੇ ਵੀ ਬਣੇ ਹੋਏ ਸਨ। ਇਹਦੇ ਵਿਚਕਾਰ ਦੋ ਵੱਡੇ ਪੱਥਰ ਖੜੇ ਸਨ ਜਿਨ੍ਹਾਂ ਉੱਤੇ ਸਮੇਂ ਤੇ ਮੌਸਮ ਦੀ ਮਾਰ ਪਤਾ ਨਹੀਂ ਕਿਸ ਅੰਦਾਜ਼ 'ਚ ਪਈ ਸੀ ਕਿ ਉਹ ਬਦਰੰਗ ਤੇ ਅਣਘੜ ਜਿਹੇ ਹੋਣ ਦੇ ਬਾਵਜੂਦ ਆਪਣੇ ਉੱਪਰਲੇ ਸਿਰਿਆਂ ਤੋਂ ਇੰਨੇ ਤਿੱਖੇ ਹੋ ਗਏ ਸਨ ਕਿ ਕਿਸੇ ਵਿਸ਼ਾਲ ਦੇਹ ਵਾਲੇ ਪਿਸ਼ਾਚ ਵਰਗੇ ਭਿਆਨਕ ਜਾਨਵਰ ਦੇ ਖਤਰਨਾਕ ਨੁਕੀਲੇ ਦੰਦਾਂ ਵਰਗੇ ਲੱਗਦੇ ਸਨ। ਖੈਰ ਉਸ ਪੁਰਾਣੀ ਦੁਰਘਟਨਾ ਦੇ ਦ੍ਰਿਸ਼ ਨਾਲ ਪੂਰੀ ਤਰ੍ਹਾਂ ਮੇਲ ਖਾ ਰਹੇ ਸਨ। ਸਰ ਹੈਨਰੀ ਉਸ ਬਾਰੇ ਬੜੇ ਉਤਸੁਕ ਸਨ ਤੇ ਉਹਨਾਂ ਨੇ ਸਟੇਪਲਟਨ ਤੋਂ ਇੱਕ ਵਾਰੀ ਨਹੀਂ ਬਲਕਿ ਕਈ ਵਾਰ ਪੁੱਛਿਆ ਕਿ ਕੀ ਉਹ ਇਸ ਗੱਲ ਤੇ ਵਿਸ਼ਵਾਸ ਕਰਦਾ ਹੈ ਕਿ ਅਲੌਕਿਕ ਸ਼ਕਤੀਆਂ ਮਨੁੱਖ ਦੇ ਕੰਮ 'ਚ ਦਖਲ ਦਿੰਦੀਆਂ ਨੇ। ਸਟੇਪਲਟਨ ਨੇ ਜਵਾਬ ਤਾਂ ਦਿੱਤਾ, ਪਰ ਉਹਦੇ ਧੀਮੇ ਸੁਰ ਤੇ ਅੰਦਾਜ਼ ਤੋਂ ਇਸ ਗੱਲ ਦਾ ਸਾਫ਼ ਪਤਾ ਲੱਗ ਰਿਹਾ ਸੀ ਕਿ ਉਹ ਬੜੀ ਸਾਵਧਾਨੀ ਨਾਲ ਬੋਲ ਰਿਹਾ ਹੈ। ਉਹਦੇ ਜਵਾਬ ਗੋਲਮੋਲ ਸਨ ਤੇ ਅੰਦਾਜ਼ਾ ਲਾਉਣਾ ਕੋਈ ਵਧੇਰੇ ਮੁਸ਼ਕਲ ਕੰਮ ਨਹੀਂ ਸੀ ਕਿ ਉਹ ਜਿੰਨਾ ਕੋਈ ਦੱਸ ਸਕਦਾ ਸੀ ਉਸ ਨਾਲੋਂ ਬੜਾ ਘੱਟ ਦੱਸ ਰਿਹਾ ਹੈ ਤੇ ਉਹ ਬਹੁਤ ਸਾਰੀਆਂ ਗੱਲਾਂ ਸਰ ਹੈਨਰੀ ਬਾਸਕਰਵਿਲੇ ਦੀਆਂ ਭਾਵਨਾਵਾਂ ਦਾ ਖਿਆਲ ਰੱਖ ਕੇ ਨਹੀਂ ਦੱਸ ਰਿਹਾ। ਉਹਨੇ ਸਾਨੂੰ ਕਈ ਅਜਿਹੇ ਕਿੱਸੇ ਸੁਣਾਏ ਜਿਨ੍ਹਾਂ 'ਚ ਖਾਨਦਾਨ ਪੈਸ਼ਾਚਿਕ ਸ਼ਕਤੀਆਂ ਦੁਆਰਾ ਬਰਬਾਦ ਕਰ ਦਿੱਤੇ ਗਏ ਸਨ। ਉਹਦੀਆਂ ਗੱਲਾਂ ਨੇ ਸਾਡੇ ਉੱਤੇ ਇਹੋ ਪ੍ਰਭਾਵ ਛੱਡਿਆ ਕਿ ਉਹ ਇਸ ਮਾਮਲੇ 'ਚ ਜਨਤਾ 'ਚ ਪ੍ਰਚਲਿਤ ਮਾਨਤਾਵਾਂ ਉੱਤੇ ਪੂਰੀ ਤਰ੍ਹਾਂ ਵਿਸ਼ਵਾਸ ਕਰਦਾ ਹੈ। ਵਾਪਸੀ ਵੇਲੇ ਅਸੀਂ ਮੇਰਪਿਟ ਹਾਊਸ 'ਚ ਲੰਚ ਲਈ ਰੁਕੇ ਤੇ ਉਦੋਂ ਸਰ ਹੈਨਰੀ ਤੇ ਮਿਸ ਸਟੇਪਲਟਨ ਦੀ ਆਪਸ 'ਚ ਮੁਲਾਕਾਤ ਹੋਈ। ਜਿਸ ਛਿਣ ਦਾ ਸਰ ਹੈਨਰੀ ਨੇ ਪਹਿਲੀ ਵਾਰੀ ਉਹਨੂੰ ਦੇਖਿਆ ਉਸੇ ਛਿਣ ਦੇ ਉਸ ਵੱਲ ਵਿਸ਼ੇਸ਼ ਤੌਰ ਤੇ ਖਿੱਚਿਆ ਤੇ ਅਜਿਹੇ ਕੁਝ ਹਾਵ ਭਾਵ ਮਿਸ ਸਟੇਪਲਟਨ ਦੇ ਵੀ ਸਨ। ਮੇਰਾ ਪੱਕਾ ਵਿਸ਼ਵਾਸ ਹੈ ਕਿ ਦੋਵੇਂ ਪਾਸੇ ਅੱਗ ਬਰਾਬਰ ਲੱਗੀ ਹੋਈ ਹੋਣ ਵਾਲਾ ਮਾਮਲਾ ਹੀ ਹੈ। ਜਦੋਂ ਅਸੀਂ ਉੱਥੋਂ ਵਾਪਸ ਘਰ ਜਾਣ ਲਈ ਪੈਦਲ ਆ ਰਹੇ ਸੀ ਤਾਂ ਸਰ ਹੈਨਰੀ ਕਿਸੇ ਨਾ ਕਿਸੇ ਬਹਾਨੇ ਸਾਰੇ ਰਸਤੇ ਉਹਦਾ ਜ਼ਿਕਰ ਹੀ ਕਰਦਾ ਰਿਹਾ ਸੀ। ਉਸ ਪਿੱਛੋਂ ਤਾਂ ਕੋਈ ਦਿਨ ਮੁਸ਼ਕਿਲ ਨਾਲ ਲੰਘਿਆ ਹੋਵੇਗਾ ਜਦੋਂ ਉਹਨਾਂ ਭਰਾ ਭੈਣ ਨਾਲ ਕਿਸੇ ਨਾ ਕਿਸੇ ਬਹਾਨੇ ਕੋਈ ਮੁਲਾਕਾਤ ਨਾ ਹੋਈ ਹੋਏ। ਅੱਜ ਉਹ ਇੱਥੇ ਡਿਨਰ ਕਰ ਰਹੇ ਨੇ, ਅਗਲੀ ਵਾਰੀ ਸਾਡੇ ਉਹਨਾਂ ਦੇ ਜਾਣ ਦੀਆਂ ਗੱਲਾਂ ਹੋ ਰਹੀਆਂ ਨੇ। ਕੋਈ ਵੀ ਆਦਮੀ ਹੀ ਸੋਚੇਗਾ ਕਿ ਇਸ ਸੰਬੰਧ ਦਾ ਸਟੇਪਲਟਨ ਖੁਸ਼ੀ ਨਾਲ ਸਵਾਗਤ ਕਰੇਗੀ, ਪਰ ਇਹਦੇ ਬਾਵਜੂਦ ਮੈਂ ਉਸ ਸਮੇਂ ਉਹਦੀਆਂ ਅੱਖਾਂ 'ਚ ਡਾਢੇ ਕੁਸੈਲੇ ਭਾਵ ਉੱਭਰਦੇ ਵੇਖੇ ਜਦੋਂ ਸਰ ਹੈਨਰੀ ਉਹਦੀ ਭੈਣ ਨੂੰ ਮੁਖਾਤਿਬ ਕਰਕੇ ਕੋਈ ਗੱਲ ਕਰ ਰਹੇ ਹੁੰਦੇ ਸੀ। ਕੋਈ ਸ਼ੱਕ ਨਹੀਂ ਉਸ ਆਦਮੀ ਦਾ ਆਪਣੀ ਭੈਣ ਨਾਲ ਬੜਾ ਮੋਹ ਸੀ ਤੇ ਉਹਦੇ ਬਿਨਾਂ ਬਿਲਕੁਲ ਹੀ ਇਕੱਲਾ ਰਹਿ ਜਾਏਗਾ। ਫੇਰ ਵੀ ਉਹਨੂੰ ਹੱਦ ਦਰਜੇ ਦਾ ਸਵਾਰਥੀਪਨ ਤੇ ਨੀਚਤਾ ਹੀ ਕਿਹਾ ਜਾਏਗਾ ਜੋ ਇਸ ਸ਼ਾਨਦਾਰ ਰਿਸ਼ਤੇ ਲਈ ਆਪਣੀ ਭੈਣ ਦੇ ਰਸਤੇ ਦੀ ਰੁਕਾਵਟ ਬਣਦਾ ਹੈ, ਕਿਉਂਕਿ ਮੇਰਾ ਪੱਕਾ ਯਕੀਨ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੋਵਾਂ ਦੀ ਆਪਸੀ ਮੁਲਾਕਾਤ ਪ੍ਰੇਮ ਵੇਲ ਦੇ ਰੂਪ 'ਚ ਵਧੇ ਫੁੱਲੇ। ਇਹ ਗੱਲ ਮੈਂ ਇਸ ਲਈ ਕਹਿ ਰਿਹਾ
ਕਿ ਮੈਂ ਕਈ ਵਾਰ ਉਹਨੂੰ ਇਹ ਕੋਸ਼ਿਸ਼ ਕਰਦਿਆਂ ਵੇਖਿਆ ਕਿ ਉਹ ਆਪਸ ਵਿੱਚ ਕੋਈ ਗੱਲ ਨਾ ਕਰ ਸਕਣ। ਵੈਸੇ ਇਹ ਗੱਲ ਵੀ ਸਹੀ ਹੈ ਕਿ ਤੁਸਾਂ ਜੋ ਸਰ ਹੈਨਰੀ ਨੂੰ ਇਕੱਲਾ ਨਾ ਛੱਡਣ ਦੀ ਹਦਾਇਤ ਮੈਨੂੰ ਦਿੱਤੀ ਸੀ, ਉਹਨੂੰ ਨਿਭਾਉਣਾ ਇਹਨਾਂ ਦੋਵਾਂ ਦਾ ਪ੍ਰੇਮ ਪ੍ਰਵਾਨ ਚੜ੍ਹਨ ਦੀ ਹਾਲਤ 'ਚ ਬੇਹੱਦ ਮੁਸ਼ਕਿਲ ਹੋ ਜਾਏਗਾ ਤੇ ਮੇਰੀਆਂ ਮੁਸ਼ਕਿਲਾਂ 'ਚ ਇੱਕ ਹੋਰ ਮੁਸ਼ਕਿਲ ਦਾ ਵਾਧਾ ਹੋ ਜਾਏਗਾ, ਕਿਉਂਕਿ ਜੇ ਉਹਨਾਂ ਦੀਆਂ ਪ੍ਰੇਮ ਭਰੀਆਂ ਮੁਲਾਕਾਤਾਂ ਦਾ ਸਿਲਸਿਲਾ ਵਧੇਰੇ ਤੇਜ਼ ਹੋਣ ਲੱਗਾ ਤੇ ਮੈਂ ਤੁਹਾਡੀ ਹਦਾਇਤ ਦਾ ਪੂਰੀ ਤਰ੍ਹਾਂ ਪਾਲਣ ਕਰਦਾ ਹੋਇਆ ਹਰ ਸਮੇਂ ਸਰ ਹੈਨਰੀ ਦੇ ਪਿੱਛੇ ਪਰਛਾਵੇਂ ਵਾਂਗ ਲੱਗਿਆ ਰਿਹਾ ਤਾਂ ਮੇਰੀ ਤਾਂ ਮਿੱਟੀ ਪਲੀਤ ਹੋ ਜਾਏਗੀ। ਉਸ ਦਿਨ ਯਾਨੀ ਵੀਰਵਾਰ ਨੂੰ ਡਾਕਟਰ ਮਾਰਟਿਮਰ ਨੇ ਸਾਡੇ ਨਾਲ ਲੰਚ ਕੀਤਾ। ਉਹ ਲੌਂਗਡਾਊਨ ਦੇ ਇਲਾਕੇ 'ਚ ਕਿਸੇ ਟਿੱਲੇ ਦੀ ਖੁਦਾਈ ਕਰ ਰਿਹਾ ਸੀ ਤਾਂ ਉਹਨੂੰ ਪ੍ਰਾਗੈਤਿਹਾਸਿਕ ਮਨੁੱਖ ਦੀ ਇੱਕ ਖੋਪੜੀ ਮਿਲ ਗਈ, ਜਿਸ ਕਰਕੇ ਉਹ ਬੜਾ ਖੁਸ਼ ਸੀ ਤੇ ਆਪਣੇ ਕੰਮ ਦੇ ਪ੍ਰਤੀ ਅਜਿਹੀ ਤਨਦੇਹੀ ਨਾਲ ਸਮਰਪਿਤ ਦੂਜਾ ਆਦਮੀ ਨਹੀਂ ਦੇਖਿਆ। ਇਸ ਮਾਮਲੇ ਵਿੱਚ ਸਟੇਪਲਟਨ ਵੀ ਉਸ ਨਾਲੋਂ ਪਿੱਛੇ ਹੈ। ਸਰ ਹੈਨਰੀ ਦੇ ਕਹਿਣ ਤੇ ਡਾਕਟਰ ਮਾਰਟਿਮਰ ਨੇ ਸਾਨੂੰ ਜਗ੍ਹਾ ਲਿਜਾ ਕੇ ਜਿੱਥੇ ਉਸ ਰਾਤ ਦੁਖਦਾਈ ਹਾਦਸਾ ਹੋਇਆ ਸੀ ਵਿਸਥਾਰ ਨਾਲ ਦੱਸਿਆ ਕਿ ਸਭ ਕੁਝ ਕਿਵੇਂ ਹੋਇਆ। ਇੱਕ ਲੰਮੀ ਮਨਹੂਸ ਜਿਹੀ ਸੜਕ ਹੈ ਜਿਹਦੇ ਦੋਵੇਂ ਪਾਸੇ ਰੁੱਖਾਂ ਤੇ ਘਾਹ ਦੀਆਂ ਪੱਟੀਆਂ ਦੇ ਇਲਾਵਾ ਕੱਟੀਆਂ ਹੋਈਆਂ ਝਾੜੀਆਂ ਦੀਆਂ ਉੱਚੀਆਂ ਕੰਧਾਂ ਵੀ ਹਨ। ਸੜਕ ਦੇ ਅਖੀਰ 'ਚ ਇੱਕ ਪੁਰਾਣਾ ਟੁੱਟੜ ਜਿਹਾ ਸਮਰ ਹਾਊਸ ਵੀ ਹੈ। ਰਸਤੇ ਦੇ ਐਨ ਵਿਚਕਾਰ ਜੰਗਲ ਵਾਲਾ ਉਹ ਗੇਟ ਵੀ ਸੀ ਜਿੱਥੇ ਸਰ ਚਾਰਲਸ ਨੇ ਆਪਣੀ ਸਿਗਾਰ ਦੀ ਸੁਆਹ ਝਾੜੀ ਸੀ। ਇਹ ਚਿੱਟੇ ਰੰਗ ਦੀ ਲੱਕੜ ਦਾ ਇੱਕ ਦਰਵਾਜ਼ਾ ਹੈ ਜਿਹਨੂੰ ਬੰਦ ਕਰਨ ਲਈ ਉਸ 'ਚ ਅਰਲ ਲੱਗੀ ਹੋਈ ਸੀ। ਇਸ ਤੋਂ ਪਰੇ ਦੂਰ ਤੱਕ ਜੰਗਲ ਦਾ ਵਿਸਥਾਰ ਫੈਲਿਆ ਹੋਇਆ ਸੀ। ਮੈਨੂੰ ਉਸ ਸਾਰੇ ਮਾਮਲੇ ਬਾਰੇ ਤੁਹਾਡੀ ਥਿਊਰੀ ਯਾਦ ਆ ਗਈ। ਉਸ ਸਮੇਂ ਮੈਂ ਆਪਣੀ ਕਲਪਨਾ 'ਚ ਉਸ ਘਟਨਾ ਨੂੰ ਸਜੀਵ ਕਰਦਿਆਂ ਹੋਇਆਂ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗਾ ਕਿ ਉਸ ਮਨਹੂਸ ਰਾਤ ਨੂੰ ਉੱਥੇ ਕੀ ਹੋਇਆ ਹੋਏਗਾ। ਜਿਸ ਵੇਲੇ ਗੇਟ ਕੋਲ ਖੜਾ ਉਹ ਬਿਰਧ ਆਦਮੀ ਆਰਾਮ ਨਾਲ ਸਿਗਾਰ ਪੀ ਰਿਹਾ ਸੀ ਤਾਂ ਉਹਨੂੰ ਜੰਗਲ ਵੱਲੋਂ ਕੁਝ ਆਉਂਦਾ ਦਿਖਾਈ ਦਿੱਤਾ। ਜੋ ਕੁਝ ਵੀ ਆਉਂਦਾ ਦਿਖਾਈ ਦਿੱਤਾ ਉਹ ਕੁਝ ਅਜਿਹਾ ਸੀ ਜਿਹਨੂੰ ਦੇਖ ਕੇ ਦਹਿਸ਼ਤ ਦੇ ਮਾਰੇ ਸਰ ਚਾਰਲਸ ਦੇ ਹੋਸ਼ ਹਵਾਸ ਉੱਡ ਗਏ। ਉਹ ਭੈਭੀਤ ਹੋ ਕੇ ਉੱਥੋਂ ਭੱਜੇ ਤੇ ਉਦੋਂ ਤੱਕ ਭੱਜਦੇ ਰਹੇ ਜਦ ਤੱਕ ਕਿ ਭੈ ਦੀ ਆਖਰੀ ਹੱਦ ਕਾਰਨ ਸ਼ਕਤੀ ਮੁੱਕ ਜਾਣ ਕਰਕੇ ਡਿੱਗ ਨਹੀਂ ਪਏ। ਸਾਹਮਣੇ ਉਹ ਲੰਮੀ ਤੇ ਮਨਹੂਸ ਸੁਰੰਗ ਵਰਗੀ ਲੰਮੀ ਸੜਕ ਸੀ ਜਿਸ ਉੱਪਰ ਉਹ ਡਰ ਕੇ ਭੱਜੇ ਸਨ। ਪਰ ਕਿਸ ਚੀਜ਼ ਤੋਂ ਡਰ ਕੇ ਭੱਜੇ ਸਨ? ਕਿਤੇ ਉਹ ਕੋਈ ਜੰਗਲ ਦੇ ਕਿਸੇ ਚਰਵਾਹੇ ਦਾ ਕੁੱਤਾ ਤਾਂ ਨਹੀਂ ਸੀ? ਕਿ ਪੀਲੇ ਚਿਹਰੇ ਤੇ ਤਿੱਖੀਆਂ ਨਜ਼ਰਾਂ ਵਾਲੇ ਬੈਰੀਮੋਰ ਨੇ ਜੋ ਕੁਝ ਦੱਸਿਆ ਉਸ ਨਾਲੋਂ ਵੱਖਰਾ ਕੁਝ ਹੋਰ ਵੀ ਜਾਣਦਾ ਸੀ? ਉਹ ਸਭ ਕੁਝ ਧੁੰਦਲਾ ਤੇ ਅਸਪਸ਼ਟ ਜਿਹਾ ਸੀ, ਪਰ ਫਿਰ ਵੀ ਉਹਦੇ ਪਿੱਛੇ ਕਿਸੇ ਵੱਡੇ ਅਪਰਾਧ ਦਾ ਕਾਲਾ ਪਰਛਾਵਾਂ ਮੰਡਲਾਉਂਦਾ ਹੋਇਆ ਨਜ਼ਰ ਆ ਰਿਹਾ ਸੀ। ਪਿਛਲੀ ਵਾਰੀ ਤੁਹਾਨੂੰ ਖੱਤ ਲਿਖਣ ਪਿੱਛੋਂ ਮੈਂ ਇੱਕ ਹੋਰ ਗੁਆਂਢੀ ਨੂੰ ਮਿਲਿਆ। ਉਹ ਸੀ ਲੈਫਟਰ ਹਾਲ ਵਾਲਾ ਮਿਸਟਰ ਫ੍ਰੈਂਕਲੈਂਡ, ਜਿਹੜਾ ਕਿ ਸਾਡੇ ਦੱਖਣ ਵੱਲ ਤਕਰੀਬਨ 4 ਮੀਲ ਦੀ ਦੂਰੀ ਤੇ ਰਹਿੰਦਾ ਹੈ। ਉਹ ਆਦਮੀ ਕਾਨੂੰਨੀ ਦਾ ਪੇਚਾਂ ਦਾ ਦੀਵਾਨਾ ਤੇ ਮੁਕੱਦਮਿਆਂ ਦੇ ਚੱਕਰ 'ਚ ਬੇਤਹਾਸ਼ਾ ਦੌਲਤ ਬਰਬਾਦ ਕਰ ਚੁੱਕਿਆ ਹੈ। ਉਹ ਸਿਰਫ ਮੁਕੱਦਮਾ ਲੜਨ ਦੇ ਆਪਣੇ ਸ਼ੌਕ ਕਰਕੇ ਮੁਕੱਦਮੇ ਲੜਦਾ ਹੈ ਤੇ ਆਮ ਗੱਲਬਾਤ ਵਿੱਚ ਬਹਿਸਬਾਜ਼ੀ ਕਰਨ ਦਾ ਆਦੀ ਹੈ। ਤੁਸੀਂ ਕਿਸੇ ਗੱਲ ਨੂੰ ਨਾ ਕਹੋ ਤਾਂ ਉਹ ਹਾਂ ਕਹੇਗਾ, ਪਰ ਤੁਸੀਂ ਜੇ ਉਸੇ ਗੱਲ ਨੂੰ ਹਾਂ ਕਹਿਣਾ ਸ਼ੁਰੂ ਕਰ ਦਿਓ ਤਾਂ ਉਹ ਨਾ ਕਹਿਣ ਲੱਗ ਪਏਗਾ। ਯਾਨੀ ਹਰ ਗੱਲ 'ਚ ਉਲਝਣਾ ਤੇ ਮੁਕੱਦਮਾ ਲੜਨ ਲਈ ਤਿਆਰ ਰਹਿਣਾ। ਉਹ ਇਹ ਵੀ ਜਾਣਦਾ ਹੈ ਕਿ ਉਹਦਾ ਇਹ ਸ਼ੌਕ ਬੇਹੱਦ ਖਰਚੀਲਾ ਹੈ, ਫਿਰ ਵੀ ਆਪਣੀ ਆਦਤ ਤੋਂ ਮਜਬੂਰ ਹੈ ਤੇ ਹਰ ਵੇਲੇ ਕਿਸੇ ਨਾ ਕਿਸੇ ਨਾਲ ਪੰਗਾ ਲੈਂਦਾ ਰਹਿੰਦਾ ਹੈ। ਕਦੀ ਉਹ ਰੋਜ਼ਾਨਾ ਆਉਣ ਜਾਣ ਵਾਲੇ ਰਸਤੇ ਨੂੰ ਅਚਾਨਕ ਬੰਦ ਕਰ ਦੇਗਾ ਤੇ ਇਲਾਕੇ ਦੇ ਲੋਕ ਉਹਨੂੰ ਖੋਲ੍ਹਣ ਲਈ ਕਹਿਣਗੇ ਤਾਂ ਉਹਨਾਂ ਦਾ ਵਿਰੋਧ ਕਰੇਗਾ। ਕਦੀ ਉਹ ਆਪਣੇ ਹੱਥੀਂ ਕਿਸੇ ਦੂਜੇ ਆਦਮੀ ਦਾ ਦਰਵਾਜ਼ਾ ਤੋੜ ਕੇ ਸੁੱਟ ਦੇਗਾ ਤੇ ਕਹੇਗਾ ਕਿ ਇੱਥੋਂ ਤਾਂ ਮੁੱਢੋਂ ਹੀ ਰਸਤਾ ਸੀ। ਮਾਲਕ ਦਰਵਾਜ਼ਾ ਲਾਉਣਾ ਚਾਹੇਗਾ ਤਾਂ ਲਾਉਣ ਨਹੀਂ ਦੇਗਾ ਤੇ ਉਸ ਨਾਲ ਮੁਕੱਦਮਾ ਲੜੇਗਾ। ਉਹਨੇ ਜਾਗੀਰਦਾਰੀ ਤੇ ਪੰਚਾਇਤੀ ਅਧਿਕਾਰਾਂ ਬਾਰੇ ਨਵੇਂ ਪੁਰਾਣੇ ਕਾਨੂੰਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਜਿਨ੍ਹਾਂ ਦਾ ਪ੍ਰਯੋਗ ਉਹ ਫਰਨਵਰਥੀ ਪਿੰਡ ਦੇ ਵਾਸੀਆਂ ਦੇ ਪੱਖ ਵਿੱਚ ਤੇ ਕਦੀ ਵਿਰੋਧ 'ਚ ਕਰਦਾ ਹੈ। ਤੇ ਇਹਦਾ ਨਤੀਜਾ ਇਹ ਹੁੰਦਾ ਹੈ ਕਿ ਪਿੰਡ ਵਾਲੇ ਉਹਨੂੰ ਮੋਢਿਆਂ ਉੱਪਰ ਬਿਠਾ ਕੇ ਬੜੇ ਸਨਮਾਨ ਨਾਲ ਗਲੀਆਂ 'ਚ ਜਲੂਸ ਕੱਢਦੇ ਹਨ ਤੇ ਕਦੀ ਚੁਰਾਹੇ ਵਿਚਕਾਰ ਉਹਦਾ ਪੁਤਲਾ ਸਾੜਦੇ ਹਨ। ਅਕਸਰ ਇਹੋ ਸਭ ਉਹਦੇ ਨਵੇਂ ਕਾਰਨਾਮੇ ਦੇ ਆਧਾਰ ਉੱਪਰ ਹੁੰਦਾ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਵੀ ਉਹ 7 ਮੁਕੱਦਮੇ ਲੜ ਰਿਹਾ, ਜਿਹੜੇ ਸ਼ਾਇਦ ਉਹਦੀ ਬਾਕੀ ਬਚੀ ਜਮ੍ਹਾਂ ਪੂੰਜੀ ਵੀ ਨਿਕਲ ਜਾਣਗੇ। ਫਿਰ ਸ਼ਾਇਦ ਉਹਦੀ ਸਾਰੀ ਆਕੜ ਨਿਕਲ ਜਾਏਗੀ ਤੇ ਭਵਿੱਖ 'ਚ ਬਿਲਕੁਲ ਠੁੱਸ ਤੇ ਹਾਨੀ ਰਹਿਤ ਹੋ ਜਾਏਗਾ। ਮੁਕੱਦਮੇਬਾਜ਼ੀ ਦੇ ਇਲਾਵਾ ਬੜਾ ਭਲਾ ਤੇ ਚੰਗੇ ਸੁਭਾਅ ਦਾ ਆਦਮੀ ਲੱਗਦਾ ਹੈ। ਮੈਂ ਉਹਦਾ ਜ਼ਿਕਰ ਇਸ ਲਈ ਕੀਤਾ ਕਿਉਂਕਿ ਤੁਸੀਂ ਮੈਨੂੰ ਵਿਸ਼ੇਸ਼ ਤੌਰ ਤੇ ਹਦਾਇਤ ਦਿੱਤੀ ਸੀ
ਕਿ ਮੈਂ ਆਸੇ-ਪਾਸੇ ਦੇ ਲੋਕਾਂ ਬਾਰੇ ਵੀ ਵੇਰਵੇ ਭੇਜਾਂ। ਅਜੀਬ ਗੱਲ ਤਾਂ ਇਹ ਹੈ ਕਿ ਉਹਦੀ ਖਗੋਲ ਵਿੱਦਿਆ ਵਿੱਚ ਵੀ ਦਿਲਚਸਪੀ ਹੈ ਤੇ ਇੱਕ ਸ਼ੌਕੀਆ ਐਸਟ੍ਰੋਨੋਮਰ ਹੈ। ਉਸ ਕੋਲ ਇੱਕ ਵਧੀਆ ਟੈਲੀਸਕੋਪ ਹੈ ਜਿਸ ਨੂੰ ਉਹਨੇ ਆਪਣੇ ਘਰ ਦੀ ਛੱਤ ਉੱਤੇ ਰੱਖਿਆ ਹੈ। ਉਸ ਰਾਹੀਂ ਉਹ ਸਾਰਾ ਦਿਨ ਜੰਗਲ ਨੂੰ ਇਸ ਉਮੀਦ ਨਾਲ ਦੇਖਦਾ ਰਹਿੰਦਾ ਹੈ ਕਿ ਸ਼ਾਇਦ ਉਸ ਫਰਾਰ ਕੈਦੀ ਦੀ ਕੋਈ ਝਲਕ ਦਿਖਾਈ ਦੇ ਜਾਏ। ਜੇ ਉਹ ਆਪਣਾ ਸਾਰਾ ਧਿਆਨ ਇਸ ਕੰਮ ਉੱਤੇ ਕੇਂਦਰਿਤ ਰੱਖੇ ਤਾਂ ਵੀ ਕੋਈ ਬੁਰਾਈ ਨਹੀਂ, ਪਰ ਇੱਥੇ ਇੰਝ ਸੁਣਨ 'ਚ ਆ ਰਿਹਾ ਹੈ ਕਿ ਉਹ ਡਾਕਟਰ ਮਾਰਟਿਮਰ ਉੱਤੇ ਵੀ ਇੱਕ ਮੁਕੱਦਮਾ ਠੋਕਣ ਜਾ ਰਿਹਾ ਹੈ। ਉਹਨੇ ਬਿਨਾਂ ਇਜਾਜ਼ਤ ਲੌਂਗ ਬੇਰੀ ਦੇ ਇਲਾਕੇ 'ਚ ਇੱਕ ਟਿੱਲੇ ਦੀ ਖੁਦਾਈ ਕਰਕੇ ਕੋਈ ਖੋਪੜੀ ਕੱਢ ਲਈ ਹੈ। ਵੈਸੇ ਉਸ ਆਦਮੀ ਸਦਕਾ ਇੱਥੋਂ ਦੇ ਇੱਕ ਰਸੀ ਜੀਵਨ ਵਿੱਚ ਕੁਝ ਛਿਣ ਹਾਸੇ ਠੱਠੇ ਦੇ ਵੀ ਮਿਲ ਜਾਂਦੇ ਹਨ ਜਿਨ੍ਹਾਂ ਦੀ ਇੱਥੇ ਬੜੀ ਲੋੜ ਹੈ। ਤੇ ਹੁਣ ਜਦੋਂ ਮੈਂ ਉਸ ਫਰਾਰ ਕੈਦੀ ਸਟੈਪਲਟਨ ਭਰਾ ਭੈਣ ਡਾਕਟਰ ਮਾਰਟਿਮਰ ਤੇ ਲੈਫਟਰ ਹਾਲ ਵਾਲੇ ਫਰੈਂਕਲੈਂਡ ਦੀਆਂ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਲਿਖ ਚੁੱਕਿਆ ਤੇ ਮੈਂ ਤੁਹਾਨੂੰ ਸਭ ਤੋਂ ਮਹੱਤਵਪੂਰਨ ਗੱਲ ਦੱਸਦਾ ਜਿਹੜੀ ਕਿ ਬੈਰੀਮੋਰ ਜੋੜੇ ਨਾਲ ਸੰਬੰਧਿਤ ਹੈ। ਖਾਸ ਤੌਰ ਤੇ ਕੱਲ ਰਾਤ ਦਾ ਕਿੱਸਾ ਹੀ ਵਿਚਿੱਤਰ ਹੈਰਾਨ ਕਰ ਦੇਣ ਵਾਲਾ ਸੀ, ਪਰ ਉਹ ਤੋਂ ਵੀ ਪਹਿਲਾਂ ਮੈਂ ਤੁਹਾਨੂੰ ਉਸ ਤਾਰ ਬਾਰੇ ਦੱਸਦਿਆਂ ਜਿਹੜੀ ਤੁਸੀਂ ਲੰਦਨ ਤੋਂ ਇਹ ਪਤਾ ਕਰਾਉਣ ਲਈ ਭੇਜੀ ਸੀ ਕਿ ਬੈਰੀਮੋਰ ਕੀ ਵਾਕਈ ਇੱਥੇ ਸੀ ਜਾਂ ਕਿਤੇ ਹੋਰ ਸੀ। ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਪੋਸਟਮਾਸਟਰ ਦੇ ਬਿਆਨ ਦੇ ਮੁਤਾਬਕ ਸਾਡਾ ਯਤਨ ਪੂਰੀ ਤਰ੍ਹਾਂ ਅਸਫਲ ਹੀ ਰਿਹਾ ਕਿਉਂਕਿ ਸਾਡੇ ਕੋਲ ਇਸ ਗੱਲ ਨੂੰ ਸਾਬਤ ਕਰਨ ਦਾ ਕੋਈ ਸਬੂਤ ਨਹੀਂ ਹੈ ਕਿ ਉੱਥੇ ਹੀ ਸੀ ਜਾਂ ਨਹੀਂ। ਇਹ ਗੱਲ ਮੈਂ ਸਰ ਹੈਨਰੀ ਨੂੰ ਵੀ ਦੱਸੀ ਸੀ ਤੇ ਉਹਨਾਂ ਨੇ ਆਪਣੇ ਉਸੇ ਦਬੰਗ ਅੰਦਾਜ਼ 'ਚ ਫੌਰਨ ਬੈਰੀਮੋਰ ਨੂੰ ਬੁਲਾ ਕੇ ਪੁੱਛਿਆ ਕਿ ਕੀ ਉਹਨੇ ਟੈਲੀਗ੍ਰਾਮ ਖੁਦ ਲਿਆ ਸੀ। ਬੈਰੀਮੋਰ ਨੇ ਹਾਂ 'ਚ ਜਵਾਬ ਦਿੱਤਾ। ਕੀ ਉਸ ਮੁੰਡੇ ਨੇ ਟੈਲੀਗ੍ਰਾਮ ਖੁਦ ਤੁਹਾਡੇ ਹੱਥ ਫੜਾਈ ਸੀ? ਸਰ ਹੈਨਰੀ ਨੇ ਪੁੱਛਿਆ। ਬੈਰੀਮੋਰ ਕੁਝ ਹੈਰਾਨ ਜਿਹਾ ਦਿਖਾਈ ਦਿੱਤਾ, ਫਿਰ ਉਹਨੇ ਥੋੜਾ ਟਾਈਮ ਸੋਚਣ ਵਿੱਚ ਲਾਇਆ। ਜੀ ਨਹੀਂ। ਥੋੜੀ ਦੇਰ ਬਾਅਦ ਉਹਨੇ ਜਵਾਬ ਦਿੱਤਾ, ਮੈਂ ਉਦੋਂ ਉੱਪਰ ਬਾਕਸ ਰੂਮ 'ਚ ਸੀ। ਮੇਰੀ ਪਤਨੀ ਉਹ ਟੈਲੀਗ੍ਰਾਮ ਲੈ ਕੇ ਮੇਰੇ ਕੋਲ ਆਈ ਸੀ। ਕੀ ਉਹਦਾ ਜਵਾਬ ਤੁਸੀਂ ਖੁਦ ਦਿੱਤਾ ਸੀ? ਜੀ ਨਹੀਂ, ਮੈਂ ਆਪਣੀ ਪਤਨੀ ਨੂੰ ਦੱਸ ਦਿੱਤਾ ਸੀ ਕਿ ਕੀ ਜਵਾਬ ਦੇਣਾ ਹੈ। ਉਹਨੇ ਜਾ ਕੇ ਲਿਖ ਦਿੱਤਾ ਸੀ। ਉਹ ਵਿਸ਼ਾ ਉਹਨੇ ਸ਼ਾਮ ਨੂੰ ਦੁਬਾਰਾ ਖੁਦ ਹੀ ਛੇੜਿਆ। ਅੱਜ ਸਵੇਰੇ ਜਿਹੜੇ ਤੁਸੀਂ ਮੈਨੂੰ ਸਵਾਲ ਕੀਤੇ ਸੀ ਸਰ ਹੈਨਰੀ, ਮੈਂ ਉਹਨਾਂ ਦਾ ਮਤਲਬ ਨਹੀਂ ਸਮਝ ਸਕਿਆ। ਉਹ ਬੋਲਿਆ, ਮੈਂ ਸਮਝਦਾ ਕਿ ਉਹਨਾਂ ਦਾ ਇਹ ਮਤਲਬ ਨਹੀਂ ਸੀ ਕਿ ਮੈਂ ਕੋਈ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਕਰਕੇ ਮੇਰੇ ਤੋਂ ਤੁਹਾਡਾ ਵਿਸ਼ਵਾਸ ਟੁੱਟ ਗਿਆ। ਸਰ ਹੈਨਰੀ ਨੇ ਉਹਨੂੰ ਵਿਸ਼ਵਾਸ ਦਿਵਾਇਆ ਕਿ ਅਜਿਹਾ ਕੁਝ ਵੀ ਨਹੀਂ ਤੇ ਆਪਣੇ ਬਹੁਤ ਸਾਰੇ ਪੁਰਾਣੇ ਕੱਪੜੇ ਦੇ ਕੇ ਉਹਨੂੰ ਸ਼ਾਂਤ ਕਰ ਦਿੱਤਾ। ਲੰਦਨ ਵਿੱਚ ਖਰੀਦਿਆ ਸਾਰਾ ਸਮਾਨ ਉਹਨਾਂ ਕੋਲ ਪਹੁੰਚ ਚੁੱਕਿਆ ਸੀ। ਮਿਸਿਸ ਬੈਰੀਮੋਰ ਮੇਰੇ ਲਈ ਉਤਸੁਕਤਾ ਦਾ ਵਿਸ਼ਾ ਸੀ। ਉਹ ਇੱਕ ਭਾਰੇ ਬਦਨ ਦੀ, ਘੱਟ ਬੋਲਣ ਤੇ ਆਦਰਸ਼ਵਾਦੀ ਵਿਚਾਰਾਂ ਵਾਲੀ ਠੋਸ ਕਿਸਮ ਦੀ ਜਨਾਨੀ ਹੈ। ਸ਼ਾਇਦ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿਹੋ ਜਿਹੀ ਭਾਵਹੀਣ ਕਿਸਮ ਦੀ ਜਨਾਨੀ ਹੈ, ਪਰ ਫਿਰ ਵੀ ਜਿਵੇਂ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਇੱਥੇ ਪਹਿਲੀ ਰਾਤ ਨੂੰ ਹੀ ਮੈਂ ਉਹਨੂੰ ਫੁੱਟ-ਫੁੱਟ ਕੇ ਰੋਂਦਿਆਂ ਸੁਣਿਆ ਸੀ। ਉਸ ਪਿੱਛੋਂ ਵੀ ਮੈਂ ਕਈ ਵਾਰ ਉਹਦੇ ਚਿਹਰੇ ਉੱਤੇ ਹੰਝੂਆਂ ਦੇ ਨਿਸ਼ਾਨ ਦੇਖੇ ਸਨ। ਇੰਝ ਲੱਗਦਾ ਜਿਵੇਂ ਕੋਈ ਮਹਾਨ ਦੁੱਖ ਹਰ ਵੇਲੇ ਉਹਦੇ ਦਿਲ ਨੂੰ ਬੁਰੀ ਤਰ੍ਹਾਂ ਬਲੂੰਦਰਦਾ ਰਹਿੰਦਾ ਹੈ। ਕਈ ਵਾਰ ਤਾਂ ਮੈਂ ਸੋਚਦਾ ਕਿ ਕਿਤੇ ਕਿਸੇ ਕਿਸਮ ਦਾ ਕੋਈ ਵੱਡਾ ਅਪਰਾਧ ਬਹੁਤਾ ਉਹਨੂੰ ਪਰੇਸ਼ਾਨ ਨਹੀਂ ਕਰ ਰਿਹਾ। ਇਹਦੇ ਨਾਲ ਹੀ ਕਦੀ-ਕਦੀ ਉਹ ਵਿਚਾਰ ਵੀ ਮਨ 'ਚ ਆਉਂਦਾ ਹੈ ਕਿ ਕਿਤੇ ਬੈਰੀਮੋਰ ਤਾਂ ਕਿਸੇ ਤਾਨਾਸ਼ਾਹ ਪਤੀ ਵਾਂਗ ਇਕਾਂਤ 'ਚ ਉਸ ਨਾਲ ਮਾੜਾ ਵਿਹਾਰ ਤਾਂ ਨਹੀਂ ਕਰਦਾ। ਮੈਨੂੰ ਹਮੇਸ਼ਾ ਇੰਝ ਲੱਗਦਾ ਹੈ ਕਿ ਇਸ ਆਦਮੀ ਦੇ ਚਰਿੱਤਰ 'ਚ ਕੋਈ ਵਿਚਿੱਤਰ ਕਿਸਮ ਦਾ ਗੁੱਝਾ ਰਹੱਸ ਹੈ। ਪਰ ਕੱਲ ਰਾਤ ਦੀ ਘਟਨਾ ਨੇ ਤਾਂ ਮੇਰੇ ਸ਼ੱਕ ਨੂੰ ਹੋਰ ਵੀ ਵੱਧ ਮਜ਼ਬੂਤ ਕਰ ਦਿੱਤਾ ਹੈ। ਵੈਸੇ ਤਾਂ ਆਪਣੇ ਆਪ 'ਚ ਬੜੀ ਸਧਾਰਨ ਜੀ ਗੱਲ ਹੈ। ਤੁਹਾਨੂੰ ਪਤਾ ਹੈ ਕਿ ਮੈਂ ਕੋਈ ਬਹੁਤੀ ਗੂੜੀ ਨੀਂਦ 'ਚ ਸੌਣ ਵਾਲਾ ਆਦਮੀ ਨਹੀਂ ਤੇ ਇਸ ਘਰ 'ਚ ਹਰ ਸਮੇਂ ਸਾਵਧਾਨ ਰਹਿਣ ਕਰਕੇ ਮੈਨੂੰ ਪਹਿਲਾਂ ਨਾਲੋਂ ਵੀ ਕੱਚੀ ਨੀਂਦ ਆਉਂਦੀ ਹੈ। ਪਿਛਲੀ ਰਾਤ ਉਦੋਂ ਸਵੇਰ ਦੇ ਲਗਭਗ 2 ਵਜੇ ਹੋਣਗੇ ਜਦੋਂ ਅਚਾਨਕ ਮੇਰੀ ਅੱਖ ਖੁੱਲ੍ਹ ਗਈ। ਇੰਝ ਲੱਗਿਆ ਸੀ ਜਿਵੇਂ ਕੋਈ ਚੋਰ ਕਦਮਾਂ ਨਾਲ ਮੇਰੇ ਕਮਰੇ ਦੇ ਸਾਹਮਣੇ ਲੰਘਿਆ। ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਬਾਹਰ ਵੇਖਿਆ। ਵਰਾਂਡੇ 'ਚ ਇੱਕ ਲੰਮੀ ਕਾਲੀ ਪਰਛਾਈ ਘਿਸੜਦੀ ਜਿਹੀ ਜਾ ਰਹੀ ਸੀ। ਇਹ ਉਸ ਆਦਮੀ ਦੀ ਪਰਛਾਈ ਸੀ ਜਿਹੜਾ ਹੱਥ ਵਿੱਚ ਮੋਮਬੱਤੀ ਫੜੀ ਦੱਬਵੇਂ ਪੈਰਾਂ ਨਾਲ ਤੁਰ ਰਿਹਾ ਸੀ। ਉਹਨੇ ਪੈਂਟ ਤੇ ਕਮੀਜ਼ ਪਾਈ ਹੋਈ ਸੀ ਤੇ ਪੈਰ ਨੰਗੇ ਸਨ। ਮੈਂ ਪਿੱਛੋਂ ਉਹਦਾ ਸਿਰਫ ਅਕਸ ਹੀ ਦੇਖ ਸਕਿਆ। ਫਿਰ ਵੀ ਉਹਦੇ ਕੱਦ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਉਹ ਬੈਰੀਮੋਰ ਹੀ ਹੈ। ਉਹ ਬੜੀ ਹੌਲੀ-ਹੌਲੀ ਬਿਨਾਂ ਆਵਾਜ਼ ਕੀਤੇ ਤੁਰ ਰਿਹਾ ਸੀ। ਉਹਦੀ ਚਾਲ ਢਾਲ 'ਚ ਇੱਕ ਅਜੀਬ ਜਿਹਾ ਅਪਰਾਧ ਬੋਧ ਤੇ ਚੋਰ ਚਲਾਕੀ ਸੀ ਜਿਹਨੂੰ ਸ਼ਬਦਾਂ ਵਿੱਚ ਸਹੀ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਵਰਾਂਡਾ ਵਿਚਕਾਰੋਂ ਮੁੜ ਕੇ ਇੱਕ ਬੈਲਕਨੀ 'ਚ ਬਦਲ ਜਾਂਦਾ ਹੈ ਜਿਹੜੀ ਹਾਲ ਦੇ ਇਰਦ ਗਿਰਦ ਘੁੰਮਣ ਪਿੱਛੋਂ
ਦੂਜੇ ਸਿਰੇ ਉੱਪਰ ਜਾ ਕੇ ਫਿਰ ਵਰਾਂਡੇ ਦੇ ਰੂਪ 'ਚ ਬਦਲ ਜਾਂਦੀ ਹੈ। ਸੋ ਮੈਂ ਉਦੋਂ ਤੱਕ ਉਡੀਕ ਕੀਤੀ ਜਦੋਂ ਤੱਕ ਕਿ ਉਹ ਘੁੰਮ ਕੇ ਮੇਰੀਆਂ ਨਜ਼ਰਾਂ ਤੋਂ ਓਹਲੇ ਨਹੀਂ ਹੋ ਗਿਆ ਤੇ ਫਿਰ ਮੈਂ ਉਹਦੇ ਪਿੱਛੇ ਲੱਗ ਗਿਆ। ਜਦੋਂ ਤੱਕ ਮੈਂ ਘੁੰਮ ਕੇ ਬਾਲਕਨੀ ਦੇ ਦੂਜੇ ਕਿਨਾਰੇ ਤੱਕ ਪਹੁੰਚਿਆ ਉਦੋਂ ਤੱਕ ਉਹ ਦੂਜੇ ਪਾਸੇ ਵਾਲੇ ਵਰਾਂਡੇ ਦੇ ਸਿਰੇ ਕੋਲ ਪਹੁੰਚ ਚੁੱਕਿਆ ਸੀ ਤੇ ਇੱਕ ਖੁੱਲੇ ਹੋਏ ਦਰਵਾਜ਼ੇ ਰਾਹੀਂ ਮੋਮਬੱਤੀ ਦੇ ਕੰਬਦੇ ਹੋਏ ਚਾਨਣ 'ਚ ਉਹਨੂੰ ਇੱਕ ਕਮਰੇ 'ਚ ਵੜਦਿਆਂ ਦੇਖਿਆ ਜਾ ਸਕਦਾ ਸੀ। ਮੈਨੂੰ ਪਤਾ ਸੀ ਕਿ ਉਹ ਸਾਰੇ ਕਮਰੇ ਬਿਨਾਂ ਕਿਸੇ ਸਾਜੋ ਸਮਾਨ ਦੇ ਬਿਲਕੁਲ ਖਾਲੀ ਪਏ ਹਨ, ਇਸ ਲਈ ਉਹਦਾ ਇੱਕ ਗੁਪਤ ਅਭਿਮਾਨ ਮੇਰੇ ਲਈ ਹੋਰ ਵੀ ਵੱਧ ਰਹੱਸਮਈ ਬਣ ਗਿਆ। ਮੈਂ ਚੁੱਪਚਾਪ ਜਿੰਨਾ ਕੁ ਸੰਭਵ ਹੋ ਸਕਦਾ ਸੀ ਬਿਨਾਂ ਕੋਈ ਆਵਾਜ਼ ਕੀਤੇ ਤੇ ਸਾਵਧਾਨੀ ਨਾਲ ਦਰਵਾਜ਼ੇ ਦੇ ਕਿਨਾਰੇ ਤੇ ਅੰਦਰ ਦੇਖਿਆ। ਬੈਰੀਮੋਰ ਇੱਕ ਖਿੜਕੀ 'ਚ ਕੁਝ ਅਜਿਹੇ ਅੰਦਾਜ਼ ਨਾਲ ਝੁਕਿਆ ਹੋਇਆ ਸੀ ਕਿ ਮੋਮਬੱਤੀ ਨੂੰ ਉਹਨੇ ਉਹਦੇ ਦਰਵਾਜ਼ੇ ਦੀ ਓਟ 'ਚ ਕੀਤਾ ਹੋਇਆ ਸੀ, ਇਸ ਕਰਕੇ ਮੈਂ ਉਹਦੇ ਚਿਹਰੇ ਦਾ ਅੱਧਾ ਹਿੱਸਾ ਸਪਸ਼ਟ ਵੇਖ ਸਕਦਾ ਸੀ। ਉਹਦਾ ਚਿਹਰਾ ਉਸ ਵੇਲੇ ਇੱਕ ਅਜੀਬ ਕਿਸਮ ਦੇ ਤਣਾਅ ਸਦਕਾ ਕੱਸਿਆ ਗਿਆ ਸੀ, ਜਦੋਂ ਆਸ ਭਰੀਆਂ ਨਿਗਾਹਾਂ ਨਾਲ ਜੰਗਲ ਦੇ ਹਨੇਰੇ 'ਚ ਦੇਖ ਰਿਹਾ ਸੀ। ਕੁਝ ਮਿੰਟਾਂ ਤੱਕ ਉਹ ਬੜੀ ਬੇਤਾਬੀ ਨਾਲ ਦੇਖਦਾ ਰਿਹਾ। ਫਿਰ ਉਹਦੇ ਗਲ 'ਚੋਂ ਇੱਕ ਡੂੰਘੀ ਨਿਰਾਸ਼ਾ ਭਰੀ ਆਹ ਨਿਕਲੀ ਤੇ ਬੜੀ ਝੁੰਝਲਾਹਟ ਨਾਲ ਉਹਨੇ ਮੋਮਬੱਤੀ ਬੁਝਾ ਦਿੱਤੀ। ਫੌਰਨ ਹੀ ਮੈਂ ਵਾਪਸ ਪਰਤ ਕੇ ਆਪਣੇ ਕਮਰੇ 'ਚ ਆ ਗਿਆ। ਉਹ ਤੋਂ ਥੋੜ੍ਹੀ ਦੇਰ ਬਾਅਦ ਮੈਨੂੰ ਉਹਨਾਂ ਚੋਰ ਕਦਮਾਂ ਦੀ ਆਵਾਜ਼ ਫੇਰ ਸੁਣਾਈ ਦਿੱਤੀ ਜਿਹੜੇ ਹੁਣ ਵਾਪਸ ਪਰਤ ਰਹੇ ਸਨ। ਕਾਫੀ ਦੇਰ ਬਾਅਦ ਜਦੋਂ ਮੈਂ ਹਲਕੀ ਨੀਂਦ 'ਚ ਡੁੱਬ ਚੁੱਕਿਆ ਸੀ ਮੈਨੂੰ ਕਿਸੇ ਜਿੰਦਰੇ 'ਚ ਚਾਬੀ ਘੁੰਮਣ ਦੀ ਆਵਾਜ਼ ਸੁਣਾਈ ਦਿੱਤੀ, ਪਰ ਮੈਂ ਇਹ ਨਹੀਂ ਦੱਸ ਸਕਦਾ ਕਿ ਜਦੋਂ ਉਹ ਆਵਾਜ਼ ਆਈ ਸੀ ਉਦੋਂ ਸਮਾਂ ਕੀ ਸੀ। ਉਸ ਸਾਰੀ ਘਟਨਾ ਦਾ ਕੀ ਮਤਲਬ ਸੀ ਮੈਨੂੰ ਨਹੀਂ ਪਤਾ, ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਮਨਹੂਸ ਹਵੇਲੀ 'ਚ ਜ਼ਰੂਰ ਕੋਈ ਗੁਪਤ ਵਪਾਰ ਚੱਲ ਰਿਹਾ ਜਿਹਦੇ ਰਹੱਸ ਦਾ ਅਸੀਂ ਦੇਰ ਸਵੇਰ ਪਤਾ ਲਾ ਹੀ ਲਵਾਂਗੇ। ਇਸ ਬਾਰੇ ਮੇਰੀ ਆਪਣੀ ਥਿਊਰੀ ਕੀ ਹੈ ਉਹਦੀ ਮੈਂ ਇੱਥੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਮੈਨੂੰ ਸਿਰਫ ਤੱਥ ਇਕੱਠੇ ਕਰਨ ਲਈ ਭੇਜਣ ਲਈ ਕਿਹਾ ਹੈ। ਮੈਂ ਇਸ ਵਿਸ਼ੇ ਤੇ ਸਰ ਹੈਨਰੀ ਨਾਲ ਵੀ ਵਿਸਥਾਰ ਨਾਲ ਗੱਲ ਕੀਤੀ ਤੇ ਰਾਤ ਜੋ ਕੁਝ ਵੀ ਮੈਂ ਦੇਖਿਆ ਉਹਦੇ ਆਧਾਰ ਤੇ ਅਸੀਂ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਹੈ। ਉਸ ਬਾਰੇ ਵੀ ਫਿਲਹਾਲ ਹਾਲੇ ਮੈਂ ਕੁਝ ਨਹੀਂ ਲਿਖ ਰਿਹਾ, ਪਰ ਮੈਨੂੰ ਯਕੀਨ ਹੈ ਕਿ ਮੇਰੀ ਅਗਲੀ ਰਿਪੋਰਟ 'ਚ ਤੁਹਾਡੇ ਪੜ੍ਹਨ ਲਈ ਕਾਫੀ ਦਿਲਚਸਪ ਮਸਾਲਾ ਹੋਏਗਾ। ਧੰਨਵਾਦ। 9ਵਾਂ ਕਾਂਡ, ਡਾਕਟਰ ਵਾਟਸਨ ਦੀ ਦੂਜੀ ਰਿਪੋਰਟ। ਜੰਗਲ ਤੇ ਰੋਸ਼ਨੀ, ਬਾਸਕਰਵਿਲੇ ਹਾਲ, 15 ਅਕਤੂਬਰ। ਮਾਈ ਡੀਅਰ ਹੋਮਸ, ਜੇ ਮੈਂ ਸ਼ੁਰੂ ਦੇ ਦਿਨਾਂ 'ਚ ਆਪਣੀ ਇੱਥੋਂ ਦੀ ਮੁਹਿੰਮ ਬਾਰੇ ਕੋਈ ਖਾਸ ਰਿਪੋਰਟ ਨਹੀਂ ਭੇਜ ਸਕਿਆ ਤਾਂ ਇਹ ਗੱਲ ਤਾਂ ਤੁਹਾਨੂੰ ਮੰਨਣੀ ਪਏਗੀ ਕਿ ਉਹਦੀ ਕਮੀ ਹੁਣ ਤੇਜ਼ੀ ਨਾਲ ਪੂਰੀ ਕਰ ਰਿਹਾ। ਇਸ ਵਾਰੀ ਘਟਨਾਵਾਂ ਵੀ ਸਾਡੇ ਨਾਲ ਕਾਫੀ ਤੇਜ਼ੀ ਨਾਲ ਵਾਪਰ ਰਹੀਆਂ ਹਨ। ਆਪਣੀ ਪਿਛਲੀ ਰਿਪੋਰਟ 'ਚ ਮੈਂ ਬੈਰੀਮੋਰ ਦੀ ਖਿੜਕੀ ਵਾਲੀ ਘਟਨਾ ਬਾਰੇ ਲਿਖਿਆ ਸੀ। ਹੁਣ ਮੇਰੇ ਕੋਲ ਇੰਨਾ ਮਸਾਲਾ ਹੈ ਕਿ ਮੈਂ ਜੇ ਗਲਤੀ ਉੱਤੇ ਨਹੀਂ ਆ ਤਾਂ ਤੁਸੀਂ ਵਾਕਈ ਹੈਰਾਨ ਰਹਿ ਜਾਓਗੇ। ਘਟਨਾਵਾਂ ਨੇ ਅਜਿਹਾ ਮੋੜ ਲਿਆ ਕਿ ਮੈਂ ਸੋਚ ਵੀ ਨਹੀਂ ਸਕਦਾ। ਕਾਫੀ ਹੱਦ ਤੱਕ ਉਹ ਪਿਛਲੇ 48 ਘੰਟਿਆਂ 'ਚ ਉਮੀਦ ਨਾਲੋਂ ਵਧੇਰੇ ਸਪਸ਼ਟ ਵੀ ਹੋਈਆਂ ਤੇ ਇਹਦੇ ਨਾਲ ਹੀ ਕਾਫੀ ਹੱਦ ਤੱਕ ਉਲਝ ਵੀ ਗਈਆਂ ਨੇ, ਪਰ ਮੈਂ ਸਭ ਕੁਝ ਵਿਸਥਾਰ ਨਾਲ ਦੱਸ ਰਿਹਾ ਤਾਂ ਕਿ ਤੁਸੀਂ ਖੁਦ ਹੀ ਫੈਸਲਾ ਕਰ ਸਕੋ। ਅਗਲੀ ਸਵੇਰ ਨਾਸ਼ਤੇ ਤੋਂ ਬਾਅਦ ਮੈਂ ਵਰਾਂਡੇ 'ਚ ਹੁੰਦਾ ਹੋਇਆ ਉਸ ਕਮਰੇ ਦਾ ਨਿਰੀਖਣ ਕਰਨ ਪਹੁੰਚਿਆ ਜਿਸ 'ਚ ਪਿਛਲੀ ਰਾਤ ਬੈਰੀਮੋਰ ਗਿਆ ਸੀ। ਪੱਛਮ ਵਾਲੇ ਪਾਸੇ ਵਾਲੀ ਖਿੜਕੀ ਜਿਸ ਵਿੱਚ ਉਹ ਇੰਨੀ ਬੇਤਾਬੀ ਨਾਲ ਝਾਕ ਰਿਹਾ ਸੀ ਬਾਰੇ ਮੈਂ ਇੱਕ ਖਾਸ ਗੱਲ ਨੋਟ ਕੀਤੀ ਕਿ ਉਹ ਘਰ ਦੀਆਂ ਹੋਰ ਖਿੜਕੀਆਂ ਦੇ ਮੁਕਾਬਲੇ ਅਜਿਹੀ ਜਗ੍ਹਾ ਬਣੀ ਹੋਈ ਸੀ ਜਿੱਥੋਂ ਜੰਗਲ ਕਾਫੀ ਸਪਸ਼ਟ ਤੇ ਥੋੜਾ ਨੇੜਿਓਂ ਦੇਖਿਆ ਜਾ ਸਕਦਾ ਸੀ। ਉਹਦੇ ਸਾਹਮਣੇ ਦੋ ਰੁੱਖਾਂ ਵਿਚਕਾਰ ਇੰਨੀ ਖੁੱਲੀ ਜਗ੍ਹਾ ਸੀ ਕਿ ਜੰਗਲ ਨੂੰ ਕਾਫੀ ਵਿਸਥਾਰ ਨਾਲ ਦੇਖਿਆ ਜਾ ਸਕਦਾ ਸੀ, ਜਦ ਕਿ ਦੂਜੀ ਕਿਸੇ ਖਿੜਕੀ ਵਿੱਚੋਂ ਇੰਨੇ ਸਾਫ਼ ਤੇ ਸਿੱਧੇ ਸੁਖਾਲੇ ਢੰਗ ਨਾਲ ਨਹੀਂ ਸੀ ਦੇਖਿਆ ਜਾ ਸਕਦਾ। ਇਸ ਲਈ ਇਹ ਸਮਝਿਆ ਜਾ ਸਕਦਾ ਹੈ ਕਿ ਬੈਰੀਮੋਰ ਦਾ ਉਦੇਸ਼ ਸਿਰਫ ਇਸੇ ਖਿੜਕੀ ਰਾਹੀਂ ਹੱਲ ਹੋ ਸਕਦਾ ਸੀ ਤੇ ਉਹ ਪੱਕੇ ਤੌਰ ਤੇ ਕਿਸੇ ਖਾਸ ਵਸਤੂ ਜਾਂ ਆਦਮੀ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਰਾਤ ਇੰਨੀ ਕਾਲੀ ਤੇ ਹਨੇਰੀ ਸੀ ਕਿ ਮੇਰੀ ਸਮਝ 'ਚ ਇਹ ਨਹੀਂ ਆ ਰਿਹਾ ਸੀ ਕਿ ਉਹ ਕਿਸੇ ਨੂੰ ਦੇਖਣ ਦੀ ਆਸ ਵੀ ਕਿਵੇਂ ਕਰ ਸਕਦਾ ਹੈ। ਇਹ ਗੱਲ ਮੇਰੇ ਦਿਮਾਗ 'ਚ ਆਈ ਸੀ ਕਿ ਕਿਤੇ ਕਿਸੇ ਕਿਸਮ ਦਾ ਗੁਪਤ ਪ੍ਰੇਮ ਪ੍ਰਸੰਗ ਦਾ ਮਾਮਲਾ ਤਾਂ ਨਹੀਂ ਹੈ। ਉਹਦੀਆਂ ਚੋਰਾਂ ਵਰਗੀਆਂ ਹਰਕਤਾਂ ਤੇ ਉਹਦੀ ਪਤਨੀ ਦੀ ਪਰੇਸ਼ਾਨੀ ਦੇ ਪਿੱਛੇ ਇੱਕ ਕਾਰਨ ਵੀ ਹੋ ਸਕਦਾ ਹੈ। ਵੈਸੇ ਵੀ ਉਹ ਆਦਮੀ ਦਿਲਕਸ਼ ਹੈ ਤੇ ਉਹਦੀ ਸਰੀਰਕ ਕਾਠੀ ਵੀ ਅਜਿਹੀ ਹੈ ਕਿ ਉਹ ਕਿਸੇ ਵੀ ਪਿੰਡ ਦੀ ਗੋਰੀ ਦਾ ਦਿਲ ਚੁਰਾ ਸਕਦਾ ਹੈ। ਮੈਂ ਸਮਝਦਾ ਕਿ ਇਸ ਥਿਊਰੀ ਨਾਲ ਉਹਦੀਆਂ ਗੁਪਤ ਗਤੀਵਿਧੀਆਂ ਤੇ ਉਹਦੀ ਪਤਨੀ ਦੇ ਰੋਣ ਧੋਣ ਦਾ ਜਵਾਬ ਮਿਲ ਜਾਂਦਾ ਹੈ। ਰਹੀ ਗੱਲ ਆਪਣੇ ਕਮਰੇ 'ਚ ਵਾਪਸ ਆਉਣ ਤੋਂ ਬਾਅਦ ਜਿਹੜੀ ਮੈਂ ਕਿਸੇ ਦਰਵਾਜ਼ੇ ਦੇ ਖੁੱਲਣ ਦੀ ਆਵਾਜ਼ ਸੁਣੀ ਸੀ, ਉਹਦਾ ਕਾਰਨ ਇਹ ਹੋ ਸਕਦਾ ਹੈ ਕਿ ਉਹ ਆਪਣੇ ਇਸ ਪ੍ਰੇਮ ਪ੍ਰਸੰਗ ਦੇ ਸਿਲਸਿਲੇ 'ਚ ਕਿਸੇ ਨੂੰ ਮਿਲਣ ਲਈ ਗਿਆ ਹੋਵੇਗਾ।
ਅਗਲੀ ਸਵੇਰ ਸਭ ਕੁਝ ਦੇਖਣ ਪਰਖਣ ਤੇ ਸੋਚਣ ਵਿਚਾਰਨ ਤੋਂ ਮਗਰੋਂ ਮੈਂ ਇਸ ਨਤੀਜੇ ਉੱਤੇ ਪਹੁੰਚਿਆ ਤੇ ਇਹ ਗੱਲ ਸਪਸ਼ਟ ਹੋ ਗਈ ਕਿ ਮੈਂ ਉਹਨਾਂ ਗੱਲਾਂ ਦਾ ਪੂਰਾ ਸਪਸ਼ਟੀਕਰਨ ਕਰਨ ਤੱਕ ਉਹਨਾਂ ਨੂੰ ਸਿਰਫ ਆਪਣੇ ਤੱਕ ਹੀ ਸੀਮਤ ਰੱਖਦਾ। ਮੈਂ ਨਾਸ਼ਤੇ ਪਿੱਛੋਂ ਆਪਣੇ ਜਵਾਨ ਜਾਗੀਰਦਾਰ ਦੋਸਤ ਨੂੰ ਸਟੱਡੀ ਰੂਮ 'ਚ ਜਾ ਕੇ ਮਿਲਿਆ ਤੇ ਉਹਨੂੰ ਸਾਰਾ ਕਿੱਸਾ ਦੱਸਿਆ ਕਿ ਰਾਤ ਮੈਂ ਕੀ ਕੁਝ ਦੇਖਿਆ ਸੀ। ਉਹ ਮੇਰੀ ਆਸ ਦੇ ਉਲਟ ਵਧੇਰੇ ਹੈਰਾਨ ਨਹੀਂ ਹੋਇਆ। ਮੈਨੂੰ ਪਤਾ ਹੈ ਕਿ ਬੈਰੀਮੋਰ ਰਾਤਾਂ ਨੂੰ ਘੁੰਮਦਾ ਹੈ, ਇਸ ਬਾਰੇ ਮੈਂ ਉਸ ਨਾਲ ਗੱਲ ਵੀ ਕਰਨਾ ਚਾਹੁੰਦਾ ਸੀ। ਉਹ ਬੋਲਿਆ, 2-3 ਵਾਰੀ ਮੈਂ ਉਹਦੇ ਵਰਾਂਡੇ 'ਚ ਆਉਂਦੇ ਜਾਂਦੇ ਕਦਮਾਂ ਦੀਆਂ ਆਵਾਜ਼ਾਂ ਸੁਣੀਆਂ ਨੇ, ਐਨ ਉਸ ਸਮੇਂ ਦੇ ਆਸੇ-ਪਾਸੇ ਜਿਹੜਾ ਕਿ ਤੁਸੀਂ ਦੱਸਿਆ। ਇਹਦਾ ਮਤਲਬ ਤਾਂ ਇਹ ਹੈ ਕਿ ਉਹ ਹਰ ਰਾਤ ਹੀ ਉਹ ਖਾਸ ਖਿੜਕੀ ਕੋਲ ਜਾਂਦਾ। ਮੈਂ ਕਿਹਾ, ਸ਼ਾਇਦ ਜਾਂਦਾ ਹੋਏ। ਜੇ ਇੰਝ ਹੈ ਤਾਂ ਸਾਨੂੰ ਉਹਦਾ ਪਿੱਛਾ ਕਰਨਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈ ਕਿ ਆਖਰ ਉਹ ਕਿਸ ਚੱਕਰ 'ਚ। ਮੈਂ ਸੋਚ ਰਿਹਾ ਕਿ ਜੇ ਤੁਹਾਡਾ ਦੋਸਤ ਹੋਮਸ ਇੱਥੇ ਹੁੰਦਾ ਤਾਂ ਕੀ ਕਰਦਾ। ਮੇਰਾ ਖਿਆਲ ਹੈ ਕਿ ਉਹ ਬਿਲਕੁਲ ਉਹੀ ਕਰਦੇ ਜੋ ਹੁਣੇ ਤੁਸੀਂ ਕਿਹਾ। ਮੈਂ ਕਿਹਾ, ਉਹ ਬੈਰੀਮੋਰ ਦਾ ਪਿੱਛਾ ਕਰਦਾ ਤੇ ਦੇਖਦਾ ਕਿ ਉਹ ਕਰਦਾ ਕੀ ਹੈ। ਫਿਰ ਤਾਂ ਸਾਨੂੰ ਦੋਵਾਂ ਨੂੰ ਵੀ ਉਹੀ ਕਰਨਾ ਚਾਹੀਦਾ, ਪਰ ਉਹਨੂੰ ਸਾਡਾ ਪਤਾ ਲੱਗ ਜਾਏਗਾ। ਉਹ ਆਦਮੀ ਸ਼ਾਇਦ ਕੁਝ ਘੱਟ ਸੁਣਦਾ ਹੈ, ਵੈਸੇ ਵੀ ਇਹ ਖਤਰਾ ਸਾਨੂੰ ਲੈਣਾ ਹੀ ਪਏਗਾ। ਅੱਜ ਰਾਤ ਅਸੀਂ ਦੋਵੇਂ ਮੇਰੇ ਕਮਰੇ 'ਚ ਬੈਠ ਕੇ ਉਹਦੇ ਲੰਘਣ ਦੀ ਉਡੀਕ ਕਰਾਂਗੇ। ਸਰ ਹੈਨਰੀ ਨੇ ਆਪਣੇ ਹੱਥ ਬੇਚੈਨੀ ਨਾਲ ਰਗੜਦਿਆਂ ਹੋਇਆਂ ਕਿਹਾ। ਉਹਦੀ ਖੁਸ਼ੀ ਲੁਕਾਈ ਨਹੀਂ ਸੀ ਲੁਕ ਰਹੀ। ਸਾਫ਼ ਜ਼ਾਹਰ ਕਿ ਉਹ ਉਸ ਜੰਗਲ ਦੀ ਸ਼ਾਂਤ ਤੇ ਇੱਕ ਰਸੀ ਜ਼ਿੰਦਗੀ 'ਚ ਉਸ ਰੋਮਾਂਚ ਦੇ ਮੌਕੇ ਦਾ ਸਵਾਗਤ ਕਰਨ ਲਈ ਬੇਕਰਾਰ ਸੀ। ਵੈਸੇ ਤੁਹਾਨੂੰ ਮੈਂ ਇਸੇ ਦੌਰਾਨ ਇਹ ਵੀ ਦੱਸਦੀ ਹਾਂ ਕਿ ਸਰ ਹੈਨਰੀ ਬਾਸਕਰਵਿਲੇ ਦਾ ਲੰਦਨ ਦੇ ਉਸ ਆਰਕੀਟੈਕਟ ਜਿਹਨੇ ਕਿ ਸਰ ਚਾਰਲਸ ਲਈ ਉੱਥੋਂ ਦਾ ਨਕਸ਼ਾ ਬਣਾਇਆ ਸੀ ਤੇ ਉੱਥੇ ਉਸਾਰੀ ਕਰਨ ਵੇਲੇ ਵਾਲੇ ਠੇਕੇਦਾਰ ਨਾਲ ਸਲਾਹ ਮਸ਼ਵਰਾ ਸ਼ੁਰੂ ਹੋ ਚੁੱਕਾ ਸੀ ਤੇ ਸਾਨੂੰ ਜਲਦੀ ਇੱਥੇ ਬਹੁਤ ਸਾਰੇ ਪਰਿਵਰਤਨ ਦਿਖਾਈ ਦੇਣਗੇ। ਪਲਾਈਮਾਊਥ ਦੇ ਫਰਨੀਚਰ ਬਣਾਉਣ ਦੇ ਸਜਾਵਟ ਕਰਨ ਵਾਲਿਆਂ ਨੂੰ ਬੁਲਾਇਆ ਜਾ ਰਿਹਾ ਚੁੱਕਾ ਸੀ ਤੇ ਸਾਬਤ ਹੋ ਚੁੱਕਾ ਸੀ ਕਿ ਸਾਡੇ ਇਸ ਨੌਜਵਾਨ ਜਾਗੀਰਦਾਰ ਦੋਸਤ ਦੇ ਦਿਮਾਗ 'ਚ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਵਿਚਾਰ ਘੁੰਮ ਰਹੇ ਨੇ ਤੇ ਉਹ ਆਪਣੇ ਖਾਨਦਾਨ ਦੇ ਪ੍ਰਾਚੀਨ ਗੌਰਵ ਤੇ ਸ਼ਾਨੋ ਸ਼ੌਕਤ ਨੂੰ ਮੁੜ ਬਹਾਲ ਕਰਨ 'ਚ ਕਿਸੇ ਕਿਸਮ ਦੀ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਗਾ, ਕਿਉਂਕਿ ਉਸ ਕੋਲ ਨਾ ਪੈਸੇ ਦੀ ਕਮੀ ਹੈ ਤੇ ਨਾ ਇੱਛਾ ਸ਼ਕਤੀ ਦੀ। ਇਮਾਰਤ ਦੇ ਨਿਰਮਾਣ ਪਿੱਛੋਂ ਜਦੋਂ ਇਸ ਘਰ ਦੀ ਸਜਾਵਟ ਪੂਰੀ ਹੋ ਜਾਏਗੀ ਤਾਂ ਫਿਰ ਬਸ ਇੱਥੇ ਸਿਰਫ ਇੱਕੋ ਚੀਜ਼ ਦੀ ਕਮੀ ਰਹਿ ਜਾਏਗੀ, ਅਜਿਹੀ ਕਮੀ ਜਿਹਨੂੰ ਸਿਰਫ ਇੱਕ ਪਤਨੀ ਪੂਰੀ ਕਰ ਸਕਦੀ ਹੈ। ਤੇ ਇਹ ਸਾਡੇ ਦੋਵਾਂ ਵਿਚਕਾਰ ਰਾਜ਼ ਦੀ ਗੱਲ ਹੀ ਰਹੇ ਕਿ ਜੇ ਉਹ ਸੁੰਦਰ ਮੁਟਿਆਰ ਤਿਆਰ ਹੋ ਜਾਏ ਤਾਂ ਇਹ ਕਮੀ ਵੀ ਨਹੀਂ ਰਹੇਗੀ, ਕਿਉਂਕਿ ਮੈਂ ਅੱਜ ਤੱਕ ਕੋਈ ਅਜਿਹਾ ਆਦਮੀ ਨਹੀਂ ਵੇਖਿਆ ਜਿਹੜਾ ਕਿਸੇ ਔਰਤ ਦੇ ਪ੍ਰਤੀ ਏਡੀ ਬੁਰੀ ਤਰ੍ਹਾਂ ਖਿੱਚਿਆ ਗਿਆ ਹੋਵੇ ਜਿੰਨਾ ਕਿ ਸਾਡਾ ਇਹ ਜਾਗੀਰਦਾਰ ਦੋਸਤ ਆਪਣੀ ਖੂਬਸੂਰਤ ਗੁਆਂਢਣ ਮਿਸ ਸਟੇਪਲਟਨ ਵੱਲ। ਪਰ ਫਿਰ ਵੀ ਪ੍ਰੇਮ ਦੀ ਇਹ ਧਾਰ ਉਹਨੇ ਸਹਿਜ ਭਾ ਨਹੀਂ ਵਹਿ ਰਹੀ ਜਿਵੇਂ ਕਿ ਇਹਨਾਂ ਪ੍ਰਸਥਿਤੀਆਂ 'ਚ ਆਸ ਕੀਤੀ ਜਾ ਸਕਦੀ ਸੀ। ਉਦਾਹਰਨ ਦੇ ਤੌਰ ਤੇ ਅੱਜ ਹੀ ਉਹਦੀ ਸਤ੍ਹਾ ਉੱਤੇ ਇੱਕ ਅਜਿਹੀ ਅਸਪਸ਼ਟ ਜਿਹੀ ਲਹਿਰ ਉਛਲੀ ਜਿਸ ਕਰਕੇ ਸਾਡਾ ਦੋਸਤ ਸ਼ੱਕ ਦੇ ਭੰਵਰ 'ਚ ਫਸ ਕੇ ਦੁਖੀ ਜਿਹਾ ਹੋ ਗਿਆ। ਬੈਰੀਮੋਰ ਬਾਰੇ ਹੋਈ ਸਾਡੀ ਗੱਲਬਾਤ ਤੋਂ ਬਾਅਦ, ਜਿਹਦਾ ਕਿ ਮੈਂ ਉੱਤੇ ਜ਼ਿਕਰ ਕਰ ਚੁੱਕਿਆ, ਸਰ ਹੈਨਰੀ ਨੇ ਆਪਣਾ ਹੈਟ ਲਿਆ ਤੇ ਬਾਹਰ ਜਾਣ ਲਈ ਤਿਆਰ ਹੋ ਗਿਆ। ਸੁਭਾਵਕ ਹੀ ਮੈਂ ਵੀ ਉੱਠ ਖੜਾ ਹੋਇਆ। ਕਿ ਤੁਸੀਂ ਵੀ ਮੇਰੇ ਨਾਲ ਚੱਲ ਰਹੇ ਹੋ ਵਾਟਸਨ? ਉਹਨੇ ਮੇਰੇ ਵੱਲ ਵਚਿੱਤਰ ਨਿਗਾਹਾਂ ਨਾਲ ਦੇਖਦਿਆਂ ਪੁੱਛਿਆ। ਇਹ ਤਾਂ ਇਸ ਗੱਲ ਤੇ ਨਿਰਭਰ ਕਰਦਾ ਕਿ ਤੁਸੀਂ ਜੰਗਲ ਵੱਲ ਜਾ ਰਹੇ ਹੋ ਜਾਂ ਕਿਸੇ ਹੋਰ ਪਾਸੇ, ਮੈਂ ਜਵਾਬ ਦਿੱਤਾ। ਹਾਂ, ਮੈਂ ਉੱਧਰ ਹੀ ਜਾ ਰਿਹਾ। ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੈਨੂੰ ਕੀ ਹਦਾਇਤ ਦਿੱਤੀ ਗਈ ਹੈ। ਮੈਨੂੰ ਅਫਸੋਸ ਹੈ ਕਿ ਮੈਂ ਬੇਮਤਲਬ ਕਬਾਬ 'ਚ ਹੱਡੀ ਬਣ ਰਿਹਾ, ਪਰ ਤੁਸੀਂ ਸੁਣਿਆ ਹੀ ਹੈ ਕਿ ਹੋਮਸ ਨੇ ਕਿਸ ਤਰ੍ਹਾਂ ਜ਼ੋਰ ਦੇ ਕੇ ਮੈਨੂੰ ਕਿਹਾ ਸੀ ਕਿ ਮੈਂ ਕਿਸੇ ਵੀ ਹਾਲਤ 'ਚ ਤੁਹਾਨੂੰ ਇਕੱਲਿਆਂ ਬਾਹਰ ਨਾ ਜਾਣ ਦਿਆਂ, ਖਾਸ ਤੌਰ ਤੇ ਉਦੋਂ ਤਾਂ ਬਿਲਕੁਲ ਵੀ ਨਹੀਂ ਜਦੋਂ ਤੁਸੀਂ ਜੰਗਲ ਵੱਲ ਜਾ ਰਹੇ ਹੋ। ਸਰ ਹੈਨਰੀ ਬੜੀ ਆਪਣਤ ਨਾਲ ਮੇਰੇ ਮੋਢੇ ਤੇ ਹੱਥ ਰੱਖ ਕੇ ਮੁਸਕਰਾਏ। ਮੇਰੇ ਪਿਆਰੇ ਦੋਸਤ, ਉਹਨਾਂ ਹੌਲੀ ਜਿਹੀ ਕਿਹਾ, ਮੰਨਿਆ ਕਿ ਹੋਮਸ ਇੱਕ ਬੜਾ ਹੀ ਬੁੱਧੀਮਾਨ ਆਦਮੀ ਹੈ, ਪਰ ਉਹਨਾਂ ਸਾਰੀਆਂ ਗੱਲਾਂ ਨੂੰ ਪਹਿਲਾਂ ਹੀ ਤਾਂ ਨਹੀਂ ਜਾਣ ਸਕਦਾ ਸੀ ਜਿਹੜੀਆਂ ਮੇਰੇ ਇੱਥੇ ਜੰਗਲ 'ਚ ਆਉਣ ਤੋਂ ਬਾਅਦ ਹੋਈਆਂ। ਮੇਰੀ ਗੱਲ ਨੂੰ ਸਮਝ ਗਏ ਹੋ ਨਾ ਤੁਸੀਂ ਕਿ ਮੈਂ ਕੀ ਕਹਿਣਾ ਚਾਹੁੰਦਾ? ਮੈਨੂੰ ਯਕੀਨ ਹੈ ਕਿ ਤੁਸੀਂ ਦੁਨੀਆ ਦੇ ਆਖਰੀ ਆਦਮੀ ਹੋਵੋਗੇ ਜੇ ਕਿਸੇ ਦੀ ਖੇਡ ਖਰਾਬ ਕਰਨੀ ਚਾਹੋਗੇ। ਮੈਂ ਇਕੱਲਾ ਹੀ ਬਾਹਰ ਜਾਣਾ ਚਾਹੁੰਦਾ। ਮੈਂ ਅਜੀਬ ਜਿਹੇ ਧਰਮ ਸੰਕਟ 'ਚ ਫਸ ਕੇ ਰਹਿ ਗਿਆ ਸੀ। ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਾਂ ਤੇ ਕੀ ਕਰਾਂ। ਇਹ ਤੋਂ ਪਹਿਲਾਂ ਕਿ ਮੈਂ ਕਿਸੇ ਫੈਸਲੇ ਤੇ ਪਹੁੰਚ ਸਕਦਾ, ਸਰ ਹੈਨਰੀ ਆਪਣੀ ਛੜੀ ਚੁੱਕ ਕੇ ਉੱਥੋਂ ਜਾ ਚੁੱਕਾ ਸੀ। ਜਦੋਂ ਮੈਂ ਸਾਰੇ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰ ਲਿਆ ਸੀ ਤਾਂ ਮੇਰੀ ਆਤਮਾ ਮੈਨੂੰ ਬੁਰੀ ਤਰ੍ਹਾਂ ਫਿਟਕਾਰਨ ਲੱਗੀ ਕਿ ਮੈਂ ਉਹ ਆਦਮੀ ਨੂੰ ਆਪਣੀਆਂ ਨਜ਼ਰਾਂ ਤੋਂ ਓਹਲੇ ਕਿਉਂ ਹੋ ਜਾਣ ਦਿੱਤਾ। ਮੈਂ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਤੁਹਾਡੀ ਹਦਾਇਤ ਦਾ ਉਲੰਘਣ ਕਰਨ ਕਰਕੇ
ਜੇ ਵਾਕਈ ਕੋਈ ਮੰਦਭਾਗੀ ਅਣਹੋਣੀ ਹੋ ਗਈ ਤਾਂ ਮੈਂ ਵਾਪਸ ਆ ਕੇ ਤੁਹਾਨੂੰ ਕਿਸ ਮੂੰਹ ਨਾਲ ਕੋਈ ਜਵਾਬ ਦੇ ਸਕਾਂਗਾ। ਯਕੀਨ ਮੰਨਣਾ, ਇਹ ਗੱਲ ਸੋਚ ਕੇ ਮੇਰਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਸੀ। ਸ਼ਾਇਦ ਅਜੇ ਵੀ ਇੰਨੀ ਦੇਰ ਨਹੀਂ ਹੋਈ ਕਿ ਉਹਨੂੰ ਫੜਿਆ ਵੀ ਨਾ ਜਾ ਸਕੇ। ਇਸ ਵਿਚਾਰ ਨਾਲ ਮੈਂ ਫੌਰਨ ਉਹਦੇ ਪਿੱਛੇ ਮੇਰੀ ਪਿਟ ਹਾਊਸ ਵੱਲ ਤੁਰ ਪਿਆ। ਮੈਂ ਆਪਣੀ ਪੂਰੀ ਰਫ਼ਤਾਰ ਨਾਲ ਸੜਕ ਤੇ ਵਗਿਆ ਜਾ ਰਿਹਾ ਸੀ, ਪਰ ਮੈਨੂੰ ਕਿਧਰੇ ਵੀ ਸਰ ਹੈਨਰੀ ਦਾ ਕੋਈ ਥਾਂ ਨਾ ਲੱਗਾ। ਆਖਰ ਮੈਂ ਇੱਕ ਅਜਿਹੀ ਥਾਂ ਪਹੁੰਚ ਗਿਆ ਜਿੱਥੋਂ ਜੰਗਲ ਦਾ ਉਹ ਰਸਤਾ ਦੁਫਾੜ ਹੋ ਜਾਂਦਾ ਸੀ। ਮੈਨੂੰ ਲੱਗਿਆ ਸ਼ਾਇਦ ਮੈਂ ਕਿਸੇ ਗਲਤ ਦਿਸ਼ਾ 'ਚ ਆ ਗਿਆ। ਇਸ ਲਈ ਮੈਂ ਨਾਲ ਵਾਲੀ ਇੱਕ ਪਹਾੜੀ ਤੇ ਚੜ੍ਹ ਗਿਆ ਜਿੱਥੋਂ ਖਾਸੀ ਦੂਰ ਤੱਕ ਦੇਖਿਆ ਜਾ ਸਕਦਾ ਸੀ। ਇਹ ਉਹੀ ਪਹਾੜੀ ਸੀ ਜਿਸ ਵਿੱਚੋਂ ਪੱਥਰ ਕੱਢਣ ਲਈ ਖੁਦਾਈ ਕੀਤੀ ਹੋਈ ਸੀ, ਤੇ ਤਦ ਮੈਂ ਉਹਨੂੰ ਫੌਰਨ ਹੀ ਦੇਖ ਲਿਆ। ਉਹ ਜੰਗਲ ਦੇ ਵਿਚਕਾਰ ਲਗਭਗ ਚੌਥਾਈ ਦੂਰੀ ਉੱਤੇ ਇੱਕ ਰਸਤੇ ਉੱਤੇ ਜਾ ਰਿਹਾ ਸੀ। ਉਹਦੇ ਨਾਲ ਇੱਕ ਔਰਤ ਵੀ ਸੀ ਜਿਹੜੀ ਸਿਰਫ ਸਟੇਪਲਟਨ ਹੀ ਹੋ ਸਕਦੀ ਸੀ। ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਦੋਵਾਂ ਵਿਚਕਾਰ ਇੱਕ ਆਪਸੀ ਸਮਝ ਵਿਕਸਤ ਹੋ ਚੁੱਕੀ ਸੀ ਤੇ ਮੁਲਾਕਾਤ ਉਹਨਾਂ ਵਿਚਕਾਰ ਪਹਿਲਾਂ ਹੀ ਤੈਅ ਸੀ। ਉਹ ਕਿਸੇ ਖਾਸ ਗੱਲਬਾਤ 'ਚ ਲੀਨ ਹੌਲੀ-ਹੌਲੀ ਤੁਰੇ ਜਾ ਰਹੇ ਸੀ। ਮੈਂ ਦੇਖਿਆ ਕਿ ਗੱਲ ਕਰਨ ਵੇਲੇ ਮਿਸ ਸਟੇਪਲਟਨ ਆਪਣੇ ਹੱਥਾਂ ਨੂੰ ਕਦੀ ਜ਼ੋਰ ਨਾਲ, ਕਦੀ ਹੌਲੀ-ਹੌਲੀ ਹਿਲਾਉਂਦੀ ਹੋਈ ਵੱਖ-ਵੱਖ ਮੁਦਰਾਵਾਂ ਬਣਾ ਰਹੀ ਸੀ, ਜਿਵੇਂ ਬੜੀ ਲਗਨ ਨਾਲ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੋਵੇ, ਜਦਕਿ ਉਹ ਬੜੇ ਧਿਆਨ ਨਾਲ ਉਹਦੀ ਗੱਲ ਸੁਣ ਰਿਹਾ ਸੀ ਤੇ ਵਿੱਚ-ਵਿੱਚ ਆਪਣੇ ਸਿਰ ਨੂੰ ਇਸ ਤਰ੍ਹਾਂ ਹਿਲਾ ਰਿਹਾ ਸੀ ਜਿਵੇਂ ਅਸਹਿਮਤੀ ਵਿਖਾ ਰਿਹਾ ਹੋਵੇ। ਮੈਂ ਚੱਟਾਨਾਂ ਵਿਚਕਾਰ ਖੜਾ ਉਹਨਾਂ ਨੂੰ ਦੇਖ ਰਿਹਾ ਸੀ ਤੇ ਸ਼ੰਕਿਆਂ 'ਚ ਘਿਰਿਆ ਸੋਚ ਰਿਹਾ ਸੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ। ਉਹਨਾਂ ਦੇ ਪਿੱਛੇ ਜਾ ਕੇ ਉਹਨਾਂ ਦੀ ਆਪਸੀ ਤੇ ਅੰਦਰੂਨੀ ਗੱਲਬਾਤ ਵਿਚਕਾਰ ਵਿਘਨ ਪਾਉਣ ਦਾ ਵਿਚਾਰ ਤਾਂ ਮੈਨੂੰ ਇੱਕਦਮ ਬੇਹੁਦਾ ਲੱਗਿਆ, ਪਰ ਮੈਨੂੰ ਜੋ ਹਿਦਾਇਤ ਦਿੱਤੀ ਗਈ ਸੀ ਉਸ ਕਰਕੇ ਮੇਰਾ ਇਹ ਫਰਜ਼ ਬਣ ਜਾਂਦਾ ਸੀ ਕਿ ਮੈਂ ਇੱਕ ਛਿਨ ਲਈ ਵੀ ਉਹਨੂੰ ਆਪਣੀਆਂ ਅੱਖਾਂ ਤੋਂ ਓਹਲੇ ਨਾ ਹੋਣ ਦਿਆਂ। ਪਰ ਆਪਣੇ ਦੋਸਤ ਦੀ ਜਾਣਕਾਰੀ ਦੇ ਬਿਨਾਂ ਉਸ ਉੱਤੇ ਨਜ਼ਰ ਰੱਖਣੀ ਤੇ ਉਹਦਾ ਭੇਤ ਲੈਣਾ ਇੱਕ ਨਿਹਾਇਤ ਹੀ ਕੋਝਾ ਤੇ ਨਫ਼ਰਤਮਈ ਕਾਰਜ ਹੈ। ਕਾਫੀ ਸੋਚ ਵਿਚਾਰ ਪਿੱਛੋਂ ਮੈਨੂੰ ਇਸ ਨਾਲੋਂ ਬਿਹਤਰ ਹੋਰ ਕੋਈ ਤਰੀਕਾ ਨਜ਼ਰ ਨਹੀਂ ਆਇਆ ਕਿ ਮੈਂ ਉਸ ਪਹਾੜੀ ਤੋਂ ਹੀ ਉਹਦੀਆਂ ਗਤੀਵਿਧੀਆਂ ਨੂੰ ਵੇਖਦਾ ਰਹਾਂ ਤੇ ਬਾਅਦ 'ਚ ਉਹਦੇ ਸਾਹਮਣੇ ਸਭ ਕੁਝ ਸਵੀਕਾਰ ਕਰਕੇ ਆਪਣੀ ਆਤਮਾ ਦਾ ਬੋਝ ਹਲਕਾ ਕਰ ਲਵਾਂ। ਇਹ ਸੱਚ ਕਿ ਅਚਾਨਕ ਹੀ ਜੇ ਉੱਥੇ ਉਹਦੇ ਸਾਹਮਣੇ ਕੋਈ ਖਤਰਾ ਪੈਦਾ ਹੋ ਗਿਆ ਹੁੰਦਾ ਤਾਂ ਮੈਂ ਉਸ ਸਮੇਂ ਉਹ ਤੋਂ ਇੰਨੀ ਦੂਰ ਸੀ ਕਿ ਚਾਹ ਕੇ ਵੀ ਕੋਈ ਮਦਦ ਨਹੀਂ ਸੀ ਕਰ ਸਕਦਾ। ਪਰ ਇਹਦੇ ਬਾਵਜੂਦ ਮੈਨੂੰ ਯਕੀਨ ਹੈ ਕਿ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਉਸ ਸਮੇਂ ਮੇਰੀ ਸਥਿਤੀ ਬੜੀ ਔਖੀ ਸੀ ਤੇ ਮੇਰੇ ਕੋਲ ਇਹਦੇ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਸੀ। ਸਾਡਾ ਦੋਸਤ ਹੈਨਰੀ ਤੇ ਉਹ ਮੁਟਿਆਰ ਰਸਤੇ 'ਚ ਰੁਕ ਕੇ ਖੜੇ ਹੋ ਗਏ ਸਨ ਤੇ ਆਪਸੀ ਗੱਲਬਾਤ 'ਚ ਪੂਰੀ ਤਰ੍ਹਾਂ ਮਗਨ ਸਨ ਕਿ ਅਚਾਨਕ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਨਾਂ ਦੋਵਾਂ ਦੀ ਮੁਲਾਕਾਤ ਨੂੰ ਵੇਖਣ ਵਾਲਾ ਸਿਰਫ ਮੈਂ ਹੀ ਨਹੀਂ ਬਲਕਿ ਕੋਈ ਹੋਰ ਵੀ ਹੈ। ਹਵਾ 'ਚ ਫੜਫੜਾਉਂਦੇ ਹੋਏ ਇੱਕ ਕੀੜੇ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਸੀ ਤੇ ਫਿਰ ਮੈਂ ਦੇਖਿਆ ਕਿ ਉਹ ਇੱਕ ਲੰਮੇ ਸਾਰੇ ਬਾਂਸ ਦੇ ਕਿਨਾਰੇ ਉੱਤੇ ਲੱਗੇ ਜਾਲ 'ਚ ਫਸਿਆ ਹੋਇਆ ਫੜਫੜਾ ਰਿਹਾ ਸੀ, ਜਿਹਨੂੰ ਇੱਕ ਆਦਮੀ ਆਪਣੇ ਹੱਥ 'ਚ ਫੜੀ ਉਬੜ-ਖਾਬੜ ਜ਼ਮੀਨ ਤੇ ਤੁਰ ਰਿਹਾ ਸੀ। ਉਹ ਸਟੇਪਲਟਨ ਸੀ। ਆਪਣੇ ਤਿਤਲੀਆਂ ਫੜਨ ਵਾਲੇ ਜਾਲ ਨਾਲੋਂ ਉਸ ਜੋੜੇ ਦੇ ਕਾਫੀ ਨੇੜੇ ਸੀ ਤੇ ਇੰਜ ਲੱਗ ਰਿਹਾ ਸੀ ਜਿਵੇਂ ਜਾ ਵੀ ਉਹਨਾਂ ਵੱਲ ਰਿਹਾ ਸੀ। ਐਨ ਉਸੇ ਛਿਨ ਸਰ ਹੈਨਰੀ ਨੇ ਅਚਾਨਕ ਮਿਸ ਸਟੇਪਲਟਨ ਨੂੰ ਝਟਕੇ ਨਾਲ ਆਪਣੇ ਵੱਲ ਖਿੱਚ ਲਿਆ। ਉਹਦੀਆਂ ਬਾਹਾਂ ਮੁਟਿਆਰ ਦੇ ਇਰਦ ਗਿਰਦ ਲਿਪਟ ਗਈਆਂ ਸਨ, ਪਰ ਮੈਨੂੰ ਇੰਜ ਲੱਗਿਆ ਜਿਵੇਂ ਉਹ ਆਪਣੇ ਚਿਹਰੇ ਨੂੰ ਦੂਜੇ ਪਾਸੇ ਮੋੜ ਕੇ ਉਹ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਹੈਨਰੀ ਨੇ ਆਪਣਾ ਸਿਰ ਹੇਠਾਂ ਵੱਲ ਝੁਕਾਇਆ ਤੇ ਉਹਨੇ ਆਪਣਾ ਹੱਥ ਉੱਪਰ ਨੂੰ ਚੁੱਕਿਆ ਜਿਵੇਂ ਵਿਰੋਧ ਕਰਨਾ ਚਾਹੁੰਦੀ ਹੋਵੇ। ਅਗਲੇ ਛਿਣ ਮੈਂ ਉਹਨਾਂ ਦੋਵਾਂ ਨੂੰ ਤਰਬ ਕੇ ਵੱਖ ਹੁੰਦਿਆਂ ਤੇ ਕਾਲ ਨਾਲ ਘੁੰਮਦਿਆਂ ਵੇਖਿਆ। ਇਸ ਪਰਿਵਰਤਨ ਦਾ ਅਸਲੀ ਕਾਰਨ ਸੀ ਸਟੇਪਲਟਨ। ਉਹ ਬੜੀ ਤੇਜ਼ੀ ਨਾਲ ਉਹਨਾਂ ਵੱਲ ਦੌੜ ਰਿਹਾ ਸੀ ਤੇ ਉਹਦਾ ਬੇਹੁਦਾ ਨੈਟ ਉਹਦੇ ਪਿੱਛੇ ਝੂਲ ਰਿਹਾ ਸੀ। ਅਜੀਬ ਢੰਗ ਨਾਲ ਹੱਥ ਪੈਰ ਹਿਲਾਉਂਦਾ ਤੇ ਉਤੇਜਨਾ ਵਸ ਅਜੀਬ ਤਰ੍ਹਾਂ ਉਛਲਦਾ ਬੁੜਕਦਾ ਹੋਇਆ ਉਹਨਾਂ ਦੋਵਾਂ ਪ੍ਰੇਮੀਆਂ ਵਿਚਕਾਰ ਨੱਚ ਰਿਹਾ ਸੀ। ਇਸ ਸਭ ਦਾ ਕੀ ਮਤਲਬ ਸੀ ਇਹ ਤਾਂ ਮੈਂ ਨਹੀਂ ਸਮਝ ਸਕਿਆ, ਪਰ ਮੈਨੂੰ ਇੰਜ ਲੱਗਿਆ ਜਿਵੇਂ ਸਟੇਪਲਟਨ ਹੈਨਰੀ ਨੂੰ ਗਾਲਾਂ ਕੱਢ ਰਿਹਾ ਸੀ, ਜਿਹੜਾ ਆਪਣੀ ਸਫਾਈ ਪੇਸ਼ ਕਰ ਰਿਹਾ ਸੀ, ਪਰ ਉਹ ਉਹਨੂੰ ਸਵੀਕਾਰ ਕਰਨ ਦੀ ਬਜਾਏ ਗੁੱਸੇ ਵਸ ਹੋਰ ਵੀ ਭੜਕਦਾ ਜਾ ਰਿਹਾ ਸੀ। ਇਸ ਦੌਰਾਨ ਉਹ ਮੁਟਿਆਰ ਇੱਕ ਮਾਣ ਭਰੀ ਚੁੱਪ ਨਾਲ ਉੱਥੇ ਖੜੀ ਰਹੀ। ਆਖਰਕਾਰ ਸਟੇਪਲਟਨ ਆਪਣੀਆਂ ਅੱਡੀਆਂ ਉੱਤੇ ਘੁੰਮ ਕੇ ਮੁੜਿਆ ਤੇ ਉਹਨੇ ਬੜੇ ਅਧਿਕਾਰ ਭਰੇ ਢੰਗ ਨਾਲ ਆਪਣੀ ਭੈਣ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਉਹ ਇੱਕ ਟੁੱਟਵੀਂ ਜਿਹੀ ਨਿਗਾਹ ਨਾਲ ਸਰ ਹੈਨਰੀ ਵੱਲ ਦੇਖਣ ਪਿੱਛੋਂ ਚੁੱਪਚਾਪ ਆਪਣੇ ਭਰਾ ਨਾਲ ਤੁਰ ਗਈ। ਸਟੇਪਲਟਨ ਦੇ ਗੁੱਸੈਲੇ ਹਾਵ ਭਾਵ ਤੋਂ ਸਾਫ਼ ਪਤਾ ਲੱਗਦਾ ਸੀ ਕਿ ਉਹਦੀ ਨਾਰਾਜ਼ਗੀ ਵਿੱਚ ਉਹਦੀ ਭੈਣ ਵੀ ਸ਼ਾਮਲ ਹੈ। ਜਾਗੀਰਦਾਰ 1 ਮਿੰਟ ਤੱਕ ਤਾਂ ਉਹਨਾਂ ਦੋਵਾਂ ਨੂੰ ਜਾਂਦਿਆਂ ਹੋਇਆ ਵੇਖਦਾ ਰਿਹਾ ਤੇ ਫਿਰ ਉਹ ਸਿਰ ਝੁਕਾ ਕੇ ਉਸੇ ਰਸਤੇ ਹੌਲੀ-ਹੌਲੀ ਵਾਪਸ ਮੁੜ ਪਿਆ ਜਿਸ ਤੋਂ ਆਇਆ ਸੀ। ਉਸ ਸਮੇਂ ਉਹ ਨਿਰਾਸ਼ਾ ਤੇ ਦੁੱਖ ਦੀ ਸਾਕਾਰ ਮੂਰਤੀ ਬਣਿਆ ਹੋਇਆ ਸੀ। ਉੱਥੇ ਕੀ ਕੁਝ ਹੋਇਆ ਸੀ
ਇਹਦੀ ਮੈਨੂੰ ਪੂਰੀ ਜਾਣਕਾਰੀ ਨਹੀਂ ਸੀ, ਪਰ ਮੈਨੂੰ ਇਸ ਸੋਚ ਨੇ ਖੁਦ ਉੱਤੇ ਬੜੀ ਸ਼ਰਮ ਆ ਰਹੀ ਸੀ ਕਿ ਮੈਂ ਇਸ ਸਾਰੇ ਦ੍ਰਿਸ਼ ਨੂੰ ਆਪਣੇ ਦੋਸਤ ਦੀ ਜਾਣਕਾਰੀ ਤੋਂ ਬਿਨਾਂ ਦੇਖਿਆ। ਉਹਦਾ ਚਿਹਰਾ ਉਸ ਵੇਲੇ ਗੁੱਸੇ ਨਾਲ ਭਖਿਆ ਹੋਇਆ ਸੀ ਤੇ ਉਹਦਾ ਮੱਥਾ ਵਟਿਆਇਆ ਹੋਇਆ ਸੀ। ਉਹ ਆਪਣੇ ਖਿਆਲਾਂ 'ਚ ਕਿਸੇ ਅਜਿਹੇ ਇਨਸਾਨ ਵਾਂਗ ਉਲਝਿਆ ਨਜ਼ਰ ਆ ਰਿਹਾ ਸੀ ਜਿਹਦੀ ਸਮਝ ਇਹ ਨਾ ਆ ਰਿਹਾ ਹੋਏ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ। "ਓ ਵਾਟਸਨ, ਤੁਸੀਂ?" ਉਹ ਮੈਨੂੰ ਅਚਾਨਕ ਆਪਣੇ ਸਾਹਮਣੇ ਵੇਖ ਕੇ ਤ੍ਰਬਕਦਾ ਹੋਇਆ ਬੋਲਿਆ। "ਤੁਸੀਂ ਅਚਾਨਕ ਇਸ ਤਰ੍ਹਾਂ ਕਿੱਧਰੋਂ ਆ ਟਪਕੇ? ਕਿਤੇ ਇੰਜ ਤਾਂ ਨਹੀਂ ਕਿ ਤੁਸੀਂ ਮੇਰੇ ਮਨਾ ਕਰਨ ਦੇ ਬਾਵਜੂਦ ਵੀ ਮੇਰਾ ਪਿੱਛਾ ਕਰਦੇ ਰਹੇ?" ਮੈਂ ਉਹਨੂੰ ਵਿਸਥਾਰ ਨਾਲ ਸਮਝਾਇਆ ਕਿ ਕਿਉਂ ਮੇਰੇ ਲਈ ਉਹਦੇ ਆਉਣ ਤੋਂ ਪਿੱਛੋਂ ਹਵੇਲੀ 'ਚ ਰੁਕੇ ਰਹਿਣਾ ਅਸੰਭਵ ਸੀ, ਕਿਉਂ ਮੈਂ ਉਹਦਾ ਪਿੱਛਾ ਕੀਤਾ ਤੇ ਕਿੰਜ ਉਹ ਸਭ ਦੇਖਿਆ ਜੋ ਉੱਥੇ ਹੋਇਆ ਸੀ। ਛਿਣਕ ਲਈ ਉਹਦੀਆਂ ਅੱਖਾਂ 'ਚ ਮੇਰੇ ਲਈ ਗੁੱਸੇ ਦੀ ਲਾਟ ਭੜਕੀ, ਪਰ ਜਿਵੇਂ ਹੀ ਉਹਨੂੰ ਮੇਰੀ ਸੱਚਾਈ ਦਾ ਅਹਿਸਾਸ ਹੋਇਆ, ਉਹਦਾ ਗੁੱਸਾ ਯਕਦਮ ਹਵਾ ਹੋ ਗਿਆ ਤੇ ਉਹ ਅਚਾਨਕ ਹੀ ਖਿੜਖਿੜ ਕਰਕੇ ਹੱਸਣ ਲੱਗ ਪਿਆ। ਮੈਂ ਸੋਚਿਆ ਸੀ ਕਿ ਉਹ ਜਗ੍ਹਾ ਸੁਰੱਖਿਅਤ ਹੈ ਤੇ ਇੱਥੇ ਕੋਈ ਕੁਝ ਨਹੀਂ ਦੇਖ ਸਕੇਗਾ। ਉਹ ਬੋਲਿਆ, "ਪਰ ਸਹੁੰ ਨੀਲੀ ਛਤਰੀ ਵਾਲੇ ਦੀ, ਇੱਥੇ ਤਾਂ ਲੱਗਦਾ ਜਿਵੇਂ ਸਾਰਾ ਇਲਾਕਾ ਹੀ ਮੇਰੇ ਪ੍ਰੇਮ ਬੇਨਤੀ ਨੂੰ ਦੇਖ ਰਿਹਾ ਸੀ ਤੇ ਕੈਸਾ ਬੇਹੂਦਾ ਨਤੀਜਾ ਨਿਕਲਿਆ ਉਸ ਪ੍ਰੇਮ ਬੇਨਤੀ ਦਾ। ਪਰ ਤੁਸੀਂ ਇਹ ਸਭ ਕਿੱਥੋਂ ਦੇਖ ਰਹੇ ਸੀ?" "ਮੈਂ ਉੱਧਰ ਉਸ ਪਹਾੜੀ ਤੇ ਸੀ।" "ਅੱਛਾ, ਉੱਧਰ ਸਾਡੇ ਪਿੱਛੇ ਵੱਲ? ਪਰ ਉਹਦਾ ਉਹ ਭਰਾ ਲਗਭਗ ਸਾਡੇ ਸਾਹਮਣੇ ਵਾਲੇ ਪਾਸਿਓਂ ਆਇਆ ਸੀ। ਕੀ ਤੁਸੀਂ ਉਹਨੂੰ ਸਾਡੇ ਵੱਲ ਆਉਂਦਿਆਂ ਹੋਇਆਂ ਦੇਖਿਆ ਸੀ?" "ਹਾਂ, ਦੇਖਿਆ ਸੀ।" "ਕੀ ਤੁਹਾਨੂੰ ਕਦੇ ਇੰਜ ਨਹੀਂ ਲੱਗਾ ਕਿ ਉਹ ਕੁਝ ਪਾਗਲ ਜਿਹਾ?" "ਨਹੀਂ, ਮੈਨੂੰ ਤਾਂ ਉਹ ਕਦੇ ਇੰਜ ਨਹੀਂ ਲੱਗਿਆ। ਮੈਨੂੰ ਵੀ ਕਦੇ ਇੰਜ ਨਹੀਂ ਸੀ ਲੱਗਿਆ। ਅੱਜ ਤੋਂ ਪਹਿਲਾਂ ਮੈਂ ਵੀ ਉਹਨੂੰ ਇੱਕ ਚੰਗੇ ਖਾਸੇ ਸਹੀ ਦਿਮਾਗ ਦਾ ਆਦਮੀ ਸਮਝਦਾ ਸੀ। ਪਰ ਅੱਜ ਤੁਸੀਂ ਮੇਰੀ ਗੱਲ ਚੰਗੀ ਤਰ੍ਹਾਂ ਪੱਲੇ ਬੰਨ੍ਹ ਲਓ, ਜਾਂ ਤਾਂ ਉਹ ਜਾਂ ਫਿਰ ਮੈਂ। ਸਾਡੇ ਦੋਵਾਂ 'ਚੋਂ ਇੱਕ ਨਾ ਇੱਕ ਤਾਂ ਜ਼ਰੂਰ ਪਾਗਲ ਹੈ। ਆਖਰ ਕੁਝ ਪਤਾ ਤਾਂ ਲੱਗੇ ਕਿ ਮੇਰੇ 'ਚ ਕਮੀ ਕੀ ਹੈ। ਤੁਸੀਂ ਹਫ਼ਤਿਆਂ ਦੇ ਮੇਰੇ ਨਾਲ ਰਹਿ ਰਹੇ ਹੋ ਵਾਟਸਨ। ਅੱਜ ਤੁਸੀਂ ਬਿਨਾਂ ਲੁੱਕ ਲਪੇਟ ਦੇ ਮੇਰੀ ਗੱਲ ਦਾ ਸਿੱਧਾ ਸਿੱਧਾ ਜਵਾਬ ਦਿਓ। ਕੀ ਤੁਹਾਨੂੰ ਮੇਰੇ 'ਚ ਕੋਈ ਅਜਿਹੀ ਕਮੀ ਨਜ਼ਰ ਆਉਂਦੀ ਹੈ ਜਿਸ ਕਰਕੇ ਮੈਂ ਉਸ ਔਰਤ ਦਾ ਪਤੀ ਬਣਨ ਲਾਇਕ ਨਹੀਂ ਹਾਂ ਜਿਹਨੂੰ ਮੈਂ ਪਿਆਰ ਕਰਦਾ?" "ਬਿਲਕੁਲ ਨਹੀਂ। ਇੰਜ ਮੈਂ ਤਾਂ ਕੀ ਕੋਈ ਵੀ ਨਹੀਂ ਕਹਿ ਸਕਦਾ। ਉਹਨੂੰ ਘੱਟੋ ਘੱਟ ਮੇਰੀ ਖਾਨਦਾਨੀ ਪੋਜੀਸ਼ਨ ਤੇ ਧਨ ਦੌਲਤ ਤੋਂ ਤਾਂ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਹੋ ਸਕਦੀ। ਇਹਦਾ ਮਤਲਬ ਹੈ ਕਿ ਉਹਨੂੰ ਜੇ ਕਿਸੇ ਕਿਸਮ ਦੀ ਕੋਈ ਕਮੀ ਨਜ਼ਰ ਆ ਰਹੀ ਹੈ ਤਾਂ ਮੇਰੇ 'ਚ ਹੀ ਹੈ। ਆਖਰ ਕੀ ਸ਼ਿਕਾਇਤ ਹੈ ਉਹਨੂੰ ਮੇਰੇ ਨਾਲ? ਮੈਂ ਤਾਂ ਅੱਜ ਤੱਕ ਆਪਣੀ ਜ਼ਿੰਦਗੀ 'ਚ ਕਿਸੇ ਵੀ ਮਰਦ ਜਾਂ ਔਰਤ ਨੂੰ ਜਾਣਬੁੱਝ ਕੇ ਕਦੀ ਕੋਈ ਨੁਕਸਾਨ ਨਹੀਂ ਪਹੁੰਚਾਇਆ ਤੇ ਇਹਦੇ ਬਾਵਜੂਦ ਵੀ ਉਹ ਮੈਨੂੰ ਆਪਣੀ ਭੈਣ ਦੇ ਨਾਲ ਨਹੀਂ ਦੇਖਣਾ ਚਾਹੁੰਦਾ। ਕੀ ਉਹਨੇ ਇੰਜ ਕਿਹਾ?" "ਉਹਨੇ ਤਾਂ ਪਤਾ ਨਹੀਂ ਕੀ ਕੁਝ ਕਿਹਾ, ਪਰ ਮੈਂ ਤੁਹਾਨੂੰ ਸੱਚ ਕਹਿਣਾ ਵਾਟਸਨ, ਵੈਸੇ ਤਾਂ ਮੈਂ ਉਸ ਔਰਤ ਨੂੰ ਅਜੇ ਕੁਝ ਹਫ਼ਤਿਆਂ ਦਾ ਹੀ ਜਾਣਿਆ, ਪਰ ਜਦੋਂ ਮੈਂ ਪਹਿਲੀ ਵਾਰ ਉਹਨੂੰ ਦੇਖਿਆ ਸੀ ਉਦੋਂ ਹੀ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਉਹ ਬਸ ਮੇਰੀ ਖਾਤਰ ਹੀ ਬਣੀ ਹੈ ਤੇ ਮੈਂ ਸਹੁੰ ਖਾ ਕੇ ਕਹਿ ਸਕਦਾ ਕਿ ਉਹ ਵੀ ਇੰਜ ਹੀ ਸੋਚਦੀ ਹੈ, ਕਿਉਂਕਿ ਜਦੋਂ ਮੇਰੇ ਨਾਲ ਹੁੰਦੀ ਹੈ ਤਾਂ ਬੇਹੱਦ ਖੁਸ਼ ਹੁੰਦੀ ਹੈ। ਉਸ ਵੇਲੇ ਉਹਦੀਆਂ ਅੱਖਾਂ 'ਚ ਅਜਿਹੀ ਚਮਕ ਹੁੰਦੀ ਹੈ ਜਿਹੜੀ ਸ਼ਬਦਾਂ ਨਾਲੋਂ ਵੱਧ ਬੋਲਦੀ ਹੈ। ਪਰ ਉਸ ਆਦਮੀ ਨੇ ਸਾਨੂੰ ਦੋਵਾਂ ਨੂੰ ਕਦੇ ਇਕੱਲੇ ਰਹਿਣ ਨਹੀਂ ਦਿੱਤਾ। ਅੱਜ ਪਹਿਲੀ ਵਾਰ ਮੈਨੂੰ ਉਸ ਨਾਲ ਇਕਾਂਤ 'ਚ ਗੱਲ ਕਰਨ ਦਾ ਮੌਕਾ ਮਿਲਿਆ ਸੀ। ਉਹ ਵੀ ਮੈਨੂੰ ਮਿਲਣ ਲਈ ਬੇਤਾਬ ਸੀ, ਪਰ ਜਦੋਂ ਮਿਲੀ ਤਾਂ ਉਹਨੇ ਪਿਆਰ ਵਿਆਰ ਦੀ ਕੋਈ ਗੱਲ ਨਹੀਂ ਕੀਤੀ, ਨਾ ਹੀ ਉਹਨੇ ਮੈਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤਾ। ਉਹ ਮੇਰੀ ਗੱਲ ਨੂੰ ਪੂਰੀ ਤਰ੍ਹਾਂ ਸੁਣੇ ਬਿਨਾਂ ਸਿਰਫ ਇੱਕੋ ਗੱਲ ਕਹਿੰਦੀ ਰਹੀ ਕਿ ਇਹ ਜਗ੍ਹਾ ਬੜੀ ਖਤਰਨਾਕ ਹੈ ਤੇ ਜਦੋਂ ਤੱਕ ਮੈਂ ਇੱਥੋਂ ਚਲਾ ਨਹੀਂ ਜਾਵਾਂਗਾ ਉਦੋਂ ਤੱਕ ਉਹਨੂੰ ਚੈਨ ਨਹੀਂ ਆਏਗਾ। ਹੈਨਰੀ ਬਿੰਦਕ ਲਈ ਰੁਕਿਆ ਤੇ ਫਿਰ ਉਹਨੇ ਅੱਗੇ ਕਹਿਣਾ ਸ਼ੁਰੂ ਕੀਤਾ। ਮੈਂ ਉਹਨੂੰ ਸਾਫ਼ ਕਹਿ ਦਿੱਤਾ ਕਿ ਜਦੋਂ ਦਾ ਮੈਂ ਉਹਨੂੰ ਦੇਖਿਆ ਉਦੋਂ ਦੀ ਮੈਨੂੰ ਇੱਥੋਂ ਜਾਣ ਦੀ ਕੋਈ ਜਲਦੀ ਨਹੀਂ, ਤੇ ਜੇ ਵਾਕਈ ਉਹ ਇਹੀ ਚਾਹੁੰਦੀ ਹੈ ਕਿ ਮੈਂ ਇੱਥੋਂ ਚਲਾ ਜਾਵਾਂ ਤਾਂ ਉਹਦਾ ਸਿਰਫ ਇੱਕੋ ਤਰੀਕਾ ਹੈ ਕਿ ਉਹ ਵੀ ਮੇਰੇ ਨਾਲ ਚੱਲਣ ਲਈ ਤਿਆਰ ਹੋ ਜਾਏ। ਇਹਦੇ ਨਾਲ ਹੀ ਮੈਂ ਉਹਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਵੀ ਕਰ ਦਿੱਤੀ, ਪਰ ਇਹ ਤੋਂ ਪਹਿਲਾਂ ਕਿ ਉਹ ਕੋਈ ਜਵਾਬ ਦਿੰਦੀ ਉਹਦਾ ਕੰਬਖਤ ਭਰਾ ਦੌੜਦਾ ਹੋਇਆ ਸਾਡੇ ਕੋਲ ਆ ਗਿਆ। ਉਸ ਵੇਲੇ ਉਹਦੇ ਚਿਹਰੇ ਤੇ ਅਜਿਹੇ ਭਾਵ ਸਨ ਜਿਵੇਂ ਉਹ ਕੋਈ ਪਾਗਲ ਹੋਏ। ਉਹ ਗੁੱਸੇ ਵਸ ਅੱਗ ਦਾ ਭਾਂਬੜ ਬਣਿਆ ਹੋਇਆ ਸੀ ਤੇ ਉਹਦੀਆਂ ਚੁੱਚੀਆਂ ਜਿਹੀਆਂ ਅੱਖਾਂ 'ਚੋਂ ਉਸ ਵੇਲੇ ਅੰਗਿਆਰ ਨਿਕਲ ਰਹੇ ਸਨ। ਕਿਸ ਗੱਲ ਦਾ ਗੁੱਸਾ ਸੀ ਉਹਨੂੰ? ਇਹੀ ਕਿ ਮੈਂ ਉਹਦੀ ਭੈਣ ਨਾਲ ਉੱਥੇ ਕੀ ਕਰ ਰਿਹਾ, ਉਹ ਬੋਲਿਆ, ਤੇ ਉਹਨੂੰ ਆਪਣੀਆਂ ਉਹਨਾਂ ਹਰਕਤਾਂ ਨਾਲ ਪਰੇਸ਼ਾਨ ਕਿਉਂ ਕਰ ਰਿਹਾ ਜਿਨ੍ਹਾਂ ਨੂੰ ਕੋਈ ਵੀ ਸ਼ਰੀਫ ਔਰਤ ਪਸੰਦ ਨਹੀਂ ਕਰ ਸਕਦੀ। ਮੇਰੀ ਇੰਨੀ ਹਿੰਮਤ ਕਿਵੇਂ ਹੋਈ ਕਿ ਮੈਂ ਇਹ ਸਮਝਦਾ ਸਾਂ ਕਿ ਜਾਗੀਰਦਾਰ ਹੋਣ ਦੇ ਨਾਤੇ ਦੂਜਿਆਂ ਦੀਆਂ ਭੈਣਾਂ ਧੀਆਂ ਦੇ ਨਾਲ ਖਿਲਵਾੜ ਕਰ ਸਕਦਾ। ਜੇ ਉਹਦਾ ਭਰਾ ਨਾ ਹੁੰਦਾ ਤਾਂ ਮੈਂ ਉਹਦੇ ਸਵਾਲਾਂ ਦਾ ਅਜਿਹਾ ਜਵਾਬ ਦਿੰਦਾ ਕਿ ਉਹ ਸਾਰੀ ਜ਼ਿੰਦਗੀ ਯਾਦ ਰੱਖਦਾ। ਪਰ ਮੈਂ ਸਬਰ ਤੋਂ ਕੰਮ ਲਿਆ ਤੇ ਸ਼ਰਾਫਤ ਨਾਲ ਦੱਸਿਆ ਕਿ ਮੇਰੇ ਮਨ 'ਚ ਉਹਦੀ ਭੈਣ ਦੇ ਪ੍ਰਤੀ ਕਿਸ ਕਿਸਮ ਦੀ ਭਾਵਨਾ ਹੈ ਤੇ ਇਹ ਕਿ ਮੈਂ ਉਸ ਨਾਲ ਸ਼ਰਮਿੰਦਾ ਵੀ ਨਹੀਂ। ਮੈਂ ਉਹਨੂੰ ਇਹ ਵੀ ਕਿਹਾ ਕਿ ਜੇ ਉਹ ਮੇਰੀ ਪਤਨੀ ਬਣਨ ਲਈ ਤਿਆਰ ਹੋ ਜਾਏ ਤਾਂ ਮੈਂ ਆਪਣੇ ਆਪ ਨੂੰ ਕਾਫੀ ਕਰਮਾਂ ਵਾਲਾ ਸਮਝਾਂਗਾ। ਇਹ ਸਭ ਕਹਿਣ ਤੇ ਵੀ ਜਦੋਂ ਮਾਮਲਾ ਸੁਧਰਦਾ ਦਿਖਾਈ ਨਾ ਦਿੱਤਾ ਤਾਂ ਮੈਂ ਵੀ ਆਪਣਾ ਸਬਰ ਗੁਆ ਬੈਠਾ ਤੇ ਉਹਨੂੰ ਕੁਝ ਗਰਮੀ ਨਾਲ ਜਵਾਬ ਦਿੱਤਾ। ਬਹੁਤਾ ਕੁਝ ਇਸ ਲਈ ਨਹੀਂ ਕਿਹਾ ਕਿਉਂਕਿ ਉਹ ਉੱਥੇ ਕੋਲ ਹੀ ਖੜੀ ਸੀ। ਫਿਰ ਜਿਵੇਂ ਕਿ ਤੁਸੀਂ ਦੇਖਿਆ ਉਹ ਮਾਮਲਾ ਉਹਨਾਂ ਦੋਵਾਂ ਦੇ ਉੱਥੋਂ ਚਲੇ ਜਾਣ ਨਾਲ ਖਤਮ ਹੋ ਗਿਆ।
ਹੁਣ ਮੈਂ ਇੱਥੇ ਤੁਹਾਡੇ ਸਾਹਮਣੇ ਇੱਕ ਸ਼ੱਕੀ ਇਨਸਾਨ ਵਾਂਗ ਖੜਾ, ਜਿਹਦੀ ਸਮਝ ਇਹ ਨਹੀਂ ਆ ਰਿਹਾ ਕਿ ਉਹ ਕੀ ਕਰੇ। ਤੁਸੀਂ ਮੈਨੂੰ ਦੱਸੋ ਵਾਟਸਨ, ਕਿ ਆਖਿਰ ਇਸ ਸਾਲਾ ਚੱਕਰ ਕੀ ਹੈ? ਤੁਹਾਡਾ ਇਹ ਅਹਿਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ। ਮੈਂ ਥੋੜ੍ਹਾ ਬਹੁਤ ਸਪਸ਼ਟੀਕਰਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੱਚਾਈ ਤਾਂ ਇਹ ਸੀ ਕਿ ਮੈਂ ਖੁਦ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ। ਹੈਨਰੀ ਦੀ ਪਦਵੀ, ਉਹਦੀ ਅਥਾਹ ਸੰਪਤੀ, ਉਮਰ, ਚਰਿੱਤਰ ਤੇ ਉਹਦਾ ਚਿਹਰਾ ਮੋਹਰਾ ਸਭ ਉਹਦੇ ਪੱਖ 'ਚ ਸਨ। ਮੈਨੂੰ ਕੋਈ ਗੱਲ ਅਜਿਹੀ ਨਜ਼ਰ ਨਹੀਂ ਆ ਰਹੀ ਸੀ ਜਿਹੜੀ ਉਹਦੇ ਵਿਰੁੱਧ ਹੋਏ, ਸਿਵਾਏ ਉਸ ਬਦਕਿਸਮਤੀ ਦੇ ਜਿਹੜੀ ਉਹਦੇ ਖਾਨਦਾਨ ਨਾਲ ਜੁੜੀ ਹੋਈ ਸੀ, ਕਿਉਂਕਿ ਉਹਦੇ ਵਧੇ ਹੋਏ ਹੱਥ ਨੂੰ ਮੁਟਿਆਰ ਦੀਆਂ ਭਾਵਨਾਵਾਂ ਬਾਰੇ ਕੋਈ ਵਿਚਾਰ ਕੀਤੇ ਬਿਨਾਂ ਇਸ ਬੇਦਰਦੀ ਨਾਲ ਝਟਕ ਦਿੱਤਾ ਜਾਏ ਤੇ ਉਹ ਮੁਟਿਆਰ ਉਸ ਸਾਰੀ ਸਥਿਤੀ ਨੂੰ ਬਿਨਾਂ ਵਿਰੋਧ ਕੀਤੇ ਚੁੱਪਚਾਪ ਸਵੀਕਾਰ ਕਰ ਲਏ, ਸਭ ਕੁਝ ਆਪਣੇ ਆਪ ਵਿੱਚ ਬੜਾ ਹੈਰਾਨ ਕਰ ਦੇਣ ਵਾਲਾ ਲੱਗ ਰਿਹਾ ਸੀ। ਚਲੋ ਖੈਰ, ਸਾਡੇ ਸਾਰੇ ਅੰਦਾਜ਼ੇ ਤੇ ਅਟਕਲਾਂ ਉਸ ਸਮੇਂ ਸ਼ਾਂਤ ਹੋ ਗਏ ਜਦੋਂ ਉਸੇ ਦੁਪਹਿਰ ਬਾਅਦ ਖੁਦ ਸਟੇਪਲਟਨ ਸਾਨੂੰ ਮਿਲਣ ਲਈ ਆਇਆ। ਉਹ ਆਪਣੀ ਉਸ ਸਵੇਰ ਵਾਲੀ ਬਦਤਮੀਜ਼ੀ ਦੀ ਮੁਆਫੀ ਮੰਗਣ ਲਈ ਆਇਆ ਸੀ। ਸਰ ਹੈਨਰੀ ਦੇ ਸਟੱਡੀ ਰੂਮ 'ਚ ਉਹਨਾਂ ਦੋਵਾਂ ਵਿਚਕਾਰ ਇੱਕ ਕੱਲ੍ਹ 'ਚ ਕੁਝ ਗੱਲਬਾਤ ਹੋਈ, ਜਿਹਦਾ ਨਤੀਜਾ ਇਹ ਨਿਕਲਿਆ ਕਿ ਵਿਚਕਾਰਲਾ ਪਾੜਾ ਕਾਫੀ ਹੱਦ ਤੱਕ ਭਰ ਗਿਆ। ਇਹਦਾ ਸਬੂਤ ਇਹ ਸੀ ਕਿ ਅਗਲੇ ਸ਼ੁੱਕਰਵਾਰ ਨੂੰ ਅਸੀਂ ਮੇਰੀ ਪਿਟ ਹਾਊਸ ਵਿੱਚ ਖਾਣਾ ਖਾਣ ਲਈ ਜਾਣਾ ਸੀ। ਮੈਂ ਹੁਣ ਵੀ ਇਹ ਨਹੀਂ ਕਹਾਂਗਾ ਕਿ ਇਹ ਆਦਮੀ ਪਾਗਲ ਨਹੀਂ ਹੈ, ਸਰ ਹੈਨਰੀ ਨੇ ਬਾਅਦ 'ਚ ਦੱਸਿਆ। ਅੱਜ ਸਵੇਰੇ ਜਦੋਂ ਮੇਰੇ ਵੱਲ ਦੌੜਦਾ ਹੋਇਆ ਆਇਆ ਸੀ, ਉਸ ਵੇਲੇ ਜਿਸ ਤਰ੍ਹਾਂ ਦੇ ਭਾਵ ਉਹਦੀਆਂ ਅੱਖਾਂ 'ਚ ਸਨ, ਉਹਨਾਂ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ। ਪਰ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਕਿ ਕੋਈ ਵੀ ਆਦਮੀ ਇੰਨੇ ਖੂਬਸੂਰਤ ਢੰਗ ਨਾਲ ਮਾਫੀ ਮੰਗਣ ਲਈ ਅਫਸੋਸ ਪ੍ਰਗਟ ਨਹੀਂ ਕਰ ਸਕਦਾ ਜਿਵੇਂ ਕਿ ਉਹਨੇ ਕੀਤਾ। ਕਿ ਉਹਨੇ ਆਪਣੇ ਉਸ ਵਿਹਾਰ ਲਈ ਕੋਈ ਸਫਾਈ ਦਿੱਤੀ? ਉਹਦੀ ਜ਼ਿੰਦਗੀ 'ਚ ਉਹਦੀ ਭੈਣ ਹੀ ਸਭ ਕੁਝ ਹੈ, ਇੰਜ ਉਹਨੇ ਦੱਸਿਆ, ਤੇ ਸੁਭਾਵਕ ਵੀ ਹੈ। ਮੈਨੂੰ ਖੁਸ਼ੀ ਹੈ ਕਿ ਉਹਦੇ ਮਹੱਤਵ ਨੂੰ ਸਮਝਦਾ ਹੈ ਤੇ ਉਹਦੇ ਮਹੱਤਵ ਨੂੰ ਉਹਨੂੰ ਸਮਝਣਾ ਵੀ ਚਾਹੀਦਾ ਹੈ। ਉਹਦੇ ਕਹਿਣ ਮੁਤਾਬਕ ਉਹ ਇੱਕ ਬੇਹੱਦ ਇਕੱਲਾ ਕਿਸਮ ਦਾ ਇਨਸਾਨ ਹੈ। ਸਿਰਫ ਉਹਦੀ ਭੈਣ ਹੀ ਇੱਕੋ ਇੱਕ ਉਹਦੀ ਸਾਥੀ ਹੈ, ਇਸ ਲਈ ਉਹਨੂੰ ਗਵਾ ਦੇਣ ਦਾ ਵਿਚਾਰ ਹੀ ਉਹਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੰਦਾ ਹੈ। ਉਹ ਇਹ ਨਹੀਂ ਜਾਣਦਾ ਸੀ ਕਿ ਉਹਨੂੰ ਇੰਨਾ ਚਾਹੁੰਦਾ, ਇਹ ਉਹਦਾ ਕਹਿਣਾ ਹੈ। ਪਰ ਜਦੋਂ ਉਹਨੇ ਦੇਖਿਆ ਕਿ ਗੱਲ ਕੁਝ ਅਜਿਹੀ ਹੈ ਤੇ ਉਹ ਵਾਕਈ ਉਸ ਤੋਂ ਕਿਤੇ ਦੂਰ ਲਿਜਾਈ ਜਾ ਸਕਦੀ ਹੈ, ਤਾਂ ਉਹਨੂੰ ਕੁਝ ਅਜਿਹਾ ਜ਼ਬਰਦਸਤ ਝਟਕਾ ਲੱਗਿਆ ਕਿ ਉਹ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ। ਉਹਨੂੰ ਨਹੀਂ ਪਤਾ ਕਿ ਗੁੱਸੇ 'ਚ ਉਹਨੇ ਉਦੋਂ ਕੀ ਕੁਝ ਕਿਹਾ ਤੇ ਕੀ ਕੀਤਾ। ਜੋ ਕੁਝ ਵੀ ਹੋਇਆ, ਉਹਦਾ ਉਹਨੂੰ ਬੇਹੱਦ ਅਫਸੋਸ ਸੀ। ਇੰਜ ਕਿਹਾ ਹੈ ਉਹਨੇ? ਹਾਂ, ਸਰ ਹੈਨਰੀ ਨੇ ਜਵਾਬ ਦਿੱਤਾ। ਉਹਨੇ ਇਹ ਵੀ ਕਿਹਾ ਕਿ ਉਹ ਨਾ ਸਿਰਫ ਬੇਵਕੂਫ ਸੀ ਬਲਕਿ ਬੇਹੱਦ ਸੁਆਰਥੀ ਵੀ, ਜੋ ਉਹਨੇ ਇੰਜ ਸੋਚਿਆ ਕਿ ਆਪਣੀ ਸੁੰਦਰ ਭੈਣ ਨੂੰ ਉਹ ਜ਼ਿੰਦਗੀ ਭਰ ਆਪਣੇ ਕੋਲ ਹੀ ਰੱਖੇਗਾ। ਜੇ ਉਹਨੇ ਕਿਸੇ ਦੂਜੇ ਘਰ ਜਾਣਾ ਹੀ ਹੈ ਤਾਂ ਕਿਸੇ ਹੋਰ ਦੇ ਘਰ ਜਾਣ ਦੀ ਬਜਾਏ ਮੇਰੇ ਵਰਗੇ ਕਿਸੇ ਗੁਆਂਢੀ ਦੇ ਘਰ ਜਾਏ ਤਾਂ ਵਧੇਰੇ ਚੰਗਾ ਹੈ। ਯਾਨੀ ਉਹ ਮੰਨ ਗਿਆ। ਲੱਗਦਾ ਤਾਂ ਕੁਝ ਇੰਝ ਹੀ ਹੈ। ਮਤਲਬ ਉਹਦਾ ਕਹਿਣਾ ਹੈ ਕਿ ਇਹ ਗੱਲ ਉਸ ਲਈ ਜ਼ਰਾ ਉੱਪਰੀ ਹੈ, ਜਿਸ ਲਈ ਉਹ ਹੁਣ ਤੱਕ ਤਿਆਰ ਨਹੀਂ ਸੀ। ਤਿਆਰ ਹੋਣ ਲਈ ਉਹਨੂੰ ਥੋੜਾ ਸਮਾਂ ਚਾਹੀਦਾ ਹੈ। ਉਹ ਸਭ ਕੰਮ ਕਰਨ ਲਈ ਤਿਆਰ ਹੈ, ਬਸ਼ਰਤੇ ਕਿ 3 ਮਹੀਨੇ ਲਈ ਇਸ ਗੱਲ ਨੂੰ ਇੱਥੇ ਹੀ ਰੋਕ ਦਿੱਤਾ ਜਾਏ ਜਿੱਥੇ ਉਹ ਇਸ ਵੇਲੇ ਹੈ। ਯਾਨੀ ਇਸ ਦੌਰਾਨ ਉਹਨੂੰ ਉਹਦੀ ਭੈਣ ਨਾਲ ਮਿਲਣ ਜੁਲਣ 'ਚ ਤਾਂ ਕੋਈ ਇਤਰਾਜ਼ ਨਹੀਂ, ਪਰ ਇਹ ਤੋਂ ਅੱਗੇ ਪਿਆਰ ਵਿਆਹ ਦਾ ਕੋਈ ਮਾਮਲਾ ਨਹੀਂ ਹੋਣਾ ਚਾਹੀਦਾ। ਮੈਂ ਇਸ ਗੱਲ ਦਾ ਵਾਅਦਾ ਕਰ ਲਿਆ ਤੇ ਇਹ ਮਾਮਲਾ ਉੱਥੇ ਹੀ ਖਤਮ ਹੋ ਗਿਆ। ਇਸ ਤਰ੍ਹਾਂ ਸਾਡਾ ਛੋਟਾ ਮੋਟਾ ਰਹੱਸ ਖੁੱਲਿਆ। ਇਹ ਇੱਕ ਅਜਿਹੀ ਗੱਲ ਸੀ ਜਿਹੜੀ ਸਾਨੂੰ ਉਸ ਭੁੱਲ ਭੁਲੇਵੇਂ ਵਿੱਚੋਂ ਕੱਢਣ ਲਈ ਕਾਫੀ ਸੀ ਜਿਸ 'ਚ ਅਸੀਂ ਹੁਣ ਤੱਕ ਭਟਕ ਰਹੇ ਸੀ। ਹੁਣ ਸਾਡੀ ਸਮਝ ਆ ਗਿਆ ਸੀ ਕਿ ਸਟੇਪਲਟਨ ਆਪਣੀ ਭੈਣ ਦੇ ਰਿਸ਼ਤੇ ਦੇ ਖਿਲਾਫ ਕਿਉਂ ਸੀ, ਭਾਵੇਂ ਉਹ ਰਿਸ਼ਤਾ ਸਰ ਹੈਨਰੀ ਵਰਗੇ ਸ਼ਾਨਦਾਰ ਉਮੀਦਵਾਰ ਵੱਲੋਂ ਹੀ ਪੇਸ਼ ਕੀਤਾ ਗਿਆ ਸੀ। ਹੁਣ ਮੈਂ ਇੱਕ ਦੂਜੇ ਮਾਮਲੇ ਤੇ ਆਉਣਾ, ਜਿਹਨੂੰ ਮੈਂ ਸੂਤ ਦੇ ਉਲਝੇ ਹੋਏ ਲੱਛੇ ਵਰਗੇ ਇਸ ਵਿਚਿੱਤਰ ਮਾਮਲੇ ਵਿੱਚੋਂ ਕਿਸੇ ਧਾਗੇ ਵਾਂਗ ਖਿੱਚ ਕੇ ਬਾਹਰ ਕੱਢਿਆ। ਯਾਨੀ ਰਾਤ ਦੇ ਹਨੇਰੇ 'ਚ ਕਿਸੇ ਔਰਤ ਦੇ ਰੋਣ ਦੀ ਆਵਾਜ਼, ਮਿਸਿਸ ਬੈਰੀਮੋਰ ਦੇ ਚਿਹਰੇ ਤੇ ਹੰਝੂਆਂ ਦੇ ਨਿਸ਼ਾਨ ਤੇ ਉਹਦੇ ਪਤੀ ਦੀ ਉਸ ਖਿੜਕੀ ਤੱਕ ਦੀ ਉਹ ਰਹੱਸਮਈ ਯਾਤਰਾ। ਇਹਨਾਂ ਸਭਨਾਂ ਦਾ ਰਹੱਸ ਮੈਂ ਤੁਹਾਨੂੰ ਦੱਸਦਾ। ਹੋਮਸ, ਮੇਰੇ ਪਿਆਰੇ ਦੋਸਤ, ਮੈਨੂੰ ਵਧਾਈ ਦਿਓ ਤੇ ਕਹੋ ਕਿ ਮੈਂ ਤੁਹਾਨੂੰ ਤੁਹਾਡੇ ਇੱਕ ਪ੍ਰਤੀਨਿਧ ਦੇ ਰੂਪ 'ਚ ਨਿਰਾਸ਼ ਨਹੀਂ ਕੀਤਾ। ਕਹੋ ਕਿ ਇੱਥੇ ਭੇਜਣ ਵੇਲੇ ਤੁਸੀਂ ਜਿਹੜਾ ਵਿਸ਼ਵਾਸ ਮੇਰੇ ਉੱਪਰ ਕੀਤਾ ਸੀ, ਉਹਨੂੰ ਮੈਂ ਟੁੱਟਣ ਨਹੀਂ ਦਿਆਂਗਾ। ਇਹ ਸਾਰੀਆਂ ਗੱਲਾਂ ਸਿਰਫ ਇੱਕ ਰਾਤ ਦੀ ਦੌੜ ਭੱਜ ਨਾਲ ਪੂਰੀ ਤਰ੍ਹਾਂ ਸਪਸ਼ਟ ਹੋ ਗਈਆਂ। ਮੈਂ ਇੱਕ ਰਾਤ ਦੀ ਗੱਲ ਕੀਤੀ ਹੈ, ਪਰ ਅਸਲ 'ਚ ਇਹ 2 ਰਾਤਾਂ ਦਾ ਕੰਮ ਸੀ, ਕਿਉਂਕਿ ਪਹਿਲੀ ਰਾਤ ਤਾਂ ਸਾਡੀ ਖਾਲੀ ਗਈ ਸੀ। ਮੈਂ ਸਰ ਹੈਨਰੀ ਨਾਲ ਉਹਨਾਂ ਦੇ ਕਮਰੇ 'ਚ ਸਵੇਰੇ ਤਕਰੀਬਨ 3 ਵਜੇ ਤੱਕ ਬੈਠਾ ਰਿਹਾ, ਪਰ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਸੁਣਾਈ ਦਿੱਤੀ ਸਿਵਾਏ ਪੌੜੀਆਂ ਵਿੱਚ ਲੱਗੀ ਹੋਈ ਘੜੀ ਦੀ ਟਨ-ਟਨਾਹਟ ਦੇ।
ਉਹ ਇੱਕ ਬੜਾ ਹੀ ਖਿਜਾ ਦੇਣ ਵਾਲਾ ਜਗਰਾਤਾ ਸੀ, ਜਿਹਦਾ ਅੰਤ ਸਾਡੇ ਦੋਵਾਂ ਦੇ ਆਪੋ ਆਪਣੀ ਕੁਰਸੀ ਤੇ ਬੈਠੇ ਬੈਠੇ ਹੀ ਸੌਂ ਜਾਣ ਨਾਲ ਹੋਇਆ। ਪਰ ਇਹਦੇ ਬਾਵਜੂਦ ਵੀ ਅਸੀਂ ਨਿਰਾਸ਼ ਨਹੀਂ ਹੋਏ ਤੇ ਅਸੀਂ ਇੱਕ ਵਾਰੀ ਫਿਰ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ। ਅਗਲੀ ਰਾਤ ਅਸੀਂ ਲੈਂਪ ਦੀ ਲੋ ਮੱਧਮ ਕੀਤੀ ਤੇ ਕੋਈ ਆਵਾਜ਼ ਕੀਤੇ ਬਿਨਾਂ ਖਾਮੋਸ਼ੀ ਨਾਲ ਬੈਠੇ ਸਿਗਰਟ ਪੀਂਦੇ ਰਹੇ। ਕਿੱਡੇ ਤਜਰਬੇ ਵਾਲੀ ਗੱਲ ਸੀ ਕਿ ਉਡੀਕ ਦਾ ਸਮਾਂ ਏਡੀ ਹੌਲੀ ਹੌਲੀ ਸਰਕਦਾ ਹੈ। ਫਿਰ ਵੀ ਅਸੀਂ ਉਸ ਸ਼ਿਕਾਰੀ ਜਿੰਨੇ ਸਬਰ ਤੇ ਉਤਸੁਕਤਾ ਨਾਲ ਬੈਠੇ ਰਹੇ, ਜਿਹਨੂੰ ਇਸ ਗੱਲ ਦਾ ਪੱਕਾ ਯਕੀਨ ਹੁੰਦਾ ਕਿ ਸ਼ਿਕਾਰ ਉਹਦੇ ਜਾਲ 'ਚ ਆ ਕੇ ਜ਼ਰੂਰ ਫਸੇਗਾ। ਇੱਕ ਪਿੱਛੋਂ ਦੇ 2 ਦਾ ਘੰਟਾ ਵੱਜਿਆ। ਅਸੀਂ ਇੱਕ ਵਾਰੀ ਫੇਰ ਨਿਰਾਸ਼ ਹੋ ਚੁੱਕੇ ਸੀ ਕਿ ਅਗਲੇ ਹੀ ਛਿਣ ਅਸੀਂ ਦੋਵੇਂ ਇੱਕ ਝਟਕੇ ਨਾਲ ਆਪਣੀਆਂ ਕੁਰਸੀਆਂ ਉੱਤੇ ਸਿੱਧੇ ਹੋ ਕੇ ਬੈਠ ਗਏ। ਸਾਡੀਆਂ ਸਾਰੀਆਂ ਥੱਕੀਆਂ ਹੋਈਆਂ ਇੰਦਰੀਆਂ ਮੁੜ ਪੂਰੀ ਤਰ੍ਹਾਂ ਚੇਤੰਨ ਹੋ ਚੁੱਕੀਆਂ ਸੀ। ਸਾਨੂੰ ਬਾਹਰ ਬਰਾਂਡੇ 'ਚ ਕਿਸੇ ਦੇ ਪੈਰਾਂ ਦੀ ਦੱਬਵੀਂ ਜਿਹੀ ਆਹਟ ਸੁਣਾਈ ਦਿੱਤੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਕੋਈ ਚੋਰ ਪੈਰਾਂ ਨਾਲ ਉੱਥੋਂ ਲੰਘ ਰਿਹਾ ਹੋਵੇ। ਉਹ ਆਵਾਜ਼ ਸਾਨੂੰ ਉਦੋਂ ਤੱਕ ਸੁਣਾਈ ਦਿੰਦੀ ਰਹੀ ਜਦੋਂ ਤੱਕ ਕਿ ਉਹ ਦੂਰ ਹੁੰਦੀ ਹੋਈ ਸੰਨਾਟੇ 'ਚ ਨਹੀਂ ਡੁੱਬ ਗਈ। ਫਿਰ ਸਰ ਹੈਨਰੀ ਦੀ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ। ਅਸੀਂ ਦੋਵੇਂ ਟੋਹ 'ਚ ਤੁਰ ਪਏ। ਉਦੋਂ ਤੱਕ ਸਾਡਾ ਸ਼ਿਕਾਰ ਬਾਲਕਨੀ ਵੱਲ ਮੁੜ ਚੁੱਕਿਆ ਸੀ ਤੇ ਵਰਾਂਡੇ 'ਚ ਪੂਰੀ ਤਰ੍ਹਾਂ ਹਨੇਰਾ ਫੈਲਿਆ ਹੋਇਆ ਸੀ। ਦੱਬਵੇਂ ਪੈਰੀ ਵੱਧਦੇ ਹੋਏ ਅਸੀਂ ਇਮਾਰਤ ਦੇ ਦੂਜੇ ਹਿੱਸੇ 'ਚ ਪਹੁੰਚੇ। ਬਿਲਕੁਲ ਸਹੀ ਸਮੇਂ ਸਿਰ ਪਹੁੰਚੇ ਸੀ ਅਸੀਂ, ਕਿਉਂਕਿ ਸਾਨੂੰ ਇੱਕ ਲੰਮਾ ਚੌੜਾ ਦਾੜੀ ਵਾਲਾ ਪਰਛਾਵਾਂ ਦੱਬਵੇਂ ਪੈਰੀ ਜਾਂਦਾ ਹੋਇਆ ਦਿਖਾਈ ਦਿੱਤਾ ਤੇ ਫਿਰ ਉਹ ਪਹਿਲੇ ਦਰਵਾਜ਼ੇ ਅੰਦਰ ਹੀ ਵੜ ਗਿਆ ਤੇ ਉਹਦੀ ਚੌਖਟ ਵਿੱਚੋਂ ਆਉਂਦੀ ਹੋਈ ਮੋਮਬੱਤੀ ਦੀ ਰੋਸ਼ਨੀ ਵਰਾਂਡੇ ਦੇ ਉਸ ਮਨਹੂਸ ਹਨੇਰੇ 'ਚ ਕਿਸੇ ਸ਼ਤੀਰ ਵਾਂਗ ਚਮਕ ਰਹੀ ਸੀ। ਅਸੀਂ ਬਿਨਾਂ ਕੋਈ ਆਵਾਜ਼ ਕੀਤੇ ਸਾਵਧਾਨੀ ਨਾਲ ਅੱਗੇ ਵਧੇ ਤਾਂ ਕਿ ਲੱਕੜ ਦੇ ਫਰਸ਼ ਦਾ ਕੋਈ ਫੱਟਾ ਸਾਡੇ ਦੋਵਾਂ ਵਿੱਚੋਂ ਕਿਸੇ ਦੇ ਭਾਰ ਕਰਕੇ ਚਰਮਰਾ ਨਾ ਜਾਏ। ਆਪਣੇ ਬੂਟ ਲਾ ਕੇ ਪਿੱਛੇ ਰੱਖ ਆਉਣ ਦੀ ਸਾਵਧਾਨੀ ਅਸੀਂ ਪਹਿਲਾਂ ਹੀ ਵਰਤ ਚੁੱਕੇ ਸੀ, ਪਰ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਪੁਰਾਣਾ ਫੱਟਾ ਸਾਡੇ ਪੈਰਾਂ ਹੇਠ ਚਰਮਰਾਉਂਦਾ ਹੋਇਆ ਹੌਲੀ ਜਿਹੀ ਕਰਾਹ ਉੱਠਦਾ ਸੀ। ਕਈ ਵਾਰੀ ਤਾਂ ਇੰਜ ਲੱਗਦਾ ਕਿ ਉਸ ਤੱਕ ਆਵਾਜ਼ ਨਹੀਂ ਪਹੁੰਚੀ ਹੋਏਗੀ ਜਾਂ ਉਹਨੇ ਸੁਣਿਆ ਨਹੀਂ ਹੋਏਗਾ। ਇਹ ਬਿਲਕੁਲ ਅਸੰਭਵ ਹੈ। ਚਲੋ ਖੈਰ, ਕਰਮਾਂ ਸੇਤੀ ਉਹ ਆਦਮੀ ਬੋਲਾ ਸੀ ਤੇ ਆਪਣੇ ਕਿਰਿਆ ਕਲਾਪ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ, ਇਸ ਲਈ ਸਾਡੀ ਆਹਟ ਦੇ ਸੁਣ ਲਏ ਜਾਣ ਦਾ ਖਤਰਾ ਕਾਫੀ ਘੱਟ ਸੀ। ਆਖਰ ਜਦੋਂ ਅਸੀਂ ਦਰਵਾਜ਼ੇ ਤੱਕ ਪਹੁੰਚ ਗਏ ਤੇ ਅੰਦਰ ਝਾਕ ਕੇ ਦੇਖਿਆ ਤਾਂ ਅਸੀਂ ਉਹਨੂੰ ਖਿੜਕੀ ਦੇ ਬਾਹਰ ਝਾਕਦਿਆਂ ਦੇਖਿਆ। ਮੋਮਬੱਤੀ ਉਹਦੇ ਹੱਥ ਵਿੱਚ ਸੀ ਤੇ ਬਿਲਕੁਲ ਉਸੇ ਮੁਦਰਾ 'ਚ ਸੀ ਜਿਸ ਵਿੱਚ ਮੈਂ ਉਹਨੂੰ 2 ਰਾਤਾਂ ਪਹਿਲਾਂ ਦੇਖਿਆ ਸੀ। ਅਸੀਂ ਆਪਣੇ ਇਸ ਮੁਹਿੰਮ ਦੀ ਕੋਈ ਖਾਸ ਯੋਜਨਾ ਤਾਂ ਬਣਾਈ ਨਹੀਂ ਸੀ ਹੋਈ, ਪਰ ਸਾਡਾ ਨੌਜਵਾਨ ਦੋਸਤ ਜਾਗੀਰਦਾਰ ਉਹਨਾਂ ਆਦਮੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਦਾ ਕੰਮ ਹੀ ਯਕਦਮ ਸਿੱਧੇ ਢੰਗ ਨਾਲ ਕੰਮ ਕਰਨਾ ਹੁੰਦਾ। ਸੋ ਸਿੱਧਾ ਕਮਰੇ 'ਚ ਵੜ ਗਿਆ। ਜਿਵੇਂ ਉਹ ਕਮਰੇ 'ਚ ਵੜਿਆ, ਬੈਰੀਮੋਰ ਇੱਕਦਮ ਖਿੜਕੀ ਵਿੱਚੋਂ ਉਛਲਿਆ ਤੇ ਉਹਦੇ ਗਲ 'ਚੋਂ ਘੁੱਟੀ ਘੁੱਟੀ ਜਿਹੀ ਸਿਸਕੀ ਨਿਕਲੀ। ਉਹਦਾ ਰੰਗ ਬਿਲਕੁਲ ਉੱਡ ਗਿਆ ਤੇ ਉਹ ਸਾਡੇ ਸਾਹਮਣੇ ਖੜਾ ਕੰਬ ਰਿਹਾ ਸੀ। ਉਹਦੇ ਪੀਲੇ ਚਿਹਰੇ ਦੀ ਸਫੈਦੀ ਵਿੱਚ ਉਹਦੀਆਂ ਕਾਲੀਆਂ ਕਾਲੀਆਂ ਅੱਖਾਂ ਦਹਿਸ਼ਤ ਤੇ ਹੈਰਾਨੀ ਨਾਲ ਕਦੇ ਸਰ ਹੈਨਰੀ ਨੂੰ ਤੇ ਕਦੇ ਮੈਨੂੰ ਘੂਰ ਰਹੀਆਂ ਸਨ। ਤੁਸੀਂ ਇੱਥੇ ਕੀ ਕਰ ਰਹੇ ਹੋ ਬੈਰੀਮੋਰ? ਕੁਛ ਨਹੀਂ ਸਰ। ਉਹਦੀ ਘਬਰਾਹਟ ਇੰਨੀ ਵੱਧ ਗਈ ਸੀ ਕਿ ਬੜੀ ਮੁਸ਼ਕਲ ਨਾਲ ਜਵਾਬ ਦੇ ਰਿਹਾ ਸੀ ਤੇ ਉਹਦੇ ਹੱਥ ਦੀ ਮੋਮਬੱਤੀ ਦੇ ਸਥਿਰ ਨਾ ਰਹਿ ਸਕਣ ਕਰਕੇ ਆਸੇ ਪਾਸੇ ਦੇ ਪਰਛਾਵੇਂ ਵੀ ਉੱਪਰ ਹੇਠ ਹੋ ਰਹੇ ਸਨ। ਮੈਂ ਖਿੜਕੀ ਨੂੰ ਦੇਖ ਰਿਹਾ ਸੀ। ਸਰ, ਰਾਤ ਨੂੰ ਘੁੰਮ ਫਿਰ ਕੇ ਦੇਖ ਲੈਣਾ ਕਿ ਸਾਰੀਆਂ ਚੰਗੀ ਤਰ੍ਹਾਂ ਬੰਦ ਨੇ ਜਾਂ ਨਹੀਂ, ਕੋਈ ਖੁੱਲੀ ਤਾਂ ਨਹੀਂ ਰਹਿ ਗਈ। ਤਾਂ ਤੁਸੀਂ ਖਿੜਕੀ ਨੂੰ ਚੈੱਕ ਕਰ ਰਹੇ ਸੀ? ਹਾਂਜੀ ਸਰ, ਮੈਂ ਰੋਜ਼ ਚੈੱਕ ਕਰਦਾ। ਦੇਖੋ ਬੈਰੀਮੋਰ, ਸਰ ਹੈਨਰੀ ਨੇ ਕਰੜੀ ਸੁਰ 'ਚ ਕਿਹਾ, ਅਸੀਂ ਤੁਹਾਤੋਂ ਸੱਚ ਉਗਲਵਾਉਣ ਦਾ ਪੱਕਾ ਫੈਸਲਾ ਕਰ ਲਿਆ। ਜੇ ਤੁਸੀਂ ਅਗਲੀਆਂ ਪਰੇਸ਼ਾਨੀਆਂ ਤੇ ਮੁਸੀਬਤਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੀ ਭਲਾਈ ਇਸੇ 'ਚ ਹੈ ਕਿ ਤੁਸੀਂ ਕਿਸੇ ਕਿਸਮ ਦੀ ਵੀ ਦੇਰ ਕੀਤੇ ਬਿਨਾਂ ਸਾਰੀ ਸੱਚਾਈ ਆਪਣੇ ਆਪ ਦੱਸ ਦਿਓ। ਚਲੋ ਹੁਣ ਫਟਾਫਟ ਬੋਲੋ। ਝੂਠ ਬਿਲਕੁਲ ਨਹੀਂ। ਕੀ ਕਰ ਰਹੇ ਸੀ ਤੁਸੀਂ ਖਿੜਕੀ ਕੋਲ ਖੜੇ? ਉਸ ਵਿਚਾਰੇ ਨੇ ਸਾਡੇ ਵੱਲ ਬੜਾ ਹੀ ਨਿੰਮੂ ਝੂਣਾ ਜਿਹਾ ਹੋ ਕੇ ਦੇਖਿਆ ਤੇ ਫਿਰ ਆਪਣੇ ਹੱਥਾਂ ਨੂੰ ਆਪਸ 'ਚ ਇਸ ਤਰ੍ਹਾਂ ਰਗੜਨ ਤੇ ਤੋੜਨ ਮਰੋੜਨ ਲੱਗਾ ਜਿਵੇਂ ਕਿਸੇ ਬਹੁਤ ਵੱਡੀ ਮੁਸੀਬਤ 'ਚ ਫਸ ਗਿਆ ਹੋਵੇ ਤੇ ਇਹ ਸਮਝ 'ਚ ਨਾ ਆ ਰਿਹਾ ਹੋਏ ਕਿ ਕਰੇ ਤਾਂ ਕੀ ਕਰੇ। ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ ਸੀ ਸਰ, ਆਖਿਰਕਾਰ ਉਹ ਬੋਲਿਆ। ਮੈਂ ਸਿਰਫ ਖਿੜਕੀ 'ਚੋਂ ਮੋਮਬੱਤੀ ਦਿਖਾ ਰਿਹਾ ਸੀ। ਤੇ ਤੁਸੀਂ ਖਿੜਕੀ 'ਚੋਂ ਮੋਮਬੱਤੀ ਕਿਉਂ ਦਿਖਾ ਰਹੇ ਸੀ? ਬਸ ਇਹ ਨਾ ਪੁੱਛੋ ਸਰ, ਮੈਥੋਂ ਇਹ ਨਾ ਪੁੱਛੋ। ਮੈਂ ਤੁਹਾਨੂੰ ਸਹੁੰ ਖਾ ਕੇ ਕਹਿਣਾ ਕਿ ਇਹ ਕੋਈ ਮੇਰਾ ਆਪਣਾ ਰਾਜ਼ ਨਹੀਂ ਹੈ ਜਿਹਨੂੰ ਮੈਂ ਛੁਪਾਉਣਾ ਚਾਹੁੰਦਾ, ਇਸ ਲਈ ਮੈਂ ਤੁਹਾਨੂੰ ਕੁਛ ਨਹੀਂ ਦੱਸ ਸਕਦਾ। ਜੇ ਉਹਦਾ ਸਬੰਧ ਕਿਸੇ ਹੋਰ ਦੀ ਬਜਾਏ ਸਿਰਫ ਮੇਰੇ ਨਾਲ ਹੀ ਹੁੰਦਾ ਤਾਂ ਭਗਵਾਨ ਦੀ ਸਹੁੰ ਮੈਂ ਤੁਹਾਤੋਂ ਕੁਛ ਵੀ ਲੁਕਾਉਣ ਦੀ ਕੋਸ਼ਿਸ਼ ਨਾ ਕਰਦਾ। ਅਚਾਨਕ ਇੱਕ ਵਿਚਾਰ ਮੇਰੇ ਦਿਮਾਗ 'ਚ ਆਇਆ ਤੇ ਮੈਂ ਉਸ ਬਟਲਰ ਦੇ ਕੰਬਦੇ ਹੱਥਾਂ 'ਚੋਂ ਮੋਮਬੱਤੀ ਫੜ ਲਈ। ਇਸ ਮੋਮਬੱਤੀ ਨਾਲ ਜ਼ਰੂਰ ਕਿਸੇ ਨੂੰ ਕੋਈ ਇਸ਼ਾਰਾ ਕਰ ਰਿਹਾ ਹੋਏਗਾ, ਮੈਂ ਕਿਹਾ, ਦੇਖਦੇ ਹਾਂ ਕਿ ਦੂਜੇ ਪਾਸਿਓਂ ਕੋਈ ਜਵਾਬ ਮਿਲਦਾ ਹੈ ਕਿ ਨਹੀਂ।
ਮੈਂ ਮੋਮਬੱਤੀ ਨੂੰ ਉਸੇ ਤਰ੍ਹਾਂ ਫੜਿਆ ਜਿਵੇਂ ਉਹਨੇ ਫੜਿਆ ਸੀ ਤੇ ਫਿਰ ਬਾਹਰ ਰਾਤ ਦੇ ਹਨੇਰੇ ਵੱਲ ਤੱਕਣ ਲੱਗ ਪਿਆ। ਰੁੱਖਾਂ ਦੇ ਕਾਲੇ ਪਰਛਾਵਿਆਂ ਤੇ ਉਹਨਾਂ ਨਾਲੋਂ ਹਲਕੇ ਕਾਲੇ ਜੰਗਲ ਦੇ ਵਿਸਥਾਰ 'ਚ ਮੈਂ ਬੜੀ ਮੁਸ਼ਕਲ ਨਾਲ ਬੜਾ ਥੋੜ੍ਹਾ ਫਰਕ ਮਹਿਸੂਸ ਕਰ ਸਕਿਆ ਸੀ, ਕਿਉਂਕਿ ਚੰਦ ਉਸ ਵੇਲੇ ਬੱਦਲਾਂ ਦੀ ਓਟ ਵਿੱਚ ਲੁਕਿਆ ਹੋਇਆ ਸੀ। ਤੇ ਫਿਰ ਯਕਦਮ ਹੀ ਮੇਰੇ ਗਲ 'ਚੋਂ ਇੱਕ ਅਜੀਬ ਜਿਹੀ ਹੈਰਾਨੀ ਭਰੀ ਚੀਕ ਨਿਕਲ ਗਈ, ਕਿਉਂਕਿ ਅਚਾਨਕ ਹੀ ਬਾਹਰ ਫੈਲੀ ਹੋਈ ਹਨੇਰੇ ਦੀ ਚਾਦਰ ਇੱਕ ਤਿਲ ਜਿੱਡਾ ਰੌਸ਼ਨੀ ਦਾ ਪੀਲਾ ਚਾਨਣ ਬਿੰਦੂ ਨਜ਼ਰ ਆਉਣ ਲੱਗਾ ਸੀ। ਉਹ ਬਿੰਦੂ ਖਿੜਕੀ ਦੀ ਚੌਖਟ ਦੇ ਚੌਕੋਰ ਹਨੇਰੇ ਵਿਚਕਾਰ ਬੜੀ ਸਥਿਰਤਾ ਨਾਲ ਚਮਕ ਰਿਹਾ ਸੀ। ਉਹ ਹੈ ਸਾਹਮਣੇ, ਮੈਂ ਯਕਦਮ ਜ਼ੋਰ ਨਾਲ ਬੋਲਿਆ। ਨਹੀਂ ਸਰ, ਨਹੀਂ, ਉਹ ਕੁਛ ਨਹੀਂ ਹੈ। ਬਟਲਰ ਫੁੱਟ ਪਿਆ। ਮੈਂ ਤੁਹਾਨੂੰ ਯਕੀਨ ਦਿਵਾਉਣਾ। ਆਪਣੀ ਰੌਸ਼ਨੀ ਨੂੰ ਖਿੜਕੀ 'ਚ ਇੱਧਰ ਉੱਧਰ ਘੁਮਾਓ ਵਾਟਸਨ, ਜਾਗੀਰਦਾਰ ਨੇ ਹੁਕਮ ਦਿੱਤਾ। ਦੇਖਿਆ, ਉਹ ਦੂਜੇ ਪਾਸੇ ਵੀ ਇਸ ਤਰ੍ਹਾਂ ਹਿੱਲ ਰਹੀ ਹੈ। ਹਰਾਮਜ਼ਾਦੇ ਬਦਮਾਸ਼, ਕੀ ਹੁਣ ਵੀ ਤੂੰ ਇਸ ਇਸ਼ਾਰੇਬਾਜ਼ੀ ਤੋਂ ਇਨਕਾਰ ਕਰੇਂਗਾ? ਬੋਲ, ਜਲਦੀ ਬੋਲ। ਉੱਥੇ ਬਾਹਰ ਤੇਰਾ ਕਿਹੜਾ ਬਦਮਾਸ਼ ਸਾਥੀ ਲੁਕਿਆ ਹੋਇਆ ਹੈ ਤੇ ਸਭ ਜੋ ਕੁਝ ਹੋ ਰਿਹਾ ਕਿਸ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ? ਜਲਦੀ। ਤੇ ਬੈਰੀਮੋਰ ਦਾ ਸਹਿਮਿਆ ਚਿਹਰਾ ਯਕਦਮ ਪੱਥਰ ਦੀ ਕਠੋਰ ਮੂਰਤੀ ਵਰਗਾ ਹੋ ਗਿਆ। ਇਹ ਮੇਰਾ ਨਿੱਜੀ ਮਾਮਲਾ ਹੈ, ਤੁਹਾਡਾ ਇਸ ਨਾਲ ਕੋਈ ਲੈਣ ਦੇਣ ਨਹੀਂ। ਮੈਂ ਤੁਹਾਨੂੰ ਕੁਛ ਨਹੀਂ ਦੱਸਾਂਗਾ। ਇਹ ਗੱਲ ਹੈ ਤਾਂ ਮੈਂ ਤੁਹਾਨੂੰ ਫੌਰਨ ਆਪਣੀ ਨੌਕਰੀ ਤੋਂ ਕੱਢ ਰਿਹਾ। ਚਲਾ ਜਾ ਇੱਥੋਂ। ਠੀਕ ਹੈ ਸਰ, ਜੇ ਮੈਂ ਜਾਣਾ ਹੀ ਹੈ ਤਾਂ ਫਿਰ ਚਲੇ ਹੀ ਜਾਣਾ ਚਾਹੀਦਾ। ਤੇ ਤੂੰ ਇੱਥੋਂ ਅਪਮਾਨਿਤ ਹੋ ਕੇ ਜਾਏਂਗਾ। ਸਹੁੰ ਨੀਲੀ ਛਤਰੀ ਵਾਲੇ ਦੀ, ਕੀ ਤੈਨੂੰ ਆਪਣੇ ਆਪ ਤੇ ਸ਼ਰਮ ਨਹੀਂ ਆਉਂਦੀ? ਤੇਰਾ ਪਰਿਵਾਰ ਮੇਰੇ ਖਾਨਦਾਨ ਨਾਲ ਇਸ ਛੱਤ ਹੇਠ ਪਿਛਲੇ 100 ਸਾਲ ਤੋਂ ਵੀ ਵੱਧ ਰਹਿੰਦਾ ਆ ਰਿਹਾ ਤੇ ਤੂੰ ਇੱਥੇ ਮੇਰੇ ਖਿਲਾਫ ਹੀ ਕੋਈ ਡੂੰਘੀ ਸਾਜ਼ਿਸ਼ ਰਚ ਰਿਹਾ। ਨਹੀਂ ਨਹੀਂ ਸਰ, ਨਹੀਂ, ਤੁਹਾਡੇ ਖਿਲਾਫ ਨਹੀਂ। ਇਹ ਇੱਕ ਔਰਤ ਦੀ ਆਵਾਜ਼ ਸੀ ਤੇ ਮਿਸਿਸ ਬੈਰੀਮੋਰ ਆਪਣੇ ਪਤੀ ਨਾਲੋਂ ਵੀ ਕਿਤੇ ਵੱਧ ਪੀਲੀ ਤੇ ਦਹਿਸ਼ਤ ਜ਼ਦਾ ਜਿਹੀ ਦਰਵਾਜ਼ੇ 'ਚ ਵਿਚਕਾਰ ਖੜੀ ਸੀ। ਇੱਕ ਸਕਰਟ ਤੇ ਸ਼ਾਲ 'ਚ ਲਿਪਟਿਆ ਹੋਇਆ ਭਾਰੀ ਸਰੀਰ। ਹਾਸਾ ਆ ਗਿਆ ਹੁੰਦਾ ਜੇ ਉਸ ਵੇਲੇ ਉਹਦੇ ਚਿਹਰੇ ਤੇ ਡੂੰਘੀ ਉਲਝਣ ਤੇ ਪਰੇਸ਼ਾਨੀ ਦੇ ਭਾਵ ਨਾ ਹੁੰਦੇ। ਸਾਨੂੰ ਹੁਣ ਇੱਥੋਂ ਜਾਣਾ ਹੀ ਪਏਗਾ ਅਲਿਜਾ, ਬਟਲਰ ਨੇ ਕਿਹਾ। ਹੁਣ ਅਸੀਂ ਇੱਥੇ ਨਹੀਂ ਰਹਿ ਸਕਦੇ। ਤੂੰ ਸਾਰਾ ਸਮਾਨ ਬੰਨ੍ਹ ਦੇ। ਉਫ ਜੌਨ, ਮੇਰੇ ਕਰਕੇ ਤੂੰ ਕਿਸ ਮੁਸੀਬਤ 'ਚ ਫਸ ਗਿਆ? ਇਹ ਸਭ ਮੇਰਾ ਹੀ ਕੀਤਾ ਧਰਿਆ। ਸਰ ਹੈਨਰੀ, ਸਿਰਫ ਮੇਰਾ। ਇਸਨੇ ਜੋ ਕੁਝ ਵੀ ਕੀਤਾ ਮੇਰੀ ਖਾਤਰ ਕੀਤਾ। ਮੈਂ ਹੀ ਇਹਨੂੰ ਇਹ ਸਭ ਕੁਝ ਕਰਨ ਲਈ ਕਿਹਾ ਸੀ। ਤਾਂ ਫਿਰ ਤੁਸੀਂ ਦੱਸੋ, ਆਖਰ ਇਹ ਸਭ ਕੀ ਚੱਕਰ ਹੈ? ਮੇਰਾ ਬਦਕਿਸਮਤ ਭਰਾ ਜੰਗਲ 'ਚ ਭੁੱਖਾ ਮਰ ਰਿਹਾ। ਅਸੀਂ ਉਹਨੂੰ ਆਪਣੇ ਦਰਵਾਜ਼ੇ ਤੇ ਬਾਹਰ ਹੀ ਮਰਨ ਲਈ ਨਹੀਂ ਛੱਡ ਸਕਦੇ। ਇਹ ਰੌਸ਼ਨੀ ਦਾ ਇਸ਼ਾਰਾ ਉਹਨੂੰ ਇਹ ਦੱਸਣ ਲਈ ਸੀ ਕਿ ਖਾਣਾ ਤਿਆਰ ਹੈ। ਬਾਹਰੋਂ ਜਿਹੜਾ ਰੌਸ਼ਨੀ ਦਾ ਇਸ਼ਾਰਾ ਸੀ, ਉਸ ਤੋਂ ਇਹ ਪਤਾ ਲੱਗਦਾ ਸੀ ਕਿ ਖਾਣਾ ਕਿੱਥੇ ਪਹੁੰਚਾਉਣਾ ਹੈ। ਇਹਦਾ ਮਤਲਬ ਹੈ ਤੁਹਾਡਾ ਭਰਾ ਉਹ ਫਰਾਰ ਕੈਦੀ ਸੈਲਡਨ ਹੈ, ਕਾਨੂੰਨ ਦਾ ਮੁਜਰਮ। ਇਹ ਸੱਚ ਹੈ ਸਰ, ਬੈਰੀਮੋਰ ਨੇ ਕਿਹਾ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੇਰਾ ਰਾਜ਼ ਨਹੀਂ ਹੈ, ਵਰਨਾ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ। ਪਰ ਹੁਣ ਤੁਸੀਂ ਸਭ ਸੁਣ ਹੀ ਲਿਆ, ਸਮਝ ਵੀ ਗਏ ਹੋਵੋਗੇ ਕਿ ਜੋ ਵੀ ਚੱਕਰ ਹੈ ਉਹ ਤੁਹਾਡੇ ਖਿਲਾਫ ਨਹੀਂ ਹੈ। ਤਾਂ ਇਹ ਹੈ ਰਾਤ ਨੂੰ ਇੱਕ ਔਰਤ ਦੇ ਰੋਣ ਤੇ ਬੈਰੀਮੋਰ ਦੇ ਚੋਰਾਂ ਵਾਂਗ ਜਾ ਕੇ ਖਿੜਕੀ ਵਿੱਚੋਂ ਰੌਸ਼ਨੀ ਦਿਖਾਉਣ ਦਾ ਰਹੱਸ। ਸਰ ਹੈਨਰੀ ਤੇ ਮੈਂ ਹੈਰਾਨੀ ਨਾਲ ਉਸ ਔਰਤ ਵੱਲ ਦੇਖਦੇ ਰਹਿ ਗਏ ਤੇ ਸੋਚਦੇ ਰਹੇ ਕਿ ਕੀ ਇਹ ਸੰਭਵ ਹੈ ਕਿ ਇਸ ਨੇਕ ਤੇ ਸ਼ਰੀਫ ਔਰਤ ਦੀਆਂ ਰਗਾਂ ਵਿੱਚ ਵੀ ਉਹੀ ਖੂਨ ਦੌੜ ਰਿਹਾ ਜਿਹੜਾ ਕਿ ਉਸ ਇਲਾਕੇ ਦਾ ਸਭ ਤੋਂ ਬਦਨਾਮ ਖਤਰਨਾਕ ਅਪਰਾਧੀ ਦੇ ਜਿਸਮ ਵਿੱਚ ਦੌੜ ਰਿਹਾ। ਹਾਂ ਸਰ, ਸੈਲਡਨ ਮੇਰਾ ਛੋਟਾ ਭਰਾ ਹੈ, ਉਹ ਬੋਲੀ। ਜਦੋਂ ਬੱਚਾ ਸੀ ਤਾਂ ਅਸੀਂ ਉਹਨੂੰ ਬੜਾ ਲਾਡ ਪਿਆਰ ਦਿੱਤਾ, ਉਹਦੀ ਹਰ ਇੱਛਾ ਪੂਰੀ ਕਰਦੇ ਹੋਏ ਉਹਨੂੰ ਮਨਮਾਨੀ ਕਰਨ ਦੀ ਖੁੱਲ੍ਹ ਦਿੱਤੀ। ਇਹਦਾ ਨਤੀਜਾ ਇਹ ਨਿਕਲਿਆ ਕਿ ਉਹ ਦੁਨੀਆ ਨੂੰ ਮੌਜ ਮਸਤੀ ਕਰਨ ਦੀ ਜਗ੍ਹਾ ਸਮਝਣ ਲੱਗਾ। ਉਹਦੇ ਦਿਮਾਗ 'ਚ ਬੈਠ ਗਈ ਕਿ ਉਹ ਆਪਣੀ ਮਨਮਰਜ਼ੀ ਦੇ ਮੁਤਾਬਕ ਜੋ ਚਾਹੇ ਸੋ ਕਰ ਸਕਦਾ ਹੈ। ਉਹ ਵੱਡਾ ਹੋਇਆ ਤਾਂ ਗਲਤ ਲੋਕਾਂ ਦੀ ਸੰਗਤ 'ਚ ਫਸ ਗਿਆ। ਸ਼ੈਤਾਨ ਉਹਦੇ ਅੰਦਰ ਵੜ ਬੈਠਾ। ਉਹਨੇ ਮੇਰੀ ਮਾਂ ਦਾ ਦਿਲ ਤੋੜ ਦਿੱਤਾ, ਸਾਡੇ ਖਾਨਦਾਨ ਦੇ ਨਾਂ ਨੂੰ ਮਿੱਟੀ 'ਚ ਮਿਲਾ ਦਿੱਤਾ। ਇੱਕ ਪਿੱਛੋਂ ਇੱਕ ਅਪਰਾਧ ਕਰਦਾ ਹੋਇਆ ਜੁਰਮ ਦੀ ਦਲਦਲ 'ਚ ਡੂੰਘਾ ਧੱਸਦਾ ਗਿਆ। ਇਹ ਤਾਂ ਈਸ਼ਵਰ ਦੀ ਅਸੀਮ ਕਿਰਪਾ ਹੀ ਸੀ ਜਿਹਨੇ ਉਹਨੂੰ ਫਾਂਸੀ ਦੇ ਫੰਦੇ ਤੋਂ ਬਚਾ ਲਿਆ। ਪਰ ਸਰ, ਦੁਨੀਆ ਲਈ ਉਹ ਭਾਵੇਂ ਕੁਛ ਵੀ ਹੋਵੇ, ਪਰ ਮੇਰੇ ਲਈ ਤਾਂ ਘੁੰਗਰਾਲੇ ਵਾਲਾਂ ਵਾਲਾ ਨੰਨਾ ਮੁੰਨਾ ਬਾਲ ਹੀ ਹੈ। ਵੱਡੀ ਭੈਣ ਹੋਣ ਦੇ ਨਾਤੇ ਜਿਹਨੂੰ ਮੈਂ ਆਪਣੀ ਗੋਦ 'ਚ ਖਿਡਾਇਆ ਤੇ ਪਾਲਿਆ ਪੋਸਿਆ ਸੀ, ਇਸ ਲਈ ਉਹ ਜੇਲ੍ਹ ਤੋੜ ਕੇ ਭੱਜਿਆ। ਸਰ, ਉਹਨੂੰ ਪਤਾ ਸੀ ਕਿ ਮੈਂ ਇੱਥੇ ਰਹਿੰਦੀ ਹਾਂ ਤੇ ਅਸੀਂ ਉਹਦੀ ਮਦਦ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ। ਕਹਿੰਦੀ ਉਹ ਫਿੱਸ ਪਈ, ਪਰ ਅਗਲੇ ਹੀ ਛਿਣ ਉਹਨੇ ਆਪਣੇ ਆਪ ਉੱਤੇ ਕਾਬੂ ਪਾ ਲਿਆ।
ਇੱਕ ਰਾਤ ਉਹ ਥੱਕਿਆ ਹਾਰਿਆ ਤੇ ਭੁੱਖ ਨਾਲ ਬੇਹਾਲ ਡਿੱਗਦਾ ਢਹਿੰਦਾ ਇੱਥੇ ਆਇਆ। ਉਹ ਆਪਣੇ ਭਰੜਾਏ ਹੋਏ ਗਲ ਨੂੰ ਸਾਫ਼ ਕਰਕੇ ਅੱਗੇ ਬੋਲੀ। ਪੁਲਿਸ ਵਾਲੇ ਉਹਦੇ ਪਿੱਛੇ ਪਏ ਸਨ। ਸਾਡੀ ਸਮਝ 'ਚ ਨਹੀਂ ਆਇਆ ਕਿ ਅਸੀਂ ਕੀ ਕਰੀਏ। ਫਿਰ ਵੀ ਉਹ ਭਰਾ ਸੀ ਮੇਰਾ। ਅਸੀਂ ਉਹਨੂੰ ਖਾਣਾ ਵਗੈਰਾ ਖਵਾ ਕੇ ਇੱਥੇ ਪਨਾਹ ਦਿੱਤੀ ਤੇ ਫਿਰ ਤੁਸੀਂ ਆ ਗਏ ਸਰ। ਮੇਰੇ ਭਰਾ ਨੇ ਸੋਚਿਆ ਕਿ ਜਦੋਂ ਤੱਕ ਮਾਮਲਾ ਠੰਡਾ ਨਹੀਂ ਪੈ ਜਾਂਦਾ ਉਦੋਂ ਤੱਕ ਉਹ ਜੰਗਲ 'ਚ ਹੀ ਸਭ ਤੋਂ ਵੱਧ ਸੁਰੱਖਿਅਤ ਰਹੇਗਾ, ਇਸ ਲਈ ਉੱਥੇ ਜਾ ਕੇ ਲੁਕ ਗਿਆ। ਹੁਣ ਹਰ ਦੂਜੀ ਰਾਤ ਨੂੰ ਅਸੀਂ ਖਿੜਕੀ 'ਚੋਂ ਰੌਸ਼ਨੀ ਦਿਖਾ ਕੇ ਇਸ ਗੱਲ ਦਾ ਪਤਾ ਕਰਦੇ ਹਾਂ ਕਿ ਕੀ ਉਹ ਅਜੇ ਵੀ ਉੱਥੇ ਹੀ ਹੈ ਜਾਂ ਚਲਾ ਗਿਆ। ਜੇ ਕੋਈ ਜਵਾਬ ਮਿਲਦਾ ਹੈ ਤਾਂ ਮੇਰਾ ਪਤੀ ਉਸ ਲਈ ਖਾਣਾ ਲੈ ਕੇ ਉੱਥੇ ਚਲਾ ਜਾਂਦਾ ਹੈ। ਹਰ ਵਾਰੀ ਅਸੀਂ ਇਹੀ ਸੋਚਦੇ ਹਾਂ ਕਿ ਉਹ ਸ਼ਾਇਦ ਚਲਾ ਗਿਆ ਹੋਏਗਾ, ਪਰ ਜਦੋਂ ਤੱਕ ਉਹ ਇੱਥੇ ਹੈ ਉਦੋਂ ਤੱਕ ਤਾਂ ਅਸੀਂ ਉਹਨੂੰ ਭੁੱਖਾ ਨਹੀਂ ਮਰਨ ਦੇ ਸਕਦੇ। ਬਸ ਸਾਰੀ ਸੱਚਾਈ ਇਹੋ ਹੈ। ਮੈਂ ਇੱਕ ਧਾਰਮਿਕ ਵਿਚਾਰਾਂ ਵਾਲੀ ਕ੍ਰਿਸਚਨ ਔਰਤ ਹਾਂ ਸਰ, ਇਸ ਲਈ ਮੈਂ ਤੁਹਾਨੂੰ ਸਹੁੰ ਖਾ ਕੇ ਕਹਿੰਦੀ ਹਾਂ ਕਿ ਇਸ ਸਾਰੇ ਮਾਮਲੇ 'ਚ ਜੇ ਕਿਸੇ ਦਾ ਕੋਈ ਦੋਸ਼ ਹੈ ਤਾਂ ਉਹ ਸਿਰਫ ਮੇਰਾ ਹੈ। ਮੇਰੇ ਪਤੀ ਦਾ ਇਸ 'ਚ ਕੋਈ ਦੋਸ਼ ਨਹੀਂ, ਕਿਉਂਕਿ ਇਹਨੇ ਜੋ ਕੁਝ ਵੀ ਕੀਤਾ ਉਹ ਸਿਰਫ ਮੇਰੇ ਲਈ ਕੀਤਾ। ਉਸ ਔਰਤ ਦੇ ਸ਼ਬਦਾਂ 'ਚ ਜ਼ਬਰਦਸਤ ਪ੍ਰਭਾਵ ਸੀ। ਸਾਫ਼ ਪਤਾ ਲੱਗਦਾ ਸੀ ਕਿ ਉਹ ਆਪਣੇ ਦਿਲ ਦੀਆਂ ਡੂੰਘਾਈਆਂ 'ਚੋਂ ਬੋਲ ਰਹੀ ਸੀ। ਕੀ ਇਹ ਸਭ ਸੱਚ ਹੈ ਬੈਰੀਮੋਰ? ਜਗੀਰਦਾਰ ਨੇ ਪੁੱਛਿਆ। ਹਾਂਜੀ ਸਰ, ਇੱਕ ਇੱਕ ਸ਼ਬਦ ਸੱਚ ਹੈ। ਫਿਰ ਤਾਂ ਆਪਣੀ ਪਤਨੀ ਦਾ ਸਾਥ ਦੇਣ ਲਈ ਮੈਂ ਤੈਨੂੰ ਕੋਈ ਦੋਸ਼ ਨਹੀਂ ਦੇ ਸਕਦਾ। ਜੋ ਕੁਝ ਵੀ ਮੈਂ ਕਿਹਾ ਸੀ ਉਹਨੂੰ ਯਕਦਮ ਭੁੱਲ ਜਾਓ। ਹੁਣ ਤੁਸੀਂ ਦੋਵੇਂ ਆਪਣੇ ਕਮਰੇ 'ਚ ਜਾਓ, ਇਸ ਬਾਰੇ ਅਗਲੀ ਸਵੇਰੇ ਅਸੀਂ ਗੱਲ ਕਰਾਂਗੇ। ਜਦੋਂ ਦੋਵੇਂ ਚਲੇ ਗਏ ਤਾਂ ਅਸੀਂ ਇੱਕ ਵਾਰੀ ਫਿਰ ਖਿੜਕੀ ਦੇ ਬਾਹਰ ਵੱਲ ਦੇਖਿਆ। ਸਰ ਹੈਨਰੀ ਨੇ ਉਹਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਸੀ ਤੇ ਰਾਤ ਦੀ ਠੰਡੀ ਹਵਾ ਸਾਡੇ ਚਿਹਰਿਆਂ ਨਾਲ ਟਕਰਾਉਣ ਲੱਗ ਪਈ ਸੀ। ਕਾਲੇ ਹਨੇਰੇ 'ਚ ਕਿਤੇ ਦੂਰੋਂ ਪੀਲੀ ਰੌਸ਼ਨੀ ਦਾ ਇੱਕ ਤਿਲ ਜਿੱਡਾ ਬਰੀਕ ਬਿੰਦੂ ਅਜੇ ਵੀ ਚਮਕ ਰਿਹਾ ਸੀ। ਮੈਂ ਤਾਂ ਉਹਦੀ ਇਹ ਹਿੰਮਤ ਦੇਖ ਕੇ ਹੈਰਾਨ ਹੋ ਰਿਹਾ ਕਿ ਉਹ ਹਨੇਰੇ 'ਚ ਰੌਸ਼ਨੀ ਕਰਕੇ ਆਪਣੀ ਮੌਜੂਦਗੀ ਬਾਰੇ ਦੱਸ ਰਿਹਾ। ਸਰ ਹੈਨਰੀ ਨੇ ਕਿਹਾ, ਹੋ ਸਕਦਾ ਉਹ ਕਿਸੇ ਅਜਿਹੀ ਜਗ੍ਹਾ ਲੁਕਿਆ ਹੋਵੇ ਕਿ ਉਹ ਰੌਸ਼ਨੀ ਸਿਰਫ ਇੱਥੋਂ ਹੀ ਦਿਖਾਈ ਦੇ ਸਕਦੀ ਹੋਵੇ। ਇੰਜ ਵੀ ਹੋ ਸਕਦਾ ਤੁਹਾਡੇ ਖਿਆਲ 'ਚ ਉਹ ਇੱਥੋਂ ਕਿੰਨੀ ਕੁ ਦੂਰ ਹੋਏਗਾ? ਮੇਰੇ ਖਿਆਲ 'ਚ ਤਾਂ ਉਹ ਕਲੈਫਟ ਵਾਲੀਆਂ ਝੁੱਗੀਆਂ ਦੇ ਆਸ-ਪਾਸ ਹੀ ਹੋਏਗਾ, ਯਾਨੀ 1-2 ਮੀਲ ਤੋਂ ਬਹੁਤੀ ਦੂਰ ਨਹੀਂ ਹੈ। ਮੁਸ਼ਕਿਲ ਹੈ। ਸਹੀ ਕਹਿ ਰਹੇ ਹੋ ਤੁਸੀਂ। ਜੇ ਬੈਰੀਮੋਰ ਉਸ ਲਈ ਖਾਣਾ ਲੈ ਜਾਂਦਾ ਏ ਤਾਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਤੇ ਉਹ ਬਦਮਾਸ਼ ਉਸ ਰੌਸ਼ਨੀ ਕੋਲ ਇੰਤਜ਼ਾਰ ਕਰ ਰਿਹਾ ਹੈ। ਸੌ ਨੀਲੀ ਛਤਰੀ ਵਾਲੇ ਦੀ ਵਾਟਸਨ, ਮੈਂ ਉਸ ਆਦਮੀ ਨੂੰ ਫੜਨ ਲਈ ਜਾ ਰਿਹਾ। ਬਿਲਕੁਲ ਉਹੀ ਵਿਚਾਰ ਮੇਰੇ ਦਿਮਾਗ 'ਚ ਵੀ ਆਇਆ ਸੀ। ਇਹ ਨਹੀਂ ਕਿ ਬੈਰੀਮੋਰ ਜੋੜੇ ਨੇ ਸਾਨੂੰ ਆਪਣਾ ਇਹ ਰਹੱਸ ਭਰੋਸੇਯੋਗ ਹੋਣ ਕਰਕੇ ਦੱਸਿਆ, ਬਲਕਿ ਉਹ ਤਾਂ ਇਹਨਾਂ ਤੋਂ ਜ਼ਬਰਦਸਤੀ ਉਗਲਵਾਇਆ ਗਿਆ ਸੀ। ਇਸ ਲਈ ਕਿਸੇ ਕਿਸਮ ਦੇ ਵਿਸ਼ਵਾਸਘਾਤ ਦਾ ਦੋਸ਼ ਸਾਡੇ ਉੱਪਰ ਨਹੀਂ ਸੀ ਆ ਸਕਦਾ। ਵੈਸੇ ਵੀ ਉਹ ਆਦਮੀ ਸਮਾਜ ਲਈ ਇੱਕ ਜ਼ਬਰਦਸਤ ਖਤਰਾ ਸੀ। ਉਹ ਇੱਕ ਅਜਿਹਾ ਖਤਰਨਾਕ ਅਪਰਾਧੀ ਸੀ ਜਿਸ ਲਈ ਕਿਸੇ ਕਿਸਮ ਦੀ ਦਇਆ ਮੋਹ ਦਾ ਕੋਈ ਮਹੱਤਵ ਨਹੀਂ ਸੀ। ਅਸੀਂ ਤਾਂ ਉਹਨੂੰ ਵਾਪਸ ਉਸ ਜਗ੍ਹਾ ਪਹੁੰਚਾਉਣ ਦੇ ਮੌਕੇ ਦਾ ਲਾਭ ਲੈ ਕੇ, ਜਿੱਥੋਂ ਫਿਰ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਦਾ ਹੋਵੇ, ਆਪਣਾ ਫਰਜ਼ ਪੂਰਾ ਕਰਨਾ ਚਾਹੁੰਦੇ ਸੀ। ਜੇ ਅਸੀਂ ਇੰਜ ਨਹੀਂ ਕਰਦੇ ਤਾਂ ਉਸ ਨਿਰਮੋਹੀ ਜ਼ਾਲਮ ਕਾਤਲ ਦੇ ਖੁੱਲ੍ਹਾ ਘੁੰਮਣ ਦੀ ਕੀਮਤ ਦੂਜੇ ਨਿਰਦੋਸ਼ ਲੋਕਾਂ ਨੂੰ ਅਦਾ ਕਰਨੀ ਪੈ ਸਕਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਵੀ ਰਾਤ ਸਾਡੇ ਗੁਆਂਢੀ ਉਸ ਸਟੇਪਲਟਨ ਦੀ ਭਰਾ ਭੈਣ ਹੀ ਉਹਦੇ ਹਮਲੇ ਦੇ ਸ਼ਿਕਾਰ ਹੋ ਸਕਦੇ ਸੀ ਤੇ ਮੇਰੇ ਖਿਆਲ ਵਿੱਚ ਤਾਂ ਇਹੋ ਕਾਰਨ ਸੀ ਕਿ ਜਿਸ ਕਰਕੇ ਸਰ ਹੈਨਰੀ ਇਸ ਸਾਹਸੀ ਕਾਰਜ ਕਰਨ ਲਈ ਉਤਸੁਕ ਸਨ। ਮੈਂ ਵੀ ਤੁਹਾਡੇ ਨਾਲ ਚੱਲਾਂਗਾ, ਮੈਂ ਬੋਲਿਆ। ਤਾਂ ਬੂਟ ਪਾ ਕੇ ਆਪਣਾ ਰਿਵਾਲਵਰ ਨਾਲ ਲੈ ਲਓ। ਅਸੀਂ ਜਿੰਨੀ ਛੇਤੀ ਨਿਕਲ ਪਈਏ ਉਨਾ ਹੀ ਚੰਗਾ ਹੈ। ਇੰਜ ਨਾ ਹੋਏ ਕਿ ਉਹ ਆਦਮੀ ਰੌਸ਼ਨੀ ਬੁਝਾ ਕੇ ਗਾਇਬ ਹੋ ਜਾਏ। 5 ਮਿੰਟਾਂ ਦੇ ਅੰਦਰ ਅੰਦਰ ਅਸੀਂ ਇਮਾਰਤ ਵਿੱਚੋਂ ਬਾਹਰ ਨਿਕਲ ਕੇ ਆਪਣੀ ਮੁਹਿੰਮ ਤੇ ਤੁਰ ਪਏ। ਅਸੀਂ ਤੇਜ਼ੀ ਨਾਲ ਹਨੇਰੀਆਂ ਝਾੜੀਆਂ 'ਚ ਸਰਦ ਰੁੱਤ ਦੀ ਤੇਜ਼ ਸਰਾਹਟ ਤੇ ਡਿੱਗਦੇ ਹੋਏ ਪੱਤਿਆਂ ਦੀ ਖੜਖੜਾਹਟ ਸੁਣਦੇ ਹੋਏ ਅੱਗੇ ਵਧੇ। ਰਾਤ ਦੀ ਹਵਾ ਠੰਡੀ ਤੇ ਸੜਿਆਣ ਦੀ ਗੰਧ ਨਾਲ ਬੋਝਲ ਸੀ। ਕਦੀ-ਕਦੀ ਚੰਦ ਵੀ ਥੋੜੀ ਦੇਰ ਲਈ ਬੱਦਲਾਂ ਵਿੱਚੋਂ ਨਿਕਲ ਕੇ ਝਾਤੀ ਮਾਰ ਲੈਂਦਾ ਸੀ, ਪਰ ਬੱਦਲ ਅਸਮਾਨ ਦੇ ਚਿਹਰੇ ਨੂੰ ਘੇਰੀ ਘੁੰਮ ਰਹੇ ਸਨ। ਤੇ ਜਿਵੇਂ ਹੀ ਅਸੀਂ ਜੰਗਲ ਦੇ ਨੇੜੇ ਪਹੁੰਚੇ, ਹਲਕੀ-ਹਲਕੀ ਬਾਰਿਸ਼ ਸ਼ੁਰੂ ਹੋ ਗਈ। ਸਾਹਮਣੇ ਰੌਸ਼ਨੀ ਅਜੇ ਵੀ ਸਥਿਰਤਾ ਨਾਲ ਜਗ ਰਹੀ ਸੀ। ਕੀ ਤੁਹਾਡੇ ਕੋਲ ਕੋਈ ਹਥਿਆਰ ਹੈ? ਮੈਂ ਪੁੱਛਿਆ। ਮੇਰੇ ਕੋਲ ਇੱਕ ਸ਼ਿਕਾਰੀ ਚਾਕੂ ਹੈ। ਸਾਨੂੰ ਉਹਨੂੰ ਜਲਦੀ ਘੇਰ ਲੈਣਾ ਚਾਹੀਦਾ ਕਿਉਂਕਿ ਸੁਣਿਆ ਕਿ ਉਹ ਬੜਾ ਹੀ ਖਤਰਨਾਕ ਆਦਮੀ ਹੈ। ਇਸ ਲਈ ਸਾਨੂੰ ਅਚਾਨਕ ਹੀ ਘੇਰ ਕੇ ਸੰਭਲਣ ਦਾ ਕੋਈ ਮੌਕਾ ਦਿੱਤੇ ਬਿਨਾਂ ਹੀ ਦਬੋਚਣਾ ਪਏਗਾ ਤਾਂ ਕਿ ਉਹ ਕੋਈ ਵਿਰੋਧ ਕੀਤੇ ਬਿਨਾਂ ਸਾਡੇ ਕਾਬੂ 'ਚ ਆ ਜਾਏ। ਇੱਕ ਗੱਲ ਦੱਸੋ ਵਾਟਸਨ, ਜਗੀਰਦਾਰ ਬੋਲਿਆ। ਹੋਮਜ਼ ਅਜੇ ਮੌਕੇ ਕੀ ਕਰਦਾ? ਯਾਨੀ ਰਾਤ ਦੇ ਇਸ ਸਮੇਂ ਜਦ ਕਿ ਸ਼ੈਤਾਨੀ ਸ਼ਕਤੀਆਂ ਆਪਣੇ ਪੂਰੇ ਉਭਾਰ ਤੇ ਨੇ। ਜਿਵੇਂ ਉਹਦੀ ਗੱਲ ਦੇ ਜਵਾਬ 'ਚ ਅਚਾਨਕ ਹੀ ਉਹ ਉਸ ਜੰਗਲ ਦੇ ਮਨਹੂਸ ਵਿਸਥਾਰ 'ਚ ਉਹੀ ਵਿਚਿੱਤਰ ਚੀਕਾਂ ਜਿਹੜੀਆਂ ਮੈਂ ਗ੍ਰੇਟ
ਗ੍ਰਿਮਪੈਨ ਮਾਇਰ ਨਾਮਕ ਉਸ ਦਲਦਲ ਦੇ ਕਿਨਾਰੇ ਸੁਣੀਆਂ ਸਨ। ਉਭਰੀਆਂ ਤੇ ਗੂੰਜਦੀਆਂ ਚਲੀਆਂ ਗਈਆਂ। ਰਾਤ ਦੇ ਹਨੇਰੇ ਭਰੇ ਸਨਾਟੇ ਵਿੱਚ ਹਵਾ ਦੇ ਮੋਢਿਆਂ ਉੱਤੇ ਤੈਰਦੀ ਹੋਈ ਉਹ ਗੁੰਜੀਲੀ ਗਰਗਰਾਹਟ, ਜਿਹੜੀ ਭਿਆਨਕ ਗੁਰਗਰਾਹਟ ਦੇ ਰੂਪ 'ਚ ਉਭਰਨ ਪਿੱਛੋਂ ਇੱਕ ਉਦਾਸ ਵਿਲਾਪ 'ਚ ਜਿਹੀ ਡੁੱਬ ਗਈ ਸੀ। ਉਹ ਜੰਗਲੀ ਕੁਰਖਤ ਤੇ ਪਾਗਲ ਕਰ ਦੇਣ ਵਾਲਾ ਭਿਆਨਕ ਸੁਰ ਚਾਰੇ ਪਾਸੇ ਵਾਤਾਵਰਨ ਗੁੰਜਾਉਂਦਾ ਹੋਇਆ ਕੰਬਾਉਂਦਾ ਰਿਹਾ। ਜਗੀਰਦਾਰ ਨੇ ਮੇਰੀ ਬਾਂਹ ਫੜੀ। ਉਹਦਾ ਬੱਗਾ ਫੂਸ ਚਿਹਰਾ ਹਨੇਰੇ ਵਿੱਚ ਝਿਲਮਿਲਾ ਰਿਹਾ ਸੀ। ਹੇ ਭਗਵਾਨ, ਇਹ ਕੀ ਵਾਟਸਨ? ਪਤਾ ਨਹੀਂ, ਪਰ ਇਹ ਆਵਾਜ਼ ਸੁਣ ਕੇ ਜਿਹੜੇ ਜੰਗਲ 'ਚ ਗੂੰਜਦੀ ਰਹਿੰਦੀ ਸੀ, ਇੱਕ ਵਾਰੀ ਪਹਿਲਾਂ ਵੀ ਮੈਂ ਇਹਨੂੰ ਸੁਣ ਚੁੱਕਿਆ ਸੀ। ਆਵਾਜ਼ ਡੁੱਬ ਗਈ ਸੀ ਤੇ ਗੰਭੀਰ ਸਨਾਟੇ ਨੇ ਸਾਨੂੰ ਘੇਰ ਲਿਆ ਸੀ। ਅਸੀਂ ਆਪਣੇ ਕੰਨਾਂ ਨੂੰ ਚੁਕੰਨੇ ਕਰੀ ਖੜੇ ਰਹੇ ਤੇ ਫਿਰ ਉਹ ਆਵਾਜ਼ ਨਹੀਂ ਸੁਣਾਈ ਦਿੱਤੀ। ਵਾਟਸਨ, ਜਗੀਰਦਾਰ ਨੇ ਕਿਹਾ, ਇਹ ਤਾਂ ਕਿਸੇ ਸ਼ਿਕਾਰੀ ਕੁੱਤੇ ਦੀ ਆਵਾਜ਼ ਸੀ। ਮੇਰਾ ਖੂਨ ਮੇਰੀਆਂ ਰਗਾਂ 'ਚ ਕੰਬ ਜਿਹਾ ਗਿਆ, ਕਿਉਂਕਿ ਉਹਦੀ ਆਵਾਜ਼ ਵਿੱਚ ਅਜਿਹੀ ਲੜਖੜਾਹਟ ਸੀ ਜਿਵੇਂ ਉਹਨੂੰ ਦਹਿਸ਼ਤ ਨੇ ਜਕੜ ਲਿਆ ਹੋਏ। ਇਹ ਲੋਕ ਇਸ ਆਵਾਜ਼ ਬਾਰੇ ਕੀ ਕਹਿੰਦੇ ਨੇ? ਉਹਨੇ ਪੁੱਛਿਆ। ਕੌਣ ਭਲਾ? ਇਸ ਇਲਾਕੇ ਦੇ ਲੋਕ। ਉਹ ਤਾਂ ਅੰਧ ਵਿਸ਼ਵਾਸੀ ਨੇ। ਤੁਹਾਨੂੰ ਇਸ ਨਾਲ ਕੀ ਮਤਲਬ ਕਿ ਉਹ ਲੋਕ ਕੀ ਕਹਿੰਦੇ ਨੇ? ਦੱਸੋ ਨਾ ਵਾਟਸਨ, ਉਹ ਲੋਕ ਇਸ ਆਵਾਜ਼ ਬਾਰੇ ਕੀ ਕਹਿੰਦੇ ਨੇ? ਉਹਦੀ ਆਵਾਜ਼ 'ਚ ਜ਼ਬਰਦਸਤ ਤਰਲਾ ਸੀ। ਮੈਂ ਥੋੜਾ ਹਿਚਕਚਾਇਆ, ਪਰ ਉਹਦੇ ਸਵਾਲਾਂ ਤੋਂ ਬਚਣਾ ਮੁਸ਼ਕਲ ਸੀ ਮੇਰੇ ਲਈ। ਲੋਕਾਂ ਦਾ ਕਹਿਣਾ ਹੈ ਕਿ ਬਾਸਕਰ ਵੇਲੇ ਦੇ ਪਿਸ਼ਾਚ ਕੁੱਤੇ ਦੀ ਆਵਾਜ਼ ਹੈ। ਸੁਣ ਕੇ ਉਹਦੇ ਮੂੰਹ 'ਚ ਇੱਕ ਅਜੀਬ ਜਿਹੀ ਆਵਾਜ਼ ਨਿਕਲੀ ਤੇ ਉਹ ਕੁਝ ਚਿਰ ਲਈ ਚੁੱਪ ਖੜਾ ਪਤਾ ਨਹੀਂ ਕੀ ਸੋਚਦਾ ਰਿਹਾ। ਹਾਂ, ਸੀ ਤਾਂ ਉਹ ਕਿਸੇ ਕੁੱਤੇ ਦੀ ਆਵਾਜ਼। ਆਖਿਰਕਾਰ ਉਹ ਬੋਲਿਆ, ਪਰ ਮੀਲਾਂ ਦੂਰੋਂ ਆਉਂਦੀ ਹੋਈ ਸੁਣਾਈ ਦੇ ਰਹੀ ਸੀ। ਮੇਰਾ ਖਿਆਲ 'ਚ ਤਾਂ ਉਸ ਪਾਸਿਓਂ ਉਹ ਇੱਧਰ ਸਾਹਮਣੇ ਪਾਸਿਓਂ ਆ ਰਹੀ ਸੀ। ਬੜਾ ਮੁਸ਼ਕਲ ਹੈ ਇਹ ਕਹਿਣਾ ਕਿ ਉਹ ਕਿੱਧਰੋਂ ਆ ਰਹੀ ਸੀ। ਹਵਾ ਇਸ ਪਾਸਿਓਂ ਹੀ ਆ ਰਹੀ ਤੇ ਹਵਾ ਦੇ ਉਤਾਰ ਚੜਾਅ ਦੇ ਨਾਲ ਹੀ ਉਹ ਆਵਾਜ਼ ਵੀ ਉੱਪਰ ਹੇਠ ਹੋ ਰਹੀ ਸੀ। ਉਹਨੇ ਵਿਸ਼ਵਾਸ ਭਰੇ ਸੁਰ 'ਚ ਕਿਹਾ ਕਿ ਇਹ ਉਹੀ ਦਿਸ਼ਾ ਹੈ ਜਿਸ ਪਾਸਿਓਂ ਗ੍ਰੇਟ ਗ੍ਰਿਮਪੇਨ ਮਾਇਰ ਹੈ। ਹਾਂ, ਉਹ ਇਸੇ ਦਿਸ਼ਾ 'ਚ ਹੈ। ਬਸ ਤਾਂ ਇਹ ਆਵਾਜ਼ ਉੱਧਰੋਂ ਹੀ ਆਈ ਹੈ। ਹੁਣ ਤੁਸੀਂ ਜ਼ਿਆਦਾ ਗੋਲ-ਮੋਲ ਗੱਲਾਂ ਨਾ ਕਰੋ ਵਾਟਸਨ। ਮੈਂ ਕੋਈ ਬੱਚਾ ਨਹੀਂ ਹਾਂ ਕਿ ਤੁਸੀਂ ਸ਼ੁਰੂ ਤੋਂ ਹੀ ਇਸ ਗੱਲ ਨੂੰ ਵੀ ਮੰਨ ਰਹੇ ਸੀ ਕਿ ਇਹ ਕਿਸੇ ਕੁੱਤੇ ਦੀ ਆਵਾਜ਼ ਹੈ। ਬੋਲੋ, ਸੱਚ ਕਹਿਣ ਤੇ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ। ਜਦੋਂ ਮੈਂ ਪਿਛਲੀ ਵਾਰੀ ਇਸ ਆਵਾਜ਼ ਨੂੰ ਸੁਣਿਆ ਸੀ, ਉਸ ਵੇਲੇ ਸਟੇਪਲਟਨ ਮੇਰੇ ਨਾਲ ਸੀ। ਉਹਦਾ ਕਹਿਣਾ ਸੀ ਕਿ ਇਹ ਸ਼ਾਇਦ ਕਿਸੇ ਅਜੀਬ ਪਰਿੰਦੇ ਦੀ ਆਵਾਜ਼ ਸੀ। ਨਹੀਂ, ਕੁੱਤੇ ਦੀ ਆਵਾਜ਼ ਸੀ। ਸੌ ਨੀਲੀ ਛਤਰੀ ਵਾਲੇ ਦੀ। ਇਹਦਾ ਤਾਂ ਇਹ ਮਤਲਬ ਹੋਇਆ ਕਿ ਉਹ ਸਭ ਅਫਵਾਹਾਂ ਸੱਚੀਆਂ ਨੇ। ਕਿ ਇਹ ਸੰਭਵ ਹੈ ਕਿ ਵਾਕਈ ਕਿਸੇ ਸ਼ਰਾਪ ਕਾਰਨ ਮੇਰੀ ਜ਼ਿੰਦਗੀ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਹੈ? ਤੁਸੀਂ ਦੱਸੋ ਵਾਟਸਨ, ਤੁਸੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ 'ਚ ਯਕੀਨ ਨਹੀਂ ਕਰਦੇ, ਜਾਂ ਕਰਦੇ ਹੋ? ਨਹੀਂ, ਬਿਲਕੁਲ ਨਹੀਂ, ਮੈਂ ਵੀ ਨਹੀਂ ਕਰਦਾ। ਪਰ ਫਿਰ ਵੀ ਲੰਦਨ ਵਰਗੇ ਸ਼ਹਿਰ 'ਚ ਅਜਿਹੀਆਂ ਗੱਲਾਂ ਨੂੰ ਸੁਣ ਕੇ ਉਹਨਾਂ 'ਤੇ ਹੱਸਣਾ ਹੋਰ ਗੱਲ ਹੈ ਤੇ ਇਸ ਜੰਗਲ ਦੇ ਹਨੇਰੇ 'ਚ ਖਲੋ ਕੇ ਉਸ ਅਜੀਬੋ-ਗਰੀਬ ਆਵਾਜ਼ ਨੂੰ ਸੁਣਨਾ ਕੁਝ ਹੋਰ ਹੀ ਗੱਲ ਹੈ। ਤੇ ਮੇਰੇ ਅੰਕਲ, ਉਹ ਜਦੋਂ ਇੱਥੇ ਪਏ ਦੇਖੇ ਤਾਂ ਕਿਸੇ ਵੱਡੇ ਸ਼ਿਕਾਰੀ ਕੁੱਤੇ ਦੇ ਪੰਜਿਆਂ ਦੇ ਨਿਸ਼ਾਨ ਉਹਨਾਂ ਦੇ ਆਸੇ-ਪਾਸੇ ਮਿਲੇ ਸੀ। ਇਹ ਸਾਰੀਆਂ ਗੱਲਾਂ ਆਪਸ 'ਚ ਮਿਲਦੀਆਂ ਜਾ ਰਹੀਆਂ ਨੇ। ਮੈਂ ਆਪਣੇ ਆਪ ਨੂੰ ਕਾਇਰ ਜਾਂ ਡਰਪੋਕ ਨਹੀਂ ਸਮਝਦਾ ਵਾਟਸਨ, ਪਰ ਇੰਜ ਲੱਗਦਾ ਜਿਵੇਂ ਉਸ ਆਵਾਜ਼ ਨੂੰ ਸੁਣ ਕੇ ਮੇਰਾ ਖੂਨ ਬਰਫ਼ ਵਾਂਗ ਜੰਮ ਗਿਆ ਹੋਏ। ਜ਼ਰਾ ਮੇਰਾ ਹੱਥ ਛੂਹ ਕੇ ਦੇਖੋ। ਮੈਂ ਹੱਥ ਛੂਹ ਕੇ ਦੇਖਿਆ, ਉਹ ਵਾਕਈ ਬੜਾ ਠੰਡਾ ਸੀ। ਕੱਲ ਤੱਕ ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਮੈਂ ਕਿਹਾ। ਮੈਂ ਨਹੀਂ ਸਮਝਦਾ ਕਿ ਉਸ ਦਹਿਸ਼ਤਨਾਕ ਆਵਾਜ਼ ਨੂੰ ਹੁਣ ਮੈਂ ਕਦੀ ਭੁੱਲ ਵੀ ਸਕਾਂਗਾ। ਹੁਣ ਤੁਹਾਡੇ ਖਿਆਲ 'ਚ ਸਾਨੂੰ ਕੀ ਕਰਨਾ ਚਾਹੀਦਾ? ਕੀ ਖਿਆਲ ਹੈ? ਵਾਪਸ ਮੁੜ ਚੱਲੀਏ? ਬਿਲਕੁਲ ਨਹੀਂ, ਸੌ ਨੀਲੀ ਛਤਰੀ ਵਾਲੇ ਦੀ। ਅਸੀਂ ਉਸ ਮੁਜਰਮ ਨੂੰ ਫੜਨ ਲਈ ਆਏ ਹਾਂ ਤੇ ਉਹਨੂੰ ਫੜ ਕੇ ਹੀ ਵਾਪਸ ਚੱਲਾਂਗੇ। ਅਸੀਂ ਉਸ ਮੁਜਰਮ ਦੇ ਪਿੱਛੇ ਪਏ ਹੋਏ ਹਾਂ ਤੇ ਸੱਚ ਝੂਠ ਦਾ ਤਾਂ ਕੋਈ ਪਤਾ ਨਹੀਂ, ਪਰ ਲੱਗਦਾ ਹੈ ਕਿ ਕੋਈ ਪਿਸ਼ਾਚ ਕੁੱਤਾ ਸਾਡੇ ਪਿੱਛੇ ਪਿਆ ਹੋਇਆ ਹੈ। ਫਿਰ ਵੀ ਕੋਈ ਪਰਵਾਹ ਨਹੀਂ, ਭਾਵੇਂ ਜਹੰਨਮ ਦੇ ਸਾਰੇ ਸ਼ੈਤਾਨ ਹੀ ਇਸ ਜੰਗਲ 'ਚ ਸਾਡੇ ਪਿੱਛੇ ਕਿਉਂ ਨਾ ਪੈ ਜਾਣ, ਫਿਰ ਵੀ ਉਹ ਸਾਨੂੰ ਰੋਕ ਨਹੀਂ ਸਕਦੇ। ਆਓ ਅੱਗੇ ਵਧੀਏ। ਜੰਗਲ ਦੇ ਹਨੇਰੇ 'ਚ ਅਸੀਂ ਆਪਣਾ ਰਸਤਾ ਲੱਭਦੇ ਹੋਏ ਅੱਗੇ ਵਧੇ। ਸਾਡੇ ਚਾਰੇ ਪਾਸੇ ਹਨੇਰੇ 'ਚ ਡੁੱਬੀਆਂ ਹੋਈਆਂ ਉੱਚੀਆਂ ਨੀਵੀਆਂ ਕਾਲੀਆਂ ਪਹਾੜੀਆਂ ਫੈਲੀਆਂ ਹੋਈਆਂ ਸਨ ਤੇ ਸਾਹਮਣੇ ਰੌਸ਼ਨੀ ਦਾ ਉਹ ਬਿੰਦੂ ਸਥਿਰਤਾ ਨਾਲ ਜਗ ਰਿਹਾ ਸੀ। ਕੋਈ ਵੀ ਚੀਜ਼ ਇੰਨੀ ਭੁਲੇਖਾ ਪਾਊ ਨਹੀਂ ਹੁੰਦੀ ਜਿੰਨੀ ਕਿ ਕਿਸੇ ਗੂੜੀ ਹਨੇਰੀ ਰਾਤ ਵਿੱਚ ਕਿਸੇ ਰੌਸ਼ਨੀ ਦੇ ਵਿਚਕਾਰਲੀ ਦੂਰੀ ਹੁੰਦੀ ਹੈ। ਕਦੀ ਤਾਂ ਉਸ ਸਾਥੋਂ ਕਿਤੇ ਬਹੁਤ ਦੂਰ ਦੇ ਸਾਡੇ ਕੋਲ ਚਮਕਦੀ ਦਿਖਾਈ ਦਿੰਦੀ, ਕਦੀ ਇੰਜ ਲੱਗਦਾ ਕਿ ਜਿਵੇਂ ਬਸ ਹੁਣ ਤਾਂ ਕੁਝ ਗਜ਼ ਦਾ ਫਾਸਲਾ ਹੀ ਰਹਿ ਗਿਆ। ਪਰ ਆਖਿਰਕਾਰ ਅਸੀਂ ਦੇਖ ਹੀ ਲਿਆ ਕਿ ਰੌਸ਼ਨੀ ਅਸਲ 'ਚ ਕਿੱਥੋਂ ਆ ਰਹੀ ਸੀ। ਉਹਦੇ ਨਾਲ ਹੀ ਸਾਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ ਕਿ ਅਸੀਂ ਹੁਣ ਵਾਕਈ ਬੜੇ ਨਜ਼ਦੀਕ ਪਹੁੰਚ ਗਏ ਹਾਂ।
ਇੱਕ ਪਤਲੀ ਜਿਹੀ ਮੋਮਬੱਤੀ ਇੱਕ ਪਹਾੜੀ ਦਰਾੜ ਵਿਚਕਾਰ, ਜਿਸਨੇ ਕਿ ਉਹਨੂੰ ਲਗਭਗ ਚਾਰੇ ਪਾਸਿਓਂ ਘੇਰਿਆ ਹੋਇਆ ਸੀ ਕਿ ਬਾਹਰੀ ਹਵਾ ਦਾ ਕੋਈ ਵੀ ਬੁੱਲਾ ਉਹਨੂੰ ਬੁਝਾ ਨਾ ਸਕੇ। ਇਹਦੇ ਨਾਲ ਹੀ ਉਹਨੂੰ ਇਸ ਤਰ੍ਹਾਂ ਰੱਖਣ ਦਾ ਮਨਸ਼ਾ ਸ਼ਾਇਦ ਇਹ ਵੀ ਸੀ ਕਿ ਉਹ ਬਾਸਕਰਵਿਲੇ ਹਾਲ ਦੇ ਇਲਾਵਾ ਹੋਰ ਕਿਸੇ ਦਿਸ਼ਾ ਤੋਂ ਦਿਖਾਈ ਵੀ ਨਾ ਦੇ। ਇੱਕ ਵੱਡੇ ਸਾਰੇ ਕਾਲੇ ਪੱਥਰ ਦੀ ਓਟ ਨੇ ਸਾਡੇ ਆਉਣ ਦੇ ਰਸਤੇ ਨੂੰ ਲੁਕਾਇਆ ਹੋਇਆ ਸੀ। ਅਸੀਂ ਉਹਦੇ ਪਿੱਛੇ ਦੁਬਕ ਕੇ ਸਾਵਧਾਨੀ ਨਾਲ ਆਪਣੀਆਂ ਗਰਦਨਾਂ ਚੁੱਕ ਉਸ ਸੰਕੇਤ ਰੂਪੀ ਚਾਨਣ ਨੂੰ ਦੇਖ ਰਹੇ ਸੀ। ਬੜੀ ਹੈਰਾਨੀ ਵਾਲੀ ਗੱਲ ਸੀ ਕਿ ਜੰਗਲ 'ਚੋਂ ਇੱਕ ਇਕੱਲੀ ਮੋਮਬੱਤੀ ਜਗ ਰਹੀ ਸੀ, ਪਰ ਉਹਦੇ ਆਸੇ-ਪਾਸੇ ਜ਼ਿੰਦਗੀ ਦਾ ਕਿਤੇ ਕੋਈ ਅਸਾਰ ਨਜ਼ਰ ਨਹੀਂ ਸੀ ਆ ਰਿਹਾ। ਬਸ ਇੱਕ ਸਿੱਧੀ ਜਿਹੀ ਲੋਹ ਤੇ ਅੰਦਰੋਂ ਚਮਕਦੀ ਹੋਈ ਉਹ ਦਰਾੜ ਜਿਸ 'ਚ ਉਹ ਮੋਮਬੱਤੀ ਰੱਖੀ ਸੀ। ਹੁਣ ਅਸੀਂ ਕੀ ਕਰੀਏ? ਸਰ ਹੈਨਰੀ ਨੇ ਫੁਸਫੁਸਾਉਂਦੀ ਸੁਰ 'ਚ ਪੁੱਛਿਆ। ਇੱਥੇ ਇੰਤਜ਼ਾਰ ਕਰਦੇ ਹਾਂ, ਉਹਨੂੰ ਇਸ ਰੌਸ਼ਨੀ ਦੇ ਆਸ-ਪਾਸ ਹੀ ਹੋਣਾ ਚਾਹੀਦਾ। ਦੇਖਦੇ ਹਾਂ, ਸ਼ਾਇਦ ਸਾਨੂੰ ਉਹਦੀ ਇੱਕ ਝਲਕ ਮਿਲ ਜਾਏ। ਇਹ ਸ਼ਬਦ ਮੁਸ਼ਕਿਲ ਨਾਲ ਹੀ ਮੇਰੇ ਮੂੰਹੋਂ ਨਿਕਲੇ ਹੋਣਗੇ ਕਿ ਅਸੀਂ ਦੋਵਾਂ ਨੇ ਉਹਨੂੰ ਦੇਖ ਲਿਆ। ਉਸ ਚੱਟਾਨ ਦੇ ਉੱਪਰ ਜਿਹਦੀ ਦਰਾਰ 'ਚੋਂ ਮੋਮਬੱਤੀ ਬਲ ਰਹੀ ਸੀ, ਇੱਕ ਪੀਲਾ ਜਿਹਾ ਸ਼ੈਤਾਨੀ ਚਿਹਰਾ ਅੱਗੇ ਵੱਲ ਨੂੰ ਨਿਕਲਿਆ ਹੋਇਆ ਸੀ। ਇੱਕ ਅਜਿਹੇ ਦਹਿਸ਼ਤਨਾਕ ਜਾਨਵਰ ਵਰਗਾ ਚਿਹਰਾ ਜਿਸ ਉੱਤੇ ਕਰੂਰ ਭਾਵਨਾਵਾਂ ਦੇ ਦਾਗ ਤੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸੀ। ਦਲਦਲ ਨਾਲ ਲਿਬੜੀ ਰੁੱਖੀ ਸੁੱਖੀ ਜਿਹੀ ਵਧੀ ਹੋਈ ਦਾੜੀ ਤੇ ਜਟਾਵਾਂ ਵਾਂਗ ਲਟਕਦੇ ਹੋਏ ਵਾਲਾਂ ਕਰਕੇ ਉਹਨਾਂ ਜੰਗਲੀਆਂ ਵਿੱਚੋਂ ਹੀ ਕੋਈ ਲੱਗ ਰਿਹਾ ਸੀ ਜਿਹੜੇ ਹਜ਼ਾਰਾਂ ਸਾਲ ਪਹਿਲਾਂ ਉਸ ਇਲਾਕੇ 'ਚ ਰਹਿੰਦੇ ਸਨ। ਹੇਠਲੀ ਰੌਸ਼ਨੀ ਦਾ ਪ੍ਰਤੀਬਿੰਬ ਉਹਦੀਆਂ ਛੋਟੀਆਂ-ਛੋਟੀਆਂ ਧਸੀਆਂ ਹੋਈਆਂ ਚਲਾਕ ਅੱਖਾਂ 'ਚ ਦਿਸ ਰਿਹਾ ਸੀ। ਉਸ ਚਲਾਕ ਤੇ ਜੰਗਲੀ ਜਾਨਵਰ ਵਾਂਗ ਬੜੀ ਕਰੂਰਤਾ ਤੇ ਚੁਕੰਨੇਪਨ ਨਾਲ ਉੱਥੋਂ ਦੇ ਹਨੇਰੇ 'ਚ ਤੇਜ਼ੀ ਨਾਲ ਇੱਧਰ-ਉੱਧਰ ਆਪਣੀਆਂ ਨਜ਼ਰਾਂ ਘੁਮਾ ਰਿਹਾ ਸੀ, ਜਿਹਨੇ ਕਿ ਆਪਣੇ ਵੱਲ ਆਉਂਦੇ ਹੋਏ ਸ਼ਿਕਾਰੀਆਂ ਦੇ ਪੈਰਾਂ ਦੀ ਆਹਟ ਸੁਣ ਲਈ ਹੋਏ। ਕਿਸੇ ਕਰਕੇ ਉਹਦਾ ਸ਼ੱਕ ਜਾਗ ਪਿਆ ਸੀ। ਜਾਂ ਤਾਂ ਇੰਜ ਹੋ ਸਕਦਾ ਹੈ ਕਿ ਬੈਰੀਮੋਰ ਉਹਨੂੰ ਕੁਝ ਇਸ ਤਰ੍ਹਾਂ ਦੇ ਖਾਸ ਇਸ਼ਾਰੇ ਵੀ ਕਰਦਾ ਹੋਏ ਜਿਹੜੇ ਅਸੀਂ ਨਹੀਂ ਸੀ ਕੀਤੇ, ਜਾਂ ਫਿਰ ਉਹ ਅਪਰਾਧੀ ਕਿਸੇ ਹੋਰ ਕਾਰਨ ਕਰਕੇ ਸੋਚਣ ਲੱਗਾ ਹੋਏ ਕਿ ਸਭ ਕੁਝ ਠੀਕ ਠਾਕ ਨਹੀਂ ਹੈ। ਪਰ ਉਹਦੇ ਦੁਸ਼ਟ ਚਿਹਰੇ ਨੂੰ ਦੇਖ ਕੇ ਮੇਰੇ ਲਈ ਇਸ ਗੱਲ ਦਾ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਿਲ ਹੋ ਗਿਆ ਸੀ ਕਿ ਉਹ ਕਿਸ ਕਾਰਨ ਕਰਕੇ ਭੈਭੀਤ ਸੀ। ਕਿਸੇ ਵੀ ਛੇਣੋਂ ਰੌਸ਼ਨੀ ਨੂੰ ਬੁਝਾ ਕੇ ਹਨੇਰੇ 'ਚ ਗਾਇਬ ਹੋ ਸਕਦਾ ਸੀ। ਇਸ ਲਈ ਸਮਾਂ ਖੁੰਝਾਏ ਬਿਨਾਂ ਮੈਂ ਅੱਗੇ ਵੱਲ ਉਛਲਿਆ। ਸਰ ਹੈਨਰੀ ਨੇ ਵੀ ਉਵੇਂ ਹੀ ਕੀਤਾ। ਉਸੇ ਵੇਲੇ ਉਸ ਅਪਰਾਧੀ ਨੇ ਉੱਚੀ ਸਾਰੀ ਕੂਕ ਕੇ ਸਾਨੂੰ ਗੰਦੀ ਜੀ ਗਾਲ ਕੱਢੀ ਤੇ ਇੱਕ ਪੱਥਰ ਸਾਡੇ ਵੱਲ ਉਛਾਲਿਆ ਜਿਹੜਾ ਉਸ ਚੱਟਾਨ ਨਾਲ ਟਕਰਾਇਆ ਜਿਸ ਪਿੱਛੇ ਅਸੀਂ ਲੁਕੇ ਸੀ। ਮੈਨੂੰ ਉਹਦੇ ਮਧਰੇ ਪਰ ਗੱਠੇ ਹੋਏ ਸਰੀਰ ਦੀ ਝਲਕ ਉਸ ਵੇਲੇ ਦਿਖਾਈ ਦਿੱਤੀ ਜਦੋਂ ਭੁੜਕ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਤੇ ਭੱਜਣ ਲਈ ਕਾਹਲ ਨਾਲ ਘੁੰਮਿਆ। ਸੁਬਬ ਨਾਲ ਠੀਕ ਉਸੇ ਵੇਲੇ ਚੰਦ ਬੱਦਲਾਂ 'ਚੋਂ ਨਿਕਲ ਆਇਆ। ਅਸੀਂ ਪਹਾੜੀ ਦੇ ਸਿਰੇ ਵੱਲ ਦੌੜੇ। ਸਾਡਾ ਸ਼ਿਕਾਰ ਆਪਣੀ ਪੂਰੀ ਰਫ਼ਤਾਰ ਨਾਲ ਦੂਜੇ ਪਾਸੇ ਢਲਵਾਨ ਤੇ ਦੌੜਿਆ ਜਾ ਰਿਹਾ ਸੀ, ਕਿਸੇ ਪਹਾੜੀ ਬੱਕਰੇ ਜਿੰਨੀ ਫੁਰਤੀ ਨਾਲ, ਰਸਤੇ ਦੇ ਚੱਟਾਨੀ ਉਭਾਰਾਂ ਤੇ ਪੱਥਰਾਂ ਨੂੰ ਲੰਘਦਾ ਹੋਇਆ। ਸ਼ਾਇਦ ਮੇਰੇ ਰਿਵਾਲਵਰ ਵਿੱਚੋਂ ਨਿਕਲੀ ਗੋਲੀ ਬਦਕਿਸਮਤੀ ਨਾਲ ਚੁੱਕ ਨਿਸ਼ਾਨੇ ਉੱਤੇ ਵੱਜ ਕੇ ਉਸ ਅਪਰਾਧੀ ਨੂੰ ਲੰਗੜਾ ਕਰ ਦਿੰਦੀ, ਪਰ ਮੈਂ ਉਹਨੂੰ ਆਪਣੀ ਆਤਮ ਰੱਖਿਆ ਲਈ ਆਪਣੇ ਨਾਲ ਲਿਆਇਆ ਸੀ, ਨਾ ਕਿ ਕਿਸੇ ਭੱਜਦੇ ਹੋਏ ਨਿਹੱਥੇ ਆਦਮੀ ਤੇ ਗੋਲੀਆਂ ਚਲਾਉਣ ਲਈ। ਅਸੀਂ ਦੋਵੇਂ ਹੀ ਕਾਫੀ ਤੇਜ਼ ਦੌੜਨ ਵਾਲੇ ਸੀ ਤੇ ਸਾਡੀ ਸਿਹਤ ਵੀ ਚੰਗੀ ਸੀ, ਪਰ ਛੇਤੀ ਸਾਨੂੰ ਪਤਾ ਲੱਗ ਗਿਆ ਕਿ ਉਸ ਤੱਕ ਪਹੁੰਚਣਾ ਸਾਡੇ ਵੱਸ ਦੀ ਗੱਲ ਨਹੀਂ। ਚੰਦ ਦੀ ਰੌਸ਼ਨੀ 'ਚ ਅਸੀਂ ਉਹਨੂੰ ਕਾਫੀ ਦੇਰ ਤੱਕ ਦੇਖਦੇ ਰਹੇ, ਜਦੋਂ ਤੱਕ ਕਿ ਉਹ ਦੂਰ ਦੀਆਂ ਪਹਾੜੀ ਚੱਟਾਨਾਂ ਵਿਚਕਾਰ ਤੇਜ਼ੀ ਨਾਲ ਹਿਲਦਾ ਡੋਲਦਾ ਇੱਕ ਧੱਬਾ ਜਿਹਾ ਨਹੀਂ ਲੱਗਣ ਲੱਗਾ। ਤੇ ਬਸ ਇਹੀ ਉਹ ਛਿਣ ਸੀ ਜਦੋਂ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਤੇ ਵਿਲੱਖਣ ਘਟਨਾ ਹੋਈ। ਸ਼ਿਕਾਰ ਹੱਥੋਂ ਨਿਕਲ ਚੁੱਕਿਆ ਸੀ, ਇਸ ਲਈ ਬੇਕਾਰ ਪਿੱਛੇ ਲੱਗੇ ਰਹਿਣ ਦਾ ਕੋਈ ਫਾਇਦਾ ਨਹੀਂ ਸੀ। ਸੋ ਅਸੀਂ ਕੋਸ਼ਿਸ਼ ਛੱਡ ਦਿੱਤੀ ਤੇ ਘਰ ਪਰਤਣ ਲਈ ਉਹਨਾਂ ਚੱਟਾਨਾਂ ਵਿਚਕਾਰ ਵਾਪਸ ਮੁੜੇ। ਚੰਦ ਸਾਡੇ ਸੱਜੇ ਪਾਸੇ ਝੁਕਿਆ ਹੋਇਆ ਸੀ ਤੇ ਉਹਦਾ ਚਾਂਦੀ ਦੇ ਥਾਲ ਵਰਗਾ ਗੋਲ ਚਿਹਰਾ ਇੱਕ ਅਣਘੜ ਜਿਹੀ ਚੱਟਾਨੀ ਪਹਾੜੀ ਦੀ ਟੀਸੀ ਉੱਤੇ ਟਿਕਿਆ ਹੋਇਆ ਦਿਖਾਈ ਦੇ ਰਿਹਾ ਸੀ। ਉਹਦੀ ਗੁਲਾਈ ਦਾ ਹੇਠਲਾ ਹਿੱਸਾ ਟੀਸੀ ਨੂੰ ਛੂੰਹਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਉਸ ਚਮਕਦੇ ਹੋਏ ਦ੍ਰਿਸ਼ ਦੇ ਵਿਚਕਾਰ ਕਿਸੇ ਕਾਲੇ ਆਬਨੂਸ ਦੀ ਮੂਰਤੀ ਵਾਂਗ ਮੈਨੂੰ ਇੱਕ ਆਦਮੀ ਦਾ ਬੁੱਤ ਖੜਾ ਦਿਖਾਈ ਦਿੱਤਾ ਉਸ ਟੀਸੀ ਦੇ ਉੱਪਰ। ਇਹ ਨਾ ਸਮਝਣਾ ਹੋਮਸ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਹੋਇਆ ਸੀ। ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਕੋਈ ਚੀਜ਼ ਇਸ ਤੋਂ ਵੱਧ ਸਪਸ਼ਟ ਨਹੀਂ ਦੇਖੀ। ਜਿੱਥੋਂ ਤੱਕ ਮੈਂ ਸਮਝਦਾ, ਉਹ ਬੁੱਤ ਕਿਸੇ ਲੰਮੇ ਤੇ ਪਤਲੇ ਜਿਹੇ ਆਦਮੀ ਦਾ ਸੀ। ਉਹ ਆਪਣੀਆਂ ਲੱਤਾਂ ਚੌੜੀਆਂ ਕਰੀ ਖੜਾ ਸੀ, ਉਹਦਾ ਸਿਰ ਝੁਕਿਆ ਹੋਇਆ ਸੀ ਤੇ ਹੱਥ ਛਾਤੀ ਉੱਤੇ ਮੁੜੇ ਹੋਏ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਸਾਹਮਣੇ ਫੈਲੇ ਹੋਏ ਉਸ ਪਥਰੀਲੇ ਵਿਸਥਾਰ ਨੂੰ ਦੇਖਦਾ ਹੋਇਆ ਕਿਸੇ ਡੂੰਘੀ ਸੋਚ ਵਿੱਚ ਲੀਨ ਸੀ। ਇੰਜ ਲੱਗ ਰਿਹਾ ਸੀ ਜਿਵੇਂ ਉਸ ਦਹਿਸ਼ਤਨਾਕ ਜਗ੍ਹਾ ਦੀ ਰੂਹ ਸਜੀਵ ਹੋ ਕੇ ਉੱਠ ਖੜੀ ਹੋਵੇ। ਉਹ ਅਪਰਾਧੀ ਨਹੀਂ ਸੀ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ,
ਕਿਉਂਕਿ ਉਹ ਆਦਮੀ ਉਸ ਜਗ੍ਹਾ ਤੋਂ ਬੜੀ ਦੂਰ ਖੜਾ ਸੀ ਜਿੱਥੇ ਉਹ ਅਪਰਾਧੀ ਗਾਇਬ ਹੋਇਆ ਸੀ। ਇਹਦੇ ਇਲਾਵਾ ਉਹ ਆਦਮੀ ਉਸ ਨਾਲੋਂ ਕਾਫੀ ਲੰਮਾ ਵੀ ਸੀ। ਹੈਰਾਨੀ ਨਾਲ ਕੂਕਦਿਆਂ ਹੋਇਆ ਮੈਂ ਸਰ ਹੈਨਰੀ ਦਾ ਧਿਆਨ ਉਸ ਪਾਸੇ ਕਰਵਾਇਆ, ਪਰ ਉਸ ਇੱਕ ਛਿਣ ਦੇ ਦੌਰਾਨ ਹੀ ਜਦੋਂ ਮੈਂ ਉਹਦੀ ਬਾਂਹ ਫੜਨ ਲਈ ਮੁੜਿਆ, ਉਹ ਆਦਮੀ ਗਾਇਬ ਹੋ ਚੁੱਕਿਆ ਸੀ। ਸਿਰਫ ਉਸ ਉੱਪੜ ਖਾਬੜ ਪਹਾੜੀ ਟੀਸੀ ਦਾ ਇੱਕ ਨੁਕੀਲਾ ਹਿੱਸਾ ਚੰਦ ਦੇ ਹੇਠਲੇ ਹਿੱਸੇ 'ਚ ਉਭਰਿਆ ਹੋਇਆ ਦਿਖਾਈ ਦੇ ਰਿਹਾ ਸੀ, ਪਰ ਉਸ ਜਗ੍ਹਾ ਉਸ ਖਾਮੋਸ਼ ਤੇ ਅਹਿਲ ਅਡੋਲ ਬੁੱਤ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ। ਮੈਂ ਚਾਹੁੰਦਾ ਸੀ ਉਸ ਦਿਸ਼ਾ ਵਿੱਚ ਜਾ ਕੇ ਉਸ ਪਹਾੜੀ ਉੱਤੇ ਚੰਗੀ ਤਰ੍ਹਾਂ ਘੁੰਮ ਫਿਰ ਕੇ ਉਹਦੀ ਭਾਲ ਕੀਤੀ ਜਾਏ, ਪਰ ਉਹ ਜਗ੍ਹਾ ਉਤੋਂ ਕਾਫੀ ਦੂਰ ਸੀ। ਜਗੀਰਦਾਰ ਦਾ ਦਿਲ ਉਸ ਪਿਸ਼ਾਚ ਕੁੱਤੇ ਦੀ ਦਹਿਸ਼ਤਨਾਕ ਆਵਾਜ਼ ਕਰਕੇ ਅਜੇ ਵੀ ਕੰਬ ਰਿਹਾ ਸੀ, ਜਿਹੜਾ ਉਹਨੇ ਪਰਿਵਾਰਿਕ ਸਰਾਪ ਦੀ ਕਹਾਣੀ ਨਾਲ ਜੁੜਿਆ ਹੋਇਆ ਸੀ। ਇਸ ਲਈ ਉਹ ਵੀ ਹੁਣ ਕਿਸੇ ਹੋਰ ਨਵੀਂ ਦਲੇਰਾਨਾ ਮੁਹਿੰਮ ਲਈ ਤਿਆਰ ਨਹੀਂ ਸੀ। ਉਹਨੇ ਉਸ ਪਹਾੜੀ ਉੱਤੇ ਖੜੇ ਉਸ ਇਕੱਲੇ ਆਦਮੀ ਨੂੰ ਨਹੀਂ ਸੀ ਦੇਖਿਆ, ਇਸ ਲਈ ਉਹਦੀ ਮੌਜੂਦਗੀ ਕਰਕੇ ਮੈਨੂੰ ਇਸ ਰੋਮਾਂਚਕਾਰੀ ਸਨਸਨੀ ਦਾ ਅਹਿਸਾਸ ਹੋਇਆ ਸੀ। ਉਹ ਉਹਨੂੰ ਨਹੀਂ ਹੋ ਸਕਦਾ ਸੀ। ਜ਼ਰੂਰ ਕੋਈ ਜੇਲ੍ਹ ਦਾ ਪਹਿਰੇਦਾਰ ਜਾਂ ਸਿਪਾਹੀ ਹੋਏਗਾ, ਇਸ 'ਚ ਕੋਈ ਸ਼ੱਕ ਨਹੀਂ, ਉਹਨੇ ਕਿਹਾ। ਜਦੋਂ ਦਾ ਉਹ ਕੈਦੀ ਭੱਜਿਆ ਹੈ, ਉਹ ਲੋਕ ਉਹਦੀ ਭਾਲ 'ਚ ਜੰਗਲ 'ਚ ਭਟਕਦੇ ਫਿਰ ਰਹੇ ਨੇ। ਹੋ ਸਕਦਾ ਹੈ ਸ਼ਾਇਦ ਉਹਦੀ ਗੱਲ ਸਹੀ ਹੋਵੇ, ਪਰ ਫਿਰ ਵੀ ਮੈਂ ਆਪਣੀ ਤਸੱਲੀ ਲਈ ਇਸ ਗੱਲ ਦਾ ਕੋਈ ਪੱਕਾ ਸਬੂਤ ਚਾਹੁੰਦਾ ਸੀ। ਇਸ ਲਈ ਅੱਜ ਸਾਡਾ ਪ੍ਰਿੰਸਟਾਊਨ ਜੇਲ੍ਹ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦਾ ਇਰਾਦਾ ਹੈ, ਤਾਂ ਕਿ ਉਹਨਾਂ ਨੂੰ ਦੱਸ ਸਕੀਏ ਕਿ ਉਹਨਾਂ ਲੋਕਾਂ ਨੂੰ ਉਸ ਫਰਾਰ ਕੈਦੀ ਦੀ ਭਾਲ ਕਿੱਥੇ ਕਰਨੀ ਚਾਹੀਦੀ ਹੈ। ਵੈਸੇ ਮੈਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਹੈ ਕਿ ਉਸ ਭਗੌੜੇ ਕੈਦੀ ਨੂੰ ਫੜਨ ਦੀ ਕਾਮਯਾਬੀ ਦਾ ਸਿਹਰਾ ਸਾਡੇ ਲੋਕਾਂ ਦੇ ਸਿਰ ਵੱਜਦਾ ਰਹਿ ਗਿਆ। ਤਾਂ ਇਹ ਸਨ ਸਾਡੀਆਂ ਪਿਛਲੀ ਰਾਤ ਦੀਆਂ ਦਲੇਰਾਨਾ ਕਾਰਗੁਜ਼ਾਰੀਆਂ। ਤੁਹਾਨੂੰ ਇਹ ਗੱਲ ਮੰਨਣੀ ਪਏਗੀ ਡੀਅਰ ਹੋਮਸ ਕਿ ਮੈਂ ਤੁਹਾਨੂੰ ਰਿਪੋਰਟ ਬੜੇ ਵਧੀਆ ਢੰਗ ਨਾਲ ਲਿਖ ਕੇ ਭੇਜੀ ਹੈ। ਹਾਲਾਂਕਿ ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਇਸ 'ਚ ਬਹੁਤ ਸਾਰੀਆਂ ਬੇਕਾਰ ਤੇ ਵਾਧੂ ਗੱਲਾਂ ਵੀ ਹਨ, ਪਰ ਫਿਰ ਵੀ ਮੈਂ ਇਹੀ ਬਿਹਤਰ ਸਮਝਿਆ ਕਿ ਮੈਂ ਇੱਥੇ ਜੋ ਕੁਝ ਜਿਵੇਂ ਵੀ ਵਾਪਰਿਆ ਉਹਨੂੰ ਜਿਉਂ ਦਾ ਤਿਉਂ ਤੁਹਾਨੂੰ ਲਿਖ ਕੇ ਭੇਜ ਦਿਆਂ, ਤਾਂ ਕਿ ਤੁਸੀਂ ਉਸ ਵਿੱਚੋਂ ਉਹ ਸਭ ਕੁਝ ਆਪਣੇ ਹਿਸਾਬ ਨਾਲ ਚੁਣ ਲਓ, ਜਿਸ ਨਾਲ ਤੁਹਾਨੂੰ ਆਪਣੇ ਨਤੀਜੇ ਤੱਕ ਪਹੁੰਚਣ 'ਚ ਸਭ ਤੋਂ ਵੱਧ ਮਦਦ ਮਿਲ ਸਕਦੀ ਹੈ। ਇਸ ਮਾਮਲੇ 'ਚ ਅਸੀਂ ਵੀ ਇੱਥੇ ਅੱਗੇ ਵਧ ਰਹੇ ਹਾਂ। ਜਿੱਥੋਂ ਤੱਕ ਬੈਰੀਮੋਰ ਜੋੜੇ ਦਾ ਸਵਾਲ ਹੈ, ਅਸੀਂ ਉਹਨਾਂ ਦੀਆਂ ਰਹੱਸਮਈ ਗਤੀਵਿਧੀਆਂ ਦੇ ਪਿੱਛੇ ਲੁਕੇ ਹੋਏ ਉਦੇਸ਼ ਦਾ ਪਤਾ ਲਾ ਲਿਆ ਤੇ ਸਾਰੀ ਸਥਿਤੀ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਪਰ ਜੰਗਲ ਦਾ ਰਹੱਸ ਤਾਂ ਅਨੰਤ ਹੈ। ਇਸ 'ਚ ਰਹਿਣ ਵਾਲੇ ਤਾਂ ਅਜੇ ਵੀ ਸਾਡੇ ਲਈ ਪਹਿਲਾਂ ਵਾਂਗ ਹੀ ਅਬੁੱਝ ਬਣੇ ਹੋਏ ਨੇ। ਸ਼ਾਇਦ ਅਗਲੀ ਵਾਰੀ ਮੈਂ ਇਸ ਬਾਰੇ ਕੁਝ ਰੌਸ਼ਨੀ ਪਾਉਣ 'ਚ ਕਾਮਯਾਬ ਹੋ ਜਾਵਾਂ। ਵੈਸੇ ਸਭ ਤੋਂ ਚੰਗੀ ਗੱਲ ਤਾਂ ਇਹ ਹੋਏਗੀ ਕਿ ਤੁਸੀਂ ਖੁਦ ਹੀ ਇੱਥੇ ਆ ਜਾਓ। ਖੈਰ, ਅਗਲੇ ਕੁਝ ਦਿਨਾਂ 'ਚ ਤੁਹਾਨੂੰ ਕੁਝ ਹੋਰ ਨਵਾਂ ਸੁਣਨ ਲਈ ਮਿਲੇਗਾ। ਮੇਰੇ ਵੱਲੋਂ ਧੰਨਵਾਦ।